ਸ਼ੁਰੂ ਕਰਦੇ ਹਾਂ ਉਸ ਦੋ ਜਹਾਨ ਦੇ ਪਾਲਣਹਾਰ ਦਾ ਨਾਮ ਲੈ ਕੇ, ਜੋ ਸਭ ਤੇ ਬਹੁਤ ਹੀ ਰਹਿਮਤਾਂ ਔਰ ਬਖਸ਼ਿਸ਼ਾਂ ਕਰਨੇ ਵਾਲਾ ਹੈ। ਅੱਜ ਦੇ ਸਤਸੰਗ ਦੀ ਸ਼ੁਰੂਆਤ ਕਰੀਏ। ਸਭ ਤੋਂ ਪਹਿਲਾਂ ਤਾਂ ਇਸ ਪਰਿਵਾਰ ਨੂੰ, ਜਿਸ ਪਰਿਵਾਰ ਦੀ ਵਜ੍ਹਾ ਨਾਲ ਅੱਜ ਅਸੀਂ ਇਹ ਸਪੈਸ਼ਲ ਆਨੰਦ ਲੈ ਰਹੇ ਹਾਂ। ਇਹ ਸਪੈਸ਼ਲ ਆਨੰਦ ਹੈ ਕਿ ਨਹੀਂ? ਦੇਖੋ ਮੌਸਮ ਕਿੰਨਾ ਸੋਹਣਾ ਹੈ ਨਾ। ਇਹ ਤਾਂ ਕਿੰਨੀ ਗਰਮੀ ਸੀ, ਬੈਠਣਾ ਔਖਾ ਹੋ ਜਾਂਦਾ ਸੀ। ਪਰ ਅੱਜ ਇਹ ਬਰਸਾਤ ਜਿਹੜੀ ਹੈ ਨਾ, ਬੂੰਦਾਬਾਂਦੀ ਹੋ ਰਹੀ ਹੈ। ਇਹਨੂੰ ਇਦਾਂ ਆਪਾਂ ਸਮਝਣਾ ਕਿ ਪਾਣੀ ਦੀਆਂ ਬੂੰਦਾਂ ਨਹੀਂ ਵਰਸ ਰਹੀਆਂ, ਇਹ ਮਾਲਕ ਦੀ ਰਹਿਮਤ ਦੀਆਂ ਬੂੰਦਾਂ ਵਰਸ ਰਹੀਆਂ। ਅਗਰ ਤੁਸੀਂ ਰਹਿਮਤ ਦੀ ਬੂੰਦ ਸਮਝੋਗੇ ਨਾ, ਤਾਂ ਯਾਦ ਰੱਖੋ ਇਹ ਗੱਲ ਕੋਈ ਸਿਰਫ ਕਹਿਣ ਦੀ ਨਹੀਂ ਹੈ। ਕਿਉਂਕਿ ਦੇਖੋ ਬਰਸਾਤ ਆ ਕਿੱਥੋਂ ਰਹੀ ਹੈ, ਉੱਪਰ ਕੌਣ ਹੈ? ਅਸੀਂ ਜਦੋਂ ਵੀ ਅਰਦਾਸ ਕਰਦੇ, ਬੇਨਤੀ ਕਰਦੇ ਆ, ਕਹਿੰਦੇ ਨਾ ਸਭ ਕੁਝ ਉੱਪਰ ਵਾਲੇ ਦੇ ਹੱਥ ਹੈ। ਇਹ ਉੱਪਰ ਵਾਲਾ ਯਾਨੀ ਉਹ ਕੋਈ ਉੱਪਰ ਸ਼ਕਤੀ ਬੈਠੀ ਹੈ। ਅਗਰ ਉਹਦੀ ਤਰਫੋਂ ਕੋਈ ਚੀਜ਼ ਥੱਲੇ ਆ ਰਹੀ ਹੈ ਤਾਂ ਉਹ ਸਾਡੇ ਵਾਸਤੇ ਮਾੜੀ ਨਹੀਂ ਹੋ ਸਕਦੀ। ਇਹਦਾ ਮਤਲਬ ਅਗਰ ਉਹ ਇੱਕ ਬੂੰਦ ਵੀ ਸਾਡੇ ਸਿਰ ਤੇ ਜਾਂ ਸਾਡੇ ਬਾਡੀ ਤੇ ਜਾਂ ਸਾਡੇ ਜਿਸਮ ਤੇ ਟੱਚ ਕਰਦੀ ਹੈ ਤਾਂ ਫੀਲ ਕਰੋ ਇਹ ਪਾਣੀ ਨਹੀਂ ਹੈ, ਉਹਦੀ ਰਹਿਮਤ ਆ ਰਹੀ ਹੈ ਮੇਰੇ ਤੱਕ। ਪਤਾ ਨਹੀਂ ਉਸ ਦੀ ਇਹ ਰਹਿਮਤ ਨੇ ਮੇਰੇ ਕਿਹੜੇ ਕਿਹੜੇ ਦੁੱਖਾਂ ਨੂੰ, ਕਿਹੜੇ ਕਿਹੜੇ ਕਰਮਾਂ ਨੂੰ ਸਾਫ਼ ਕਰ ਦੇਣਾ ਹੈ। ਇਸ ਲਈ ਅੱਜ ਇਸ ਭਾਵਨਾ ਨਾਲ ਬੈਠਣਾ ਜਿੰਨੀ ਦੇਰ ਵੀ ਬੈਠਣਾ ਹੈ। ਜੇ ਬੂੰਦਾਬਾਂਦੀ ਹੋ ਰਹੀ ਹੈ ਨਾ, ਪਾਣੀ ਨਹੀਂ ਸਮਝਣਾ ਇਹਨੂੰ। ਕੀ ਸਮਝਣਾ ਹੈ? ਆਪਣੇ ਮਾਲਿਕ ਦੀ ਰਹਿਮਤ। ਕਿਉਂਕਿ ਕਹਿੰਦੇ ਨਾ ਰਾਤੀ ਇਸ਼ਕੇ ਦੀ ਹੋਈ ਬਰਸਾਤ। ਇੱਕ ਗਾਣਾ ਵੀ ਆਉਂਦਾ ਹੈ ਕਿ ਬਰਸਾਤ ਸਿਰਫ ਪਾਣੀ ਦੀ ਨਹੀਂ ਹੁੰਦੀ, ਬਰਸਾਤ ਪਿਆਰ ਦੀ ਵੀ ਹੁੰਦੀ ਹੈ। ਔਰ ਜੇ ਪ੍ਰੇਮ ਦੀ ਬਰਸਾਤ ਹੁੰਦੀ ਹੈ ਤਾਂ ਫਿਰ ਰਹਿਮਤਾਂ ਦੀ ਬਰਸਾਤ ਵੀ ਹੁੰਦੀ ਹੈ। ਔਰ ਜਦੋਂ ਰਹਿਮਤਾਂ ਦੀ ਬਰਸਾਤ ਜਾਂ ਮਾਲਿਕ ਦੇ ਪਿਆਰ ਦੀ ਬਰਸਾਤ ਹੁੰਦੀ ਹੈ ਤਾਂ ਫਿਰ ਅਸੀਂ ਕਹਾਂਗੇ ਕਰਮਾਂ ਵਾਲੇ ਉਹ ਹੁੰਦੇ ਜਿਨ੍ਹਾਂ ਨੂੰ ਉਹਦੇ 'ਚ ਭਿੱਜਣ ਦਾ ਮੌਕਾ ਮਿਲਦਾ ਹੈ। ਹੁਣ ਦੇਖੋ ਕਿੰਨੇ ਕਰਮਾਂ ਵਾਲੇ ਤੁਸੀਂ। ਸਭ ਤੋਂ ਪਹਿਲਾਂ ਤੁਹਾਨੂੰ ਬਹੁਤ ਬਹੁਤ ਵਧਾਈ ਹੈ ਕਰਮਾਂ ਦੀ। ਕਿਉਂਕਿ ਦੁਨੀਆ ਦੀਆਂ ਬਰਸਾਤਾਂ 'ਚ ਤਾਂ ਬੰਦਾ ਕਹਿੰਦਾ ਮੈਨੂੰ ਉਹਦੇ ਨਾਲ ਪਿਆਰ ਹੋ ਗਿਆ, ਉਹਦੇ ਨਾਲ ਪਿਆਰ ਹੋ ਗਿਆ। ਇਹ ਦੁਨੀਆ ਦੀ ਬਰਸਾਤ ਤਾਂ ਕਰੋੜਾਂ ਅਰਬਾਂ ਖਰਬਾਂ ਹੀ ਨਹਾਉਂਦੇ ਐ। ਮਾਲਕ ਦੇ ਇਸ਼ਕ ਦੀ ਬਰਸਾਤ ਵਿੱਚ ਤਾਂ ਨਹਾਉਣ ਵਾਲਾ ਕੋਈ ਵਿਰਲਾ ਹੁੰਦਾ ਹੈ। ਸੋ ਤੁਸੀਂ ਵਿਰਲੇ ਹੋ ਨਾ, ਇਸ ਲਈ ਇਹ ਬਾਰਿਸ਼ ਤੋਂ ਡਰਨਾ ਨਹੀਂ ਹੈ। ਕਿਉਂਕਿ ਵੈਸੇ ਵੀ ਜਦੋਂ ਇਨਸਾਨ ਸਵੇਰੇ ਸਵੇਰੇ ਹੁੰਦਾ ਹੈ ਤਾਂ ਪਾਣੀ ਪਾ ਕੇ ਨਹਾਉਂਦਾ ਹੈ, ਕੱਪੜੇ ਧੋਂਦਾ ਹੈ, ਤਾਂ ਸਮਝ ਲਓ ਹੁਣ ਮੁਫਤ 'ਚ ਸਭ ਕੁਝ ਹੋ ਰਿਹਾ ਹੈ। ਉਹਦੀ ਰਹਿਮਤਾਂ ਵਰਸ ਰਹੀਆਂ ਸਾਡੇ ਤੇ, ਅਸੀਂ ਕਿਉਂ ਟੈਨਸ਼ਨ ਲੈਣੀ। ਸੋ ਇਸ ਤੋਂ ਪਹਿਲਾਂ ਕਿ ਇਹ ਸਤਸੰਗ ਦੀ ਆਨੰਦ ਦੀ ਸ਼ੁਰੂਆਤ ਕਰੀਏ, ਸਭ ਤੋਂ ਪਹਿਲਾਂ ਜਿਸ ਪਰਿਵਾਰ ਦੀ ਵਜ੍ਹਾ ਨਾਲ ਅੱਜ ਸਾਨੂੰ ਮੌਕਾ ਮਿਲਿਆ ਹੈ ਇਹ ਸਤਸੰਗ ਦਾ ਆਨੰਦ ਲੈਣ ਦਾ, ਅਸੀਂ ਆਪਣੀ ਤਰਫੋਂ ਰਾਈ ਹੋਈ ਸਾਰੀ ਸੰਗਤ ਦੀ ਤਰਫੋਂ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਬਹੁਤ ਬਹੁਤ ਵਧਾਈ ਦੇਵਾਂਗੇ, ਮੁਬਾਰਕਬਾਦ ਦੇਵਾਂਗੇ। ਔਰ ਜਲਦੀ ਜਲਦੀ ਇਹਨਾਂ ਵਾਸਤੇ ਬੇਨਤੀ ਕਰੀਏ ਉਸ ਮਾਲਕ ਦੇ ਚਰਨਾਂ 'ਚ ਕਿ ਮਾਲਿਕ ਇਸ ਪਰਿਵਾਰ ਤੇ ਆਪਣੀ ਕਿਰਪਾ, ਦਇਆ, ਮਿਹਰ, ਰਹਿਮਤ, ਬਖਸ਼ਿਸ਼ ਹਮੇਸ਼ਾ ਬਣਾਏ ਰੱਖਣ। ਆਉਣ ਵਾਲਾ ਸਮਾਂ ਇਹਨਾਂ ਵਾਸਤੇ ਕਾਮਯਾਬੀ, ਸਫਲਤਾ, ਖੁਸ਼ੀਆਂ, ਰਹਿਮਤਾਂ, ਬਰਕਤਾਂ ਭਰਿਆ ਹੋਵੇ। ਦਿਨ ਦੁਗਣੀ ਰਾਤ ਚੌਗਣੀ ਤਰੱਕੀ ਮਾਲਕ ਇਹਨਾਂ ਨੂੰ ਦੇਣ ਔਰ ਇੰਨੀ ਰਹਿਮਤ ਕਰਨ ਕਿ ਜਿਸ ਤਰ੍ਹਾਂ ਅੱਜ ਖੁਸ਼ੀਆਂ ਨਾਲ ਇਹ ਸਤਸੰਗ ਕਰਵਾ ਰਹੇ ਆ, ਇਸ ਪਰਿਵਾਰ 'ਚ ਸਦਾ ਖੁਸ਼ੀਆਂ ਆਉਂਦੀਆਂ ਰਹਿਣ ਔਰ ਇਸੇ ਤਰ੍ਹਾਂ ਇਹ ਸਤਸੰਗ ਕਰਵਾਉਂਦੇ ਰਹਿਣ ਔਰ ਸਾਨੂੰ ਸਾਰਿਆਂ ਨੂੰ ਵੀ ਸਤਸੰਗ ਦਾ ਆਨੰਦ ਲੈਣ ਦਾ ਮੌਕਾ ਮਿਲਦਾ ਰਹੇ। ਕਰ ਦਿੱਤੀ ਬੇਨਤੀ। ਸੋ ਆਓ ਹੁਣ ਅੱਜ ਦੇ ਸਤਸੰਗ ਦੀ ਸ਼ੁਰੂਆਤ ਅਸੀਂ ਸੰਤ ਤੁਲਸੀਦਾਸ ਜੀ ਦੇ ਇੱਕ ਸ਼ਬਦ ਤੋਂ ਕਰਾਂਗੇ। ਕਿਉਂਕਿ ਸੰਤ ਤੁਲਸੀਦਾਸ, ਅੱਜ ਫਿਰ ਕਹਾਂਗੇ ਕਿ ਅੱਜ ਬਹੁਤਾ ਲੰਬਾ ਟਾਈਮ ਨਹੀਂ, ਅਸੀਂ ਸ਼ਾਰਟ ਟਾਈਮ ਦੇ ਵਿੱਚ, ਥੋੜੇ ਟਾਈਮ ਦੇ ਵਿੱਚ ਕੋਸ਼ਿਸ਼ ਕਰਨੀ ਹੈ ਕਿ ਕੁਝ ਐਸਾ ਸਮਝ ਕੇ ਜਾਣਾ ਹੈ ਕਿ ਸਾਡੀ ਜ਼ਿੰਦਗੀ ਬਦਲ ਜਾਵੇ, ਸਾਡਾ ਜੀਵਨ ਬਦਲ ਜਾਵੇ। ਹੁਣ ਸੰਤ ਤੁਲਸੀਦਾਸ ਆਪਣੇ ਨਾ ਇੱਕ ਸ਼ਬਦ ਦੇ ਅੰਦਰ ਪ੍ਰੇਮੀ ਦੀ ਨਿਸ਼ਾਨੀ ਦੱਸਦੇ ਹੈ ਕਿ ਪ੍ਰੇਮੀ ਦੀ ਨਿਸ਼ਾਨੀ ਕੀ ਹੈ, ਕਿ ਕਿਹਨਾਂ ਨੂੰ ਅਸੀਂ ਕਹਿ ਸਕਦੇ ਹਾਂ ਕਿ ਇਹ ਵਾਕਿਆ ਹੀ ਪ੍ਰੇਮੀ ਹੈ, ਇਹਨਾਂ ਅੰਦਰ ਪ੍ਰੇਮ ਹੈ। ਕਿਉਂਕਿ ਅੱਜ ਤੁਸੀਂ ਇਦਾਂ ਦੇ ਮੌਸਮ 'ਚ ਇੱਥੇ ਬੈਠੇ ਹੋ ਤਾਂ ਸਾਨੂੰ ਅੰਦਰ ਆਇਆ ਕਿ ਤੁਸੀਂ ਸਤਸੰਗ 'ਚ ਆਏ ਹੋ, ਤਾਂ ਫਿਰ ਤੁਹਾਨੂੰ ਕਮ ਸੇ ਕਮ ਪ੍ਰੇਮੀ ਦੀਆਂ ਨਿਸ਼ਾਨੀਆਂ ਪਤਾ ਹੋਣੀਆਂ ਚਾਹੀਦੀਆਂ ਕਿ ਪ੍ਰੇਮੀ ਕੀ ਕਰਦੇ ਹੈ। ਸੋ ਆਪਣੀ ਬਾਣੀ ਦੇ ਵਿੱਚ ਸੰਤ ਤੁਲਸੀਦਾਸ ਕਹਿੰਦੇ ਹੈ, ਕਿਉਂਕਿ ਉਹਨਾਂ ਨੇ 2 ਸ਼ਲੋਕ ਉਚਾਰੇ। ਪਹਿਲੇ ਵਿੱਚ ਉਹਨਾਂ ਨੇ ਕਿਹਾ ਕਿ ਰਾਮ ਸਿਮਰਤ ਵਿਸ਼ਿਆਂ ਭਿੜਤ ਦਾਨ ਕਰਤ ਸਤਸੰਗ ਤੁਲसी जिनके पुलक मन तै प्रेमी का अंग। जरा गौर करना, वो कहते प्रेमी की निशानी की होंगी है कि जेड़ा एक इंसान कहता ना मैं अपने गुरु नाल या अपने मालिक नाल, अपने परमात्मा नाल प्यार करता है, तो संत तुलसीदास दसदे है कि सिर्फ जुबान तो कहने नाल कोई प्रेमी नहीं हुंदा, ओदी एक निशानी भी होंगी है। वो निशानी की दसी उन्होंने 4 चीज़ां दसियां। पहला उन्होंने कहा राम सिमरत, कि जेड़ा प्रेमी हुंदा है ना वो प्रभु दा सिमरन करता है, परमात्मा की बंदगी करता है, राम सिमरत। और दूसरा गुण उन्होंने दसिया प्रेमी का गुण हुंदा है विषयां भिड़त,
ਕਿ ਉਹ ਆਪਣੇ ਅੰਦਰਲੀਆਂ ਬੁਰਾਈਆਂ ਨੂੰ, ਕਿਉਂਕਿ ਵਿਸ਼ੇ ਵਿਕਾਰ ਕਿਹਨੂੰ ਕਹਿ ਦਿੰਦੇ ਆ, ਸਾਡੇ ਅੰਦਰਲੀਆਂ ਬੁਰਾਈਆਂ, ਸਾਡੇ ਅੰਦਰਲੀਆਂ ਕਮੀਆਂ, ਉਹ ਜਿਹੜਾ ਪ੍ਰਭੂ ਦਾ ਪ੍ਰੇਮੀ ਹੁੰਦਾ ਹੈ ਨਾ, ਉਹ ਦੁਨੀਆ ਨਾਲ ਨਹੀਂ ਲੜਦਾ, ਉਹ ਸੰਸਾਰ ਨਾਲ ਨਹੀਂ ਲੜਦਾ, ਆਂਡੀਆਂ ਗੁਆਂਢੀਆਂ ਨਾਲ ਨਹੀਂ ਲੜਦਾ, ਉਹ ਆਪਣੇ ਅੰਦਰਲੀਆਂ ਬੁਰਾਈਆਂ ਨਾਲ ਲੜਦਾ ਹੈ। ਭਿੜਤ ਦਾ ਮਤਲਬ ਹੁੰਦਾ ਹੈ ਕਿਸੇ ਨਾਲ ਭਿੜਨਾ। ਜਿੱਦਾਂ ਬੰਦਾ ਕਹਿੰਦਾ ਨਾ, ਅੱਜ ਮੈਂ ਉਹਦੇ ਨਾਲ ਭਿੜਿਆ, ਯਾਨੀ ਉਹਦੇ ਨਾਲ ਮੁਕਾਬਲਾ ਕੀਤਾ ਮੈਂ ਔਰ ਮੇਰੀ ਜਿੱਤ ਹੋ ਗਈ। ਉਹ ਕਹਿੰਦੇ ਦੁਨੀਆ ਨਾਲ ਮੁਕਾਬਲਾ ਕਰਕੇ ਜਿੱਤੀ ਜਾਵੇਂ ਤਾਂ ਕੋਈ ਫਾਇਦਾ ਨਹੀਂ। ਤੇਰਾ ਜੀਵਨ ਉਦੋਂ ਬਦਲੇਗਾ ਜਦੋਂ ਤੂੰ ਆਪਣੇ ਅੰਦਰਲੀਆਂ ਬੁਰਾਈਆਂ ਨਾਲ, ਆਪਣੇ ਅੰਦਰਲੀਆਂ ਕਮੀਆਂ ਨਾਲ, ਆਪਣੇ ਅੰਦਰਲੇ ਵਿਸ਼ਿਆਂ ਨਾਲ ਭਿੜੇਗਾ, ਉਹਨਾਂ ਨਾਲ ਮੁਕਾਬਲਾ ਕਰੇਗਾ। ਔਰ ਜਦੋਂ ਆਪਣੇ ਵਿਸ਼ਿਆਂ ਨੂੰ ਖਤਮ ਕਰੇਗਾ ਨਾ, ਫਿਰ ਤੇਰੀ ਜ਼ਿੰਦਗੀ ਬੈਟਰ ਹੋਏਗੀ। ਬੈਟਰ ਯਾਨੀ ਫਿਰ ਤੇਰੇ ਜੀਵਨ 'ਚ ਖੁਸ਼ੀਆਂ ਆਉਣਗੀਆਂ, ਫਿਰ ਤੇਰਾ ਜੀਵਨ ਸਫਲ ਹੋਏਗਾ। ਇਸ ਲਈ ਇਹ ਸੋਚਣਾ ਹੈ ਸੀ, ਸਮਝਣਾ ਹੈ ਸੀ ਕਿ ਪ੍ਰਭੂ ਨਾਲ ਪ੍ਰੇਮ ਕਰਨ ਵਾਲਾ, ਹੁਣ ਫਰਜ਼ ਕਰੋ ਬੰਦਾ ਕਹਿੰਦਾ ਮੈਂ ਬੜਾ ਰੱਬ ਨਾਲ ਪ੍ਰੇਮ ਕਰਦਾ ਹੈ, ਪਰ ਸਿਮਰਨ ਕਰਦਾ ਨਹੀਂ, ਉਹ ਰੱਬ ਦੀ ਯਾਦ ਵਿੱਚ ਬਹਿੰਦਾ ਨਹੀਂ। ਜਿੱਦਾਂ ਹੁਣ ਕੋਈ ਤੁਹਾਡਾ ਮਿੱਤਰ ਮਿਲੇ ਤੁਹਾਨੂੰ, ਜਾਂ ਕੋਈ ਰਿਸ਼ਤੇਦਾਰ ਮਿਲੇ, ਯਾਰ ਮੈਂ ਤੈਨੂੰ ਬਹੁਤ ਪਿਆਰ ਕਰਦਾ, ਮੈਂ ਤੇਰੇ ਤੋਂ ਬਿਨਾਂ ਰਹਿ ਨਹੀਂ ਸਕਦਾ। ਅੱਛਾ, ਫੋਨ ਤਾਂ ਕਦੀ ਕੀਤਾ ਨਹੀਂ ਤੂੰ ਮੈਨੂੰ, ਉਹ ਯਾਰ ਟਾਈਮ ਹੀ ਨਹੀਂ ਲੱਗਾ। ਹੁਣ ਟਾਈਮ ਹੀ ਨਹੀਂ ਲੱਗਾ, ਪਿਆਰ ਤੈਨੂੰ ਬਹੁਤ ਕਰਦਾ, ਰਹਿ ਨਹੀਂ ਸਕਦਾ ਮੈਂ ਤੇਰੇ ਤੋਂ ਬਿਨਾਂ, ਪਰ ਟਾਈਮ ਹੀ ਨਹੀਂ ਲੱਗਾ, ਬਿਜ਼ੀ ਇੰਨਾ ਸੀ ਕਿ ਤੈਨੂੰ ਕਾਲ ਕਰਨ ਦਾ, ਤੇਰਾ ਹਾਲ ਚਾਲ ਪੁੱਛਣ ਦਾ ਮੈਨੂੰ। ਤਾਂ ਫਿਰ ਤੁਸੀਂ ਕੀ ਕਹਿਣਾ, ਭਾਈ ਦਿਖਾਵਾ ਜਿਹਾ ਕਰੀ ਜਾਂਦਾ ਹੈ। ਕਿਉਂਕਿ ਜਿੱਥੇ ਪਿਆਰ ਹੋਵੇ ਉੱਥੇ ਬੰਦਾ ਸਮਾਂ ਕੱਢ ਕੇ, ਜਿੰਨਾ ਮਰਜ਼ੀ ਬਿਜ਼ੀ ਹੋਵੇ, ਸਮਾਂ ਕੱਢ ਕੇ ਹਾਲ ਚਾਲ ਪੁੱਛ ਲੈਂਦਾ ਕਿ ਨਹੀਂ। ਹੁਣ ਤੁਸੀਂ ਆਪਣੇ ਮਾਲਿਕ ਨੂੰ ਪਿਆਰ ਕਰਦੇ ਹੋ, ਤਾਂ ਹੁਣ ਜਦੋਂ ਤੁਸੀਂ 100 ਪ੍ਰਕਾਰ ਦੇ ਕੰਮਾਂ 'ਚ ਬਿਜ਼ੀ ਹੋਵੋ, ਬੰਦਾ ਕਹਿੰਦਾ ਆਹ ਵੀ ਕੰਮ ਹੈ, ਉਹ ਵੀ ਕੰਮ ਹੈ, ਘਰ ਦੇ ਕੰਮ ਹੈ, ਬਾਹਰਲੇ ਕੰਮ ਹੈ, ਬੱਚਿਆਂ ਦੇ ਕੰਮ ਹੈ, ਦੁਕਾਨ ਦੇ ਕੰਮ ਹੈ, ਬਾਜ਼ਾਰ ਦੇ ਕੰਮ ਹੈ, 100 ਕੰਮ ਵੀ ਹੋਣ ਤੁਹਾਨੂੰ, ਪਰ ਅਗਰ ਤੁਹਾਡੇ ਅੰਦਰ ਵਾਕਈ ਮਾਲਿਕ ਦਾ ਪਿਆਰ ਹੈ ਤਾਂ ਤੁਸੀਂ 24 ਘੰਟਿਆਂ 'ਚ ਥੋੜਾ ਸਮਾਂ ਕੱਢ ਕੇ ਉਹਦੀ ਯਾਦ 'ਚ ਬੈਠੋਗੇ ਜ਼ਰੂਰ ਕਿ ਭਾਈ ਉਹਨੂੰ ਪਿਆਰ ਕਰਦਾ, ਉਹ ਤੋਂ ਬਿਨਾਂ ਤਾਂ ਚੈਨ ਹੀ ਨਹੀਂ। ਇਸ ਲਈ ਠੀਕ ਹੈ, ਹੋਵਾਂ ਲੱਖ ਬਿਜ਼ੀ, ਹੋਵਾਂ ਜਿੰਨਾ ਮਰਜ਼ੀ ਵਿਅਸਤ, ਪਰ ਆਪਣੇ ਮਾਲਿਕ ਵਾਸਤੇ ਤਾਂ ਮੈਂ ਟਾਈਮ ਕੱਢਣਾ ਹੀ ਹੈ, ਕਿਉਂਕਿ ਮੈਂ ਉਹਨੂੰ ਬਹੁਤ ਪਿਆਰ ਕਰਦਾ ਹਾਂ। ਜਿੱਦਾਂ ਹੀ ਕਈ ਵਾਰ ਦੱਸੀ ਨਾ, ਬੰਦਾ ਜਿੰਨਾ ਮਰਜ਼ੀ ਬਿਜ਼ੀ ਹੋਵੇ, ਵਿਅਸਤ ਹੋਵੇ, ਪਰ ਉਹ ਰੋਟੀ ਖਾਣ ਵਾਸਤੇ, ਪਾਣੀ ਪੀਣ ਵਾਸਤੇ, ਸੌਣ ਵਾਸਤੇ, ਨਹਾਉਣ ਵਾਸਤੇ ਟਾਈਮ ਕੱਢ ਲੈਂਦਾ ਹੈ। ਪਤਾ ਮੇਰੇ ਵਾਸਤੇ ਜ਼ਰੂਰੀ ਹੈ, ਪਤਾ ਕਿ ਨਹੀਂ। ਹੁਣ ਤੁਸੀਂ ਕਦੀ ਇਦਾਂ ਕਿਹਾ, ਉਹ ਯਾਰ ਬਿਜ਼ੀ ਇੰਨਾ ਸੀਗਾ ਕਿ 24 ਘੰਟੇ ਹੋਏ ਖਾਣੇ ਨਹੀਂ ਖਾਦਾ, ਪਾਣੀ ਨਹੀਂ ਪੀਤਾ। ਨਹੀਂ, ਬੰਦੇ ਨੂੰ ਪਤਾ ਜਦੋਂ ਪਿਆਸ ਲੱਗਣੀ ਤਾਂ ਜਿੰਨਾ ਮਰਜ਼ੀ ਹੋਵਾਂ, ਪਾਣੀ ਤਾਂ ਮੈਂ ਪੀਣਾ ਹੈ, ਰੋਟੀ ਤਾਂ ਮੈਂ ਖਾਣੀ ਹੈ। ਇਸੇ ਤਰ੍ਹਾਂ ਇਹ ਪ੍ਰੇਮੀ ਦੀ ਨਿਸ਼ਾਨੀ ਹੁੰਦੀ ਹੈ ਕਿ ਉਹ ਪ੍ਰਭੂ ਦਾ ਸਿਮਰਨ ਵੀ ਜ਼ਰੂਰ ਕਰਦਾ ਹੈ। ਔਰ ਦੂਸਰਾ ਉਹਦਾ ਗੁਣ ਹੁੰਦਾ ਹੈ ਜੋ ਸੰਤ ਤੁਲਸੀਦਾਸ ਜੀ ਦੱਸਦੇ ਹੈ ਕਿ ਦੂਸਰਾ ਗੁਣ ਉਹਦਾ ਕੀ ਹੁੰਦਾ ਹੈ, ਉਹ ਆਪਣੇ ਅੰਦਰਲੀਆਂ ਬੁਰਾਈਆਂ ਨਾਲ ਭਿੜਦਾ ਹੈ। ਭਿੜਦਾ ਮਤਲਬ ਮੁਕਾਬਲਾ ਕਰਦਾ, ਉਹਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦਾ ਹੈ। ਉਹਨਾਂ ਨੂੰ ਜਾਣ ਕੇ ਕਿ ਮੇਰੇ ਅੰਦਰ ਆਹ ਕਮੀਆਂ ਹੈ, ਉਹਨਾਂ ਕਮੀਆਂ ਨੂੰ ਜਾਣ ਕੇ ਉਹਨਾਂ ਕਮੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦਾ ਹੈ। ਬੋਲੋ ਸਮਝਦੇ ਹੋ ਕਿ ਨਹੀਂ। ਜਿੱਦਾਂ ਸਵਾਮੀ ਵਿਵੇਕਾਨੰਦ ਜੀ ਨੇ ਇੱਕ ਗੱਲ ਬੜੀ ਪਿਆਰੀ ਕਹੀ ਹੈ, ਇੱਥੇ ਗੱਲ ਆਪਣੇ ਦਿਲੋਂ ਦਿਮਾਗ 'ਚ ਲਿਖ ਲੈਣਾ ਤੁਸੀਂ। स्वामी विवेकानंद जी कहते कि इंसान हर चीज को हासिल कर सकता है। इंसान हर चीज को कह दो हासिल कर सकता है अगर वो अपने भीतर बैठी शक्ति को जान ले। जरा हुण गौर करना, गल कोई छोटी नहीं है। तुसी हर चीज नूं हासिल कर सकते हो। ऐसी दुनिया ते कोई चीज नहीं है जिन्हों हासिल तुसी ना कर सको, क्योंकि इत्थे इंसानियत की गल की उन्होंने। इंसानियत का मतलब जिहदे च औरत मर्द बच्चा बुढ़ा बुजुर्ग सारे ही आ जाते हैं, क्योंकि इंसानियत विच वो किसी नूं ये नहीं कहते कि इत्थे आदमी कर सकता औरत नहीं कर सकती, बुजुर्ग कर सकता बच्चा नहीं कर सकता। वो कहते बच्चे भी कर सकते हैं, बुजुर्ग भी कर सकते हैं, औरत मर्द का कोई फर्क नहीं है। इंसान हर चीज नूं हासिल कर सकता है, पर शर्त इक्को ही है कि उन्होंने हासिल करने वास्ते उन्होंने अपने अंदर बैठी शक्ति नूं कह दो जानना पैना है कि मेरे अंदर शक्ति किहड़ी बैठी है। क्योंकि जदों सानू अपने अंदर बैठी शक्ति का एहसास हो जाता है तो फिर बंदे नूं पता लगता है कि मेरे वास्ते नामुमकिन कुछ भी है नहीं। जिद्दां कई बार बंदा कहता आ गल बई नामुमकिन है, आ नहीं हो सकती, पर जदों अपने अंदर शक्ति जिहड़ी बैठी है ना उन्होंने बंदा जान लैंदा है तो फिर बंदा कहता मेरे अंदर एड्डी बड़ी शक्ति बैठी है, मेरे वास्ते कुछ भी नामुमकिन नहीं है। पहला वो शक्ति ते विश्वास करना पैंदा है, वो शक्ति नूं जानना पैंदा है। ताही ते असीं कई बार दसिया कि इंसान नूं जो रात नूं चंद नजर आंदा है ना, इंसान ने अपने अंदर बैठी शक्ति ते विश्वास किया तो चंद ते भी पहुंच गया और हुण मंगल ते पहुंचण दी तैयारी चल रही है। और एक टाइम आना जदों बंदे ने मंगल ते भी पहुंच जाना है, क्योंकि ऐसे बिजनेसमैन है एलोन मस्क वर्गे जिहड़े मंगल ते दुनिया बसाउण दी कोशिश कर रहे हैं।
यानी दसना की चाहते हैं कि अगर बंदा सोचे कि मेरे अंदर वो परम शक्तिशाली परमात्मा है तो इदां दा किहड़ा काम है जिहड़ा नहीं हो सकता। बस अपने अंदर बैठी शक्ति ते विश्वास करना शुरू करो। हुण तुसीं सोचो जीवन च पाना की है, तुसीं सोचो जीवन च हासिल की करना है। हुण एक बच्चा सोचता मैं डॉक्टर बनना है या मैं IPS बनना है, IAS का कोर्स करना है, यानी मैं आ करना है, या इंसान सोचता मैं जीवन च कामयाब होना है, तो भाई फिर विश्वास रख अपने अंदरली शक्ति ते कि मैं मेहनत करने नूं तैयार है और मैनूं विश्वास है कि वो शक्ति मैनूं उत्थे तक लैके जरूर जाएगी। समझदे हो कि नहीं? ये गल विश्वास दी है, ये गल यकीन दी है। तां ही कल भी ਜਿਹੜੇ ਜੀਵ ਆਏ ਸੀ ਨਾ सत्संग ਦੇ ਵਿੱਚ, ਉਹਨਾਂ ਨੂੰ ਕੱਲ ਵੀ ਅਸੀਂ ਇੱਕ ਇਸ਼ਾਰਾ ਕਰ ਰਹੇ ਸੀ, ਪਰ ਚਲੋ ਉਦੋਂ ਸਾਊਂਡ ਦਾ ਵਿੱਚ ਆਇਓ ਗੱਲ ਵਿੱਚੇ ਰਹਿ ਗਈ ਸੀ। ਅੱਜ ਉਹ ਥੋੜਾ ਜਿਹਾ ਉਹ ਵੀ ਦੱਸਾਂਗੇ ਹਿੰਟ ਕਿ ਜੋ ਕੱਲ ਅਸੀਂ ਕਰਨਾ ਸੀ ਕਿ ਜੀਸਸ ਕ੍ਰਾਈਸਟ ਨੇ ਕੀ ਕਿਹਾ ਸੀ ਕਿ ਯੂਅਰ ਵਰਲਡ ਚੇਂਜ ਫਰੋਮ ਇਨਸਾਈਡ नॉट फ्रॉम आउटसाइड। क्योंकि जीसस क्राइस्ट ने कहा सी तेरी दुनिया बदलती है अंदरों, तेरी दुनिया उदों बदलती है जदों तू अंदरों बदलता है। तेरी दुनिया कदों बदलती है? कहते जी बंदा सोचता है ना कि मैं अपने जीवन के दुखों को दूर करना है, अपने जीवन दी परेशानियों को दूर करना है, अपने जीवन दी तकलीफों को दूर करना है, तो यह ना सोच के बाहरों कुछ करना होएगा। बोलो समझते हो कि नहीं? बाहरों करना कुछ नहीं होना, तेनों अंदरों चेंज होना पेगा, तेनों अंदर बदलाव लिया पेगा, अपन आदतां बदलनियां पैणगियां, अपने उठन बैठन का ढंग बदलना पैना है, अपनी सोच बदलनी पैनी है। क्योंकि जो तू अंदरों आदतां बदल दित्तियां, अपनी सोच बदल दी, उठन बैठन का ढंग बदल गया, तो बाहर सब कुछ बदलना शुरू हो जाना है। समझ आ रही कि नहीं साडी गल? क्योंकि गल अंदर दी है। हुण अगर इंसान आदतां बदले ना, हुण फर्ज करो एक बंदे नूं शुगर की बीमारी है, समझदे हो कि नहीं? ओहदी शुगर 500 रहिंदी है। ਹੁਣ ਉਹ ਬੰਦਾ ਸੋਚਦਾ ਹੈ ਘਰ 'ਚ ਰਹਿੰਦਾ ਭਾਈ ਮੇਰੀ ਸ਼ੂਗਰ ਸ਼ਾਇਦ ਤਾਂ 500, ਅਗਰ ਮੈਂ ਘਰ ਛੱਡ ਕੇ ਮਹੱਲਾ ਛੱਡ ਕੇ ਕਿਸੇ ਹੋਰ ਮਹੱਲੇ ਚਲਾ ਜਾਵਾਂ ਤਾਂ ਸ਼ਾਇਦ ਮੈਂ ਘਰ ਬਦਲ ਦੇਵਾਂ ਤਾਂ ਸ਼ੂਗਰ ਠੀਕ ਹੋ ਜਾਊਗੀ। ਤਾਂ ਜ਼ਰਾ ਸੋਚੋ, ਹੁਣ ਉਹ ਘਰ ਛੱਡ ਕੇ ਦੂਜੇ ਘਰ ਚਲਾ ਜਾਵੇ, ਮਿੱਠਾ ਖਾਣਾ ਛੱਡੇ ਨਾ, ਤਾਂ ਸ਼ੂਗਰ ਠੀਕ ਹੋ ਜਾਏਗੀ। ਅੱਜ ਸ਼ਾਇਦ ਮੇਰੇ ਕੋਲ ਨਾ ਮੋਟਰਸਾਈਕਲ ਹੈ, ਅੱਜ ਮੋਟਰਸਾਈਕਲ ਹੈ, ਜੇ ਕੱਲ੍ਹ ਨੂੰ ਗੱਡੀ ਲੈ ਲਵਾਂ ਸ਼ਾਇਦ ਮੇਰੀ ਸ਼ੂਗਰ ਠੀਕ ਹੋ ਜਾਏਗੀ। ਹੁਣ ਆਦਤ ਬਦਲੀ ਨਹੀਂ ਮਿੱਠਾ ਖਾਣ ਦੀ, ਆਦਤ ਛੱਡੀ ਨਹੀਂ, ਜਿਹਦੇ ਕਰਕੇ ਸ਼ੂਗਰ ਵੱਧ ਰਹੀ ਹੈ। ਤਾਂ ਬਾਹਰੋਂ ਸਮਾਨ ਬਦਲੀ ਜਾਓ, ਚੀਜ਼ਾਂ ਬਦਲੀ ਜਾਓ, ਉਹਦੇ ਨਾਲ ਇਹ ਜ਼ਿੰਦਗੀ ਨਹੀਂ ਬਦਲਣੀ। ਜ਼ਿੰਦਗੀ ਕਦੋਂ ਬਦਲਣੀ ਹੈ ਕਿ ਗੱਡੀ ਚਾਹੇ ਉਹੀ ਹੈ, ਘਰ ਚਾਹੇ ਉਹੀ ਹੈ, ਪਰ ਮੈਂ ਆਪਣੀ ਆਦਤ ਨੂੰ ਬਦਲ ਲਵਾਂ, ਆਪਣੀ ਸੋਚ ਨੂੰ ਬਦਲ ਲਵਾਂ। ਸਮਝਦੇ ਹੋ ਕਿ ਨਹੀਂ? ਹੁਣ ਇੱਕ ਬੰਦੇ ਨੂੰ ਕ੍ਰੋਧ ਕਰਨ ਦੀ ਆਦਤ ਹੈ, ਗੱਲ ਗੱਲ ਤੇ ਲੜਨ ਦੀ ਆਦਤ ਹੈ, ਫਿਰ ਬੰਦਾ ਕਹਿੰਦਾ ਮੇਰੇ ਘਰ 'ਚ ਸ਼ਾਂਤੀ ਹੈ ਨਹੀਂ, ਮੈਂ ਘਰ ਹੀ ਕੋਈ ਹੋਰ ਲੈਣਾ ਹੈ। ਤਾਂ ਭਾਈ ਤੂੰ ਹੋਰ ਘਰ 'ਚ ਵੀ ਚਲਾ ਜਾ, ਉੱਥੇ ਵੀ ਲੜਾਈ ਹੋਣੀ ਹੈ, ਝਗੜੇ ਹੋਣੇ ਹੈ। ਕਿਉਂਕਿ ਝਗੜਾ ਕਿੱਥੇ ਹੈ? तेरे अंदर क्रोध है, तेरे अंदर अशांति है, वो झगड़े की जड़ है। और जब तक तेरे अंदरली जड़ नहीं बदलेगी उदों तक घर च शांति। इस करके यूअर वर्ल्ड चेंज फ्रॉम इनसाइड नॉट फ्रॉम आउटसाइड। बाहरों कुछ करना कहते तेरी दुनिया नहीं बदलनी, तेरे जीवन च खुशियां नहीं आनियां। तेरे जीवन च खुशियां उदों आनियां जदों तू अपने अंदरों बदलेगा। और अंदरों अंदर की है? अंदर साडियां आदतां है, अंदर साडी करनी है, अंदर साडी सोच है, अंदर साडा विश्वास है कि असीं किहड़ी चीज़ ते विश्वास करदे हां। सानूं अपने रब ते विश्वास है या नहीं? सानूं अपने प्रभु ते यकीन है या नहीं? साडा विश्वास छोटा है या साडा विश्वास बड़ा है? साडी सोच छोटी है या साडी सोच बड़ी है? क्योंकि जिद्दां दी साडी सोच होनी है, जिद्दां दा साडा दिल होना है, जिद्दां दी साडीआं आदतां होणीआं, रब ने देना भी फिर कह दिओ उदां दा ही है। इसलिए चेक करो अपने आप नूं। ਇਹ ਤਾਂ ਕਿਸੇ ਨੇ ਬਾਬਾ ਫਰੀਦ ਨੂੰ ਪੁੱਛਿਆ ਸੀ ਜਾ ਕੇ, ਕਹਿੰਦੇ ਫਰੀਦ ਸਾਈਂ ਮੈਂ ਬਹੁਤ ਕੁਝ ਬੜਾ ਸੋਚਦਾ ਆ ਪਰ ਮਿਲਦਾ ਮੈਨੂੰ ਛੋਟਾ ਆ। ਪਰ ਉਹ ਸਮਝਦੇ ਹੋ ਕਿ ਨਹੀਂ? ਮੈਂ ਸੋਚਦਾ ਬਹੁਤ ਬੜਾ ਹੈ, ਆ ਮਿਲੇ ਆ ਹੋਵੇ, ਪਰ ਮਿਲਦਾ ਬੜਾ ਛੋਟਾ ਹੈ। ਜਰਾ ਹੁਣ ਗੌਰ ਕਰਨ ਵਾਲੀ ਗੱਲ ਹੈ ਇਹ। ਤਾਂ ਬਾਬਾ ਫਰੀਦ ਨੇ ਕਿਹਾ ਕਿ ਇਦਾਂ ਕਰ ਬਈ, ਮੈਂ ਨਾ ਮੇਰਾ ਇੱਕ ਪਿਆਰਾ ਹੈ ਇੱਥੇ, ਬੜਾ ਮੇਰੇ ਨਾਲ ਪਿਆਰ ਕਰਦਾ। ਬਾਬਾ ਫਰੀਦ ਕਹਿੰਦੇ ਆ ਬਰਤਨ ਲੈ ਜਾ, ਤਾਂ ਉਹਨੂੰ ਕਹੇ ਦੁੱਧ ਨਾ ਭਰ ਕੇ ਦੇ ਦੇ ਬਰਤਨ। ਬਾਬਾ ਫਰੀਦ ਨੇ ਇੱਕ ਛੋਟਾ ਜਿਹਾ ਗਲਾਸ ਪਿਆਲਾ ਦੇ ਦਿੱਤਾ ਉਹਨੂੰ। ਸਮਝ ਲਓ ਕਿ ਛੋਟਾ ਜਿਹਾ ਪਿਆਲਾ ਜਿੱਦਾਂ ਕਹਿੰਦੇ 500 ਗ੍ਰਾਮ ਦਾ, ਅੱਧਾ ਕਿਲੋ ਦਾ ਦੇ ਦਿੱਤਾ ਗਲਾਸ। ਕਹਿੰਦੇ ਜਾ ਕੇ ਕੋਈ ਲੈ ਕੇ ਉਹਨੂੰ ਭਰ ਕੇ ਦੇ ਦੇ। ਹੁਣ ਉਹ ਗਿਆ 10-15 ਮਿੰਟ ਬਾਅਦ ਮੁੜ ਕੇ ਆਇਆ, ਗਲਾਸ ਭਰ ਲਿਆ। ਕਿਉਂਕਿ ਬਾਬਾ ਫਰੀਦ ਦਾ ਸੇਵਕ ਸੀ, ਉਹਨਾਂ ਕਿਹਾ ਗੁਰੂ ਨੇ ਦੁੱਧ ਮੰਗਾਇਆ ਤਾਂ ਉਹਦੇ ਘਰ 'ਚ ਮੱਝਾਂ ਸੀ, ਜਿਹਦਾ ਕਹਿੰਦਾ ਡੇਅਰੀ ਫਾਰਮ ਹੁੰਦਾ, ਇਸ ਲਈ ਉਹ ਦੁੱਧ ਵੇਚਣ ਦਾ ਕੰਮ ਕਰਦਾ ਸੀ, ਦੋਜੀ ਸੀ। ਉਹਨੇ ਫਟਾਫਟ ਗਲਾਸ ਦੁੱਧ ਦਾ ਭਰ ਕੇ ਦੇ ਦਿੱਤਾ। ਤਾਂ ਉਸ ਵੇਲੇ ਬਾਬਾ ਫਰੀਦ ਜਦੋਂ ਦੇਖਿਆ ਗਲਾਸ ਲਿਆ ਕੇ ਰੱਖਤਾ, ਬਾਬਾ ਫਰੀਦ ਨੇ ਭਰ ਦਿੱਤਾ। ਕਹਿੰਦਾ ਜੀ ਹਾਂ।
ਕਹਿੰਦੇ ਇਦਾਂ ਕਰ, ਉਹਨੂੰ ਬਾਲਟੀ ਲੈ ਕੇ ਜਾ ਕੇ ਭਰ ਕੇ ਲਿਆ। ਉਹ ਕਮਾਲ ਦੀ ਗੱਲ ਹੈ, ਕਹਿੰਦਾ ਮਾਰੇ ਪਹਿਲਾਂ ਹੀ ਬਾਲਟੀ ਦੇ ਦਿੰਦੇ। ਉਹ ਕਹਿੰਦੇ ਪਹਿਲਾਂ ਜਾ, ਤੂੰ ਜਾ ਕੇ ਲੈ ਕੇ, ਨੇੜੇ ਤਾਂ ਘਰ ਹੈ। ਉਹ ਦੁਬਾਰਾ ਗਿਆ, ਬਾਲਟੀ ਲੈ ਕੇ ਗਿਆ। ਥੋੜੀ ਦੇਰ 'ਚ ਵਾਪਸ ਆਇਆ ਤਾਂ ਬਾਲਟੀ ਭਰ ਕੇ ਲਿਆਇਆ, ਕਿਉਂਕਿ ਉਹਨੂੰ ਗੁਰੂ ਨੇ ਮੰਗਿਆ ਤਾਂ ਸੇਵਕ ਨੇ ਕੋਈ ਇੱਦੀ ਥੋੜੀ ਪਾ ਕੇ ਦੇਣੀ ਹੈ, ਇੰਨੀ ਕਿ ਥੋੜੀ ਪਾ ਕੇ ਦੇਣੀ ਹੈ। ਕਹਿੰਦਾ ਲੈ ਜਾ ਵੀ, ਜਿੰਨਾ ਹੈ ਲੈ ਜਾ। ਉਹਨਾਂ ਦੇ ਤਾਂ ਹੈ, ਬਾਲਟੀ ਭਰ ਲਿਆ। ਫਿਰ ਜਦੋਂ ਆਇਆ ਤਾਂ ਬਾਬਾ ਫਰੀਦ ਨੇ ਨਾ ਇੱਕ ਬਹੁਤ ਬੜਾ ਬਰਤਨ ਦਿੱਤਾ। ਕਹਿੰਦੇ ਚੱਕ ਲੂੰ ਸਿਰ ਤੇ, ਜਾ ਇਹ ਲੈ ਕੇ ਜਾ। ਹੁਣ ਉਹਨੂੰ ਕਹਿੰਦੇ ਦੇ। ਹੁਣ ਜਦੋਂ ਗਿਆ ਉਹ ਤਾਂ ਫਿਰ ਉਹ ਬਰਤਨ ਭਰ ਕੇ ਲਿਆਇਆ, ਬੜੀ ਮੁਸ਼ਕਲ ਸਿਰ ਤੇ ਰੱਖ ਕੇ ਲਿਆਂਦਾ। ਕਹਿੰਦਾ ਮਾਰੇ ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ, ਜੇ ਲਿਆਣਾ ਹੀ ਸੀ ਤਾਂ ਪਹਿਲਾਂ ਹੀ ਵੱਡਾ ਬਰਤਨ ਦੇ ਦਿੰਦੇ। ਪਹਿਲਾਂ ਤੁਸੀਂ ਗਲਾਸ ਦਿੱਤਾ, ਫਿਰ ਤੁਸੀਂ ਬਾਲਟੀ ਦਿੱਤੀ, ਹੁਣ ਐਡਾ ਵੱਡਾ ਡਗਰਾ ਦਿੱਤਾ, ਯਾਨੀ ਐਡਾ ਵੱਡਾ ਬਰਤਨ ਦੇ ਦਿੱਤਾ। ਜੇ ਜ਼ਿਆਦਾ ਲੈਣਾ ਸੀ ਪਹਿਲਾਂ ਹੀ ਬੜਾ ਦੇ ਦਿੰਦੇ। ਤਾਂ ਉਸ ਲਈ ਬਾਬਾ ਫਰੀਦ ਕਹਿੰਦੇ ਬੇਟਾ ਫਿਰ ਤੈਨੂੰ ਸਮਝ ਕਿੱਦਾਂ ਆਣੀ ਸੀ? ਤੂੰ ਵੀ ਕਹਿੰਦਾ ਰੱਬ ਕੋਲੋਂ ਬੜਾ ਮੰਗਦਾ ਆ ਪਰ ਮਿਲਦਾ ਥੋੜਾ ਹੈ। ਉਹ ਕੀ ਕਰੀਏ, ਰੱਬ ਦੇ ਘਰ 'ਚ ਭਰਪੂਰ ਹੈ, ਪਰ ਤੂੰ ਜਿੰਨਾ ਕੁ ਆਪਣੇ ਵਿਸ਼ਵਾਸ ਦਾ ਭਾਂਡਾ ਲੈ ਕੇ ਜਾਣਾ, ਰੱਬ ਨੇ ਉਨਾ ਕੁ ਤੈਨੂੰ ਦੇਣਾ ਹੈ। ਪਹਿਲਾਂ ਤੂੰ ਗਲਾਸ ਲੈ ਕੇ ਗਿਆ ਤਾਂ ਉਹਨਾਂ ਗਲਾਸ ਹੀ ਭਰਿਆ, ਫਿਰ ਤੂੰ ਬਾਲਟੀ ਲੈ ਕੇ ਗਿਆ, ਉਹਨਾਂ ਬਾਲਟੀ ਭਰੀ, ਫਿਰ ਤੂੰ ਵੱਡਾ ਬਰਤਨ ਲੈ ਕੇ ਉਹਨਾਂ ਵੱਡਾ ਭਰਤਾ। ਉੱਥੇ ਕੋਈ ਕਮੀ ਨਹੀਂ ਸੀ। ਔਰ ਸਾਨੂੰ ਪਤਾ ਹੁਣ ਇਸ ਤੋਂ ਵੀ ਬੜਾ ਲੈ ਕੇ ਜਾਏਗਾ ਤਾਂ ਉਹਨੇ ਇਸ ਤੋਂ ਬੜੇ ਨੂੰ ਭਰ ਦੇਣਾ ਹੈ। ਉਹ ਇੱਦਾਂ ਹੀ ਰੱਬ ਦਾ ਦਰ ਹੈ, ਰੱਬ ਦਾ ਘਰ ਹੈ। ਬੰਦਾ ਪਾਣਾ ਬੜਾ ਚਾਹੁੰਦਾ ਹੈ ਪਰ ਉਹਦੀ ਸੋਚ ਬੜੀ ਛੋਟੀ ਹੈ, ਉਹਦਾ ਦਿਲ ਬੜਾ ਛੋਟਾ ਹੈ, ਉਹਦਾ ਵਿਸ਼ਵਾਸ ਬੜਾ ਛੋਟਾ ਹੈ। ਜੇ ਸੋਚ ਛੋਟੀ, ਵਿਸ਼ਵਾਸ ਛੋਟਾ, ਦਿਲ ਛੋਟਾ ਤਾਂ ਰੱਬ ਦੇਗਾ ਕਿੱਥੇ? ਕਿਉਂਕਿ ਲੈਣ ਵਾਲੀਆਂ ਤਾਂ ਇਹੀ ਚੀਜ਼ਾਂ ਹੈ ਨਾ। ਬੋਲੋ ਸਮਝਦੇ ਹੋ ਕਿ ਨਹੀਂ? ਹੁਣ ਤੁਸੀਂ ਬੜਾ ਪਾਣਾ ਚਾਹੁੰਦੇ ਹੋ ਜਾਂ ਛੋਟਾ ਹੀ ਪਾਣਾ ਚਾਹੁੰਦੇ ਹੋ? ਜਵਾਬ ਦੇ ਦਿਓ ਸਾਨੂੰ। ਆਵਾਜ਼ ਘੱਟ ਆਈ ਹੈ। ਤਾਂ ਹੁਣ ਜੇ ਬੜਾ ਪਾਣਾ ਹੈ ਤਾਂ ਰੱਬ ਦੇ ਘਰ ਕੋਈ ਕਮੀ ਨਹੀਂ ਹੈ। ਕਹਿੰਦੇ ਤੇਰੇ ਭਰੇ ਹੋਏ ਭੰਡਾਰ ਖਿੜੀ ਗੁਲਜ਼ਾਰ ਕਦੀ ਮੁਰਝਾਵੇ ਨਾ। ਉਹਦੇ ਘਰ 'ਚ ਕੋਈ ਕਮੀ ਨਹੀਂ ਹੈ। ਗੁਰਬਾਣੀ ਵੀ ਇਹੀ ਦੱਸਦੀ ਹੈ ਕਿ ਦਿੰਦਾ ਦੇ ਲੈਂਦੇ ਥਕ ਪਾਹੀ ਜੁਗਾ ਜੁਗੰਤਰ ਖਾਹੀ ਖਾਹੀ। ਜਾਂ ਦੂਜੀ ਗੱਲ ਗੁਰੂਆਂ ਨੇ ਬਾਕ ਬੜੇ ਪਿਆਰੇ ਕਹੇ ਹੈ ਕਿ ਜੇ ਵੱਡ ਆਪ ਤੇ ਵੱਡ ਤੇਰੀ ਦਾਤ। ਕਿ ਜਿੱਡਾ ਵੱਡਾ ਉਹ ਦਾਤਾ ਪਰਮਾਤਮਾ ਆਪ ਹੈ ਨਾ, ਏਡੀਆਂ ਵੱਡੀਆਂ ਉਹਦੀਆਂ ਕਹਿ ਦਿਓ ਦਾਤਾ ਵੀ ਹੈ। ਹੁਣ ਜਰਾ ਇੱਕ ਗੱਲ ਦੱਸੋ, ਉਹ ਪਰਮਾਤਮਾ ਦਾ ਕੋਈ ਅੰਤ ਹੈ? ਉਹਦੀਆਂ ਰਹਿਮਤਾਂ ਦਾ ਕੋਈ ਅੰਤ ਹੈ? ਤਾਂ ਫਿਰ ਕਮੀ ਕਿਉਂ ਹੈ? ਫਿਰ ਸਾਨੂੰ ਕਿਉਂ ਥੋੜਾ ਮਿਲਦਾ ਹੈ? ਉਹ ਜੇ ਸਾਨੂੰ ਥੋੜਾ ਮਿਲਦਾ ਹੈ ਤਾਂ ਕਮੀ ਦਾਤੇ ਵੱਲ ਨਹੀਂ ਹੈ, ਕਮੀ ਸਾਡੀ ਸੋਚ ਵਿੱਚ ਹੈ, ਕਮੀ ਸਾਡੇ ਵਿਸ਼ਵਾਸ ਵਿੱਚ ਹੈ, ਕਮੀ ਸਾਡੇ। ਹੁਣ ਚਿੜੀ ਕਿ ਜਿੰਨਾ ਦਿਲ ਲੈ ਕੇ ਜਾਂਦੇ, ਕਹਿੰਦੇ ਰੱਬਾ ਭਰ ਦੇ, ਰੱਬ ਨੇ ਕਹਿੰਦਾ ਲੈ ਜਾ, ਕਿਉਂਕਿ ਚਿੜੀ ਇੱਕ ਦਾਣੇ ਲੈ ਕੇ ਜਾ ਸਕਦੀ, ਲੈ ਜਾ, ਕਿੰਨਾ ਕੁ ਲੈ ਜਾਣਾ ਹੈ? ਹੁਣ ਜਰਾ ਚੈੱਕ ਕਰੋ ਤੁਹਾਡੇ ਦਿਲ ਕਿੰਨੇ ਗਏ। ਬੋਲੋ ਸਮਝਦੇ ਹੋ ਕਿ ਨਹੀਂ? ਹੁਣ ਦਿਲ ਕਿੰਨਾ, ਦਿਲ ਤਾਂ ਬੰਦੇ ਏਦਾਂ ਬੜੀ ਜਲਦੀ ਡਰ ਜਾਂਦਾ, ਹਾਏ ਕਿਤੇ ਏਦਾਂ ਨਾ ਹੋ ਜਾਵੇ। ਉਹ ਜਿਹੜੇ ਰੱਬ ਨਾਲ ਪਿਆਰ ਕਰਨ ਵਾਲੇ, ਉਹਨਾਂ ਦਾ ਦਿਲ ਏਡਾ ਵੱਡਾ ਹੁੰਦਾ, ਬੇਪਰਵਾਹ ਹੁੰਦੇ, ਉਹ ਕਹਿੰਦੇ ਚਿੰਤਾ ਹੀ ਕੋਈ ਨਹੀਂ। ਜੇ ਮੇਰਾ ਮਾਲਿਕ ਮੇਰੇ ਨਾਲ ਹੈ ਤਾਂ ਨਾ ਮੈਨੂੰ ਕੋਈ ਡਰ ਹੈ, ਨਾ ਚਿੰਤਾ, ਤਾਂ ਨਾ ਹੀ ਉਹਦੇ ਹੁੰਦਿਆਂ ਕੋਈ ਕਮੀ ਆ ਸਕਦੀ ਹੈ। ਜਰਾ ਗੌਰ ਕਰੋ, ਸੋਚ ਕਿੱਦਾਂ ਦੀ ਹੈ ਬੰਦੇ ਦੀ, ਜਰਾ ਸੋਚ ਕੇ ਦੇਖੋ। ਸੋਚ ਵੀ ਬੰਦੇ ਦੀ ਛੋਟੀ ਹੈ, ਛੋਟੀ ਹੁੰਦੀ ਹੈ ਕਿ ਨਹੀਂ? ਤਾਂ ਹੀ ਤਾਂ ਕੋਈ ਹੱਸਦਾ ਹੈ ਤਾਂ ਬੰਦੇ ਨੂੰ ਖਿਝ ਆਉਂਦੀ ਹੈ ਕਿ ਉਹ ਹੱਸੀ ਜਾਂਦਾ ਹੈ, ਮੈਂ ਰੋਂਦਾ ਇਹ ਹੱਸੀ ਜਾਂਦਾ। ਭਾਈ ਤੈਨੂੰ ਕਿੱਦਾਂ ਖੁਸ਼ੀ ਮਿਲੀ? ਸੋਚ ਬੜੀ ਰੱਖ ਕਿ ਰੱਬਾ ਇਹਨੂੰ ਹੋਰ ਖੁਸ਼ੀਆਂ ਦੇ, ਇਹਦੇ ਕੰਮ 'ਚ ਹੋਰ ਬਰਕਤਾਂ ਪਾ। ਕਿਉਂਕਿ ਜਿਹਨਾਂ ਦੀ ਸੋਚ ਬੜੀ ਹੁੰਦੀ ਉਹ ਕਦੀ ਛੋਟਾ ਸੋਚਦੇ ਨਹੀਂ ਹੈ। ਜਦੋਂ ਅਸੀਂ ਕਿਸੇ ਬਾਰੇ ਬੁਰਾ ਸੋਚਦੇ ਹਾਂ, ਕਿਸੇ ਬਾਰੇ ਬੁਰੇ ਖਿਆਲ ਰੱਖਦੇ ਹਾਂ, ਕਿਸੇ ਦੀ ਨਿੰਦਿਆ ਕਰਦੇ ਹਾਂ, ਕਿਸੇ ਨਾਲ ਨਫ਼ਰਤ ਕਰਦੇ ਹਾਂ, ਕਿਸੇ ਨੂੰ ਗਾਲੀ ਦਿੰਦੇ ਹਾਂ, ਤਾਂ ਸਮਝ ਲਓ ਸਾਡੀ ਸੋਚ ਬੜੀ ਕਹਿ ਦਿਓ ਛੋਟੀ ਹੈ। ਤਾਂ ਜੇ ਸੋਚ ਛੋਟੀ ਹੈ ਤਾਂ ਜਿੰਨਾ ਮਰਜ਼ੀ ਬੜਾ ਮੰਗੀ ਜਾਈਏ, ਮਿਲਣਾ ਤਾਂ ਉਹਨਾਂ ਕੇ ਜਿੰਨੀ ਕਿ ਸਾਡੀ ਕਹਿ ਦਿਓ। ਹੁਣ ਸੋ ਜ਼ਿਆਦਾ ਪਾਣਾ ਤਾਂ ਅੱਜ ਕੀ ਕਰਨਾ, ਆਪਣੀ ਸੋਚ ਨੂੰ ਕਹਿ ਦਿਓ ਬੜਾ ਕਰਨਾ ਹੈ। ਔਰ ਬੜੀ ਸੋਚ ਜਿਹਨਾਂ ਦੀ ਹੁੰਦੀ ਨਾ, ਉਹ ਕਿਸੇ ਦਾ ਕਦੀ ਮਾੜਾ ਨਹੀਂ ਮੰਗਦੇ, ਕਿਸੇ ਬਾਰੇ ਕਦੀ ਮਾੜਾ ਨਹੀਂ ਸੋਚਦੇ, ਉਹ ਹਮੇਸ਼ਾ ਚੰਗਾ ਹੀ ਸੋਚਦੇ ਆ, ਭਲਾ ਹੀ ਸੋਚਦੇ ਆ। ਉਹ ਸਦਾ ਆਪਣੇ ਮਾਲਿਕ ਤੇ ਵਿਸ਼ਵਾਸ ਰੱਖਦੇ, ਕਿਉਂਕਿ ਉਹਨਾਂ ਦਾ ਵਿਸ਼ਵਾਸ ਬਹੁਤ ਬੜਾ ਹੁੰਦਾ ਹੈ। ਉਹ ਚਿੰਤਾ ਨਹੀਂ ਕਰਦੇ, ਫਿਰ ਉਹ ਫਿਕਰ ਨਹੀਂ ਕਰਦੇ, ਕਿਉਂਕਿ ਜਿਨ੍ਹਾਂ ਦਾ ਵਿਸ਼ਵਾਸ ਬੜਾ ਹੁੰਦਾ ਹੈ ਉਹ ਫਿਰ ਬਣਦੇ ਵੀ ਬੜੇ ਹੈ, ਪਾਉਂਦੇ ਵੀ ਬੜਾ ਹੈ। ਕਿਉਂਕਿ ਫਿਰ ਕਹਾਂਗੇ ਕਿ ਜਿੱਡਾ ਬਰਤਨ ਹੈ ਦਾਤੇ ਨੇ ਸਾਨੂੰ ਉਨਾ ਹੀ ਦੇਣਾ ਹੈ, ਕਿਉਂਕਿ ਬਰਤਨ ਤੋਂ ਵਾਧੂ ਪਾਵਾਂਗੇ ਤਾਂ ਸੰਭਾਲਾਂਗੇ ਕਿੱਥੋਂ? ਬੋਲੋ ਸਮਝਦੇ ਹੋ ਕਿ ਨਹੀਂ? ਹੁਣ ਤੁਹਾਡਾ ਸਰੀਰ, ਹੁਣ ਏਦਾਂ ਗੱਲ ਕਰ ਲਈਏ ਕਿ ਬੰਦੇ ਦਾ ਕੱਦ ਹੈਗਾ 5 ਫੁੱਟ ਦਾ, ਟੇਲਰ ਕੋਲ ਜਾਵੇ ਤਾਂ ਟੇਲਰ ਕੱਪੜਾ ਸੀ ਦੇਵੇ 10 ਫੁੱਟ ਦਾ, ਤਾਂ ਫਿਰ ਤਾਂ ਬੰਦੇ ਨਾਲ ਝੋਲਾ ਜਿਹਾ ਏਦਾਂ ਲੰਮਕਦਾ ਫਿਰਨਾ। ਉਹ ਕਹਿੰਦਾ ਸੰਭਾਲੇਗਾ ਕਿੱਥੇ ਭਾਈ? ਤੂੰ ਜਿੰਨਾ ਤੇਰੀ ਬਾਡੀ ਹੈ, ਹਾਈਟ ਹੈ, ਤੈਨੂੰ ਸਾਈਜ਼ ਵੀ ਉਨਾ ਹੀ ਦੇਣਾ। ਮੈਂ ਸਮਝ ਆ ਰਹੀ ਹੈ ਕਿ ਨਹੀਂ? ਹੁਣ ਰੱਬ ਵੀ ਦੇਖਦਾ, ਰਹਿਮਤਾਂ ਉਨੀਆਂ ਕਿ ਦੇਣੀਆਂ ਜਿੰਨੇ ਕਿ ਬੰਦੇ ਦਾ ਵਿਸ਼ਵਾਸ ਦਾ ਸਾਈਜ਼ ਹੈ, ਕਿ ਇੱਥੇ ਫਿੱਟ ਹੋਵੇ, ਇਹ ਐਵੇਂ ਨਾ ਢਿਲਕਦਾ ਫਿਰੇ। ਸਮਝਦੇ ਹੋ ਕਿ ਨਹੀਂ? ਇਸ ਲਈ ਆਪਣੇ ਵਿਸ਼ਵਾਸ ਨੂੰ ਬੜਾ ਕਰੀਏ। ਕਿਹਨੂੰ ਬੜਾ ਕਰਨਾ ਹੈ? ਤਾਂ ਹੀ ਤਾਂ ਅਸੀਂ ਹਰ ਸਤਸੰਗ 'ਚ ਕਹੀਦਾ ਹੈ ਕਿ ਗੱਲ ਕਿਹਾ ਕਰੋ ਕਿ ਮੈਨੂੰ ਆਪਣੇ ਮਾਲਿਕ ਤੇ ਬੜਾ, ਮੈਨੂੰ ਆਪਣੇ ਮਾਲਿਕ ਤੇ ਬੜਾ
ਮੈਨੂੰ ਆਪਣੇ ਮਾਲਿਕ ਤੇ ਬੜਾ, ਕਿਉਂਕਿ ਜਦੋਂ ਅਸੀਂ ਇਹ ਕਹਿੰਦੇ ਨਾ ਬੜਾ ਵਿਸ਼ਵਾਸ, ਤਾਂ ਸਾਡਾ ਵਿਸ਼ਵਾਸ ਦਾ ਕੱਦ ਬੜਾ ਹੋਣਾ, ਕਿਉਂਕਿ ਸੋਚ ਨਾਲ ਹੀ ਤਾਂ ਫਰਕ ਪੈਂਦਾ ਹੈ। ਜਿੱਦਾਂ ਅਸੀਂ ਸ਼੍ਰੀ ਕ੍ਰਿਸ਼ਨ ਦੇ ਜੀਵਨ ਦੀ ਕਹਾਣੀ ਦੱਸੀ ਦੀ ਹੈ। ਇੱਕ ਵਾਰ ਨਾ ਸ਼੍ਰੀ ਕ੍ਰਿਸ਼ਨ ਤੇ ਬਲਰਾਮ, ਇਹ ਕਹਾਣੀ ਸਾਨੂੰ ਗਿਆਨ ਦੇਣ ਵਾਸਤੇ ਨਾ ਬੜੀ ਪਿਆਰੀ ਹੈ, ਜਰਾ ਸਮਝਣਾ ਇਸ ਨੂੰ। ਕਿ ਇੱਕ ਦਿਨ ਸ਼੍ਰੀ ਕ੍ਰਿਸ਼ਨ ਤੇ ਬਲਰਾਮ ਯਾਤਰਾ ਕਰ ਰਹੇ ਸੀ। ਯਾਤਰਾ ਕਰਦੇ ਕਰਦੇ ਇੱਕ ਜੰਗਲ ਦੇ ਵਿੱਚ ਦੀ ਗੁਜ਼ਰਨਾ ਹੋਇਆ ਤਾਂ ਸ਼ਾਮ ਹੋ ਗਈ। ਤਾਂ ਬਲਰਾਮ ਨੇ ਕਿਹਾ ਕਿ ਕ੍ਰਿਸ਼ਨ, ਹੁਣ ਰਾਤ ਇੱਥੇ ਹੀ ਰੁਕਦੇ ਆ, ਇੱਥੇ ਹੀ ਅੱਜ ਦੀ ਰਾਤ ਗੁਜ਼ਾਰਦੇ, ਕਿਉਂਕਿ ਜੰਗਲ ਦਾ ਮਾਮਲਾ ਹੈ, ਆ ਪੇੜ ਸੁਰੱਖਿਅਤ ਹੈ, ਇਹਦੇ ਥੱਲੇ ਵਿਸ਼ਰਾਮ ਕਰਦੇ, ਬਾਕੀ ਸਫ਼ਰ ਸਵੇਰੇ ਕਰਾਂਗੇ। ਸ਼੍ਰੀ ਕ੍ਰਿਸ਼ਨ ਨੇ ਕਿਹਾ ਠੀਕ ਹੈ। ਭਰਾਤਾ ਦੀ ਗੱਲ ਮੰਨੀ। ਔਰ ਫਿਰ ਫੈਸਲਾ ਕੀ ਹੋਇਆ? ਬਲਰਾਮ ਨੇ ਕਿਹਾ ਕਿ ਜੰਗਲ ਦਾ ਮਾਮਲਾ ਹੈ, ਇਦਾਂ ਕਰਦੇ ਅੱਧੀ ਰਾਤ ਪਹਿਲਾਂ ਤੂੰ ਸੌ ਜਾ, ਮੈਂ ਪਹਿਰਾ ਦਿੰਦਾ, ਬਾਅਦ ਚੋਂ ਮੈਂ ਸੌ ਜਾਊਂ, ਤੂੰ ਪਹਿਰਾ ਦੇ ਲਈ। ਸ਼੍ਰੀ ਕ੍ਰਿਸ਼ਨ ਕਹਿੰਦੇ ਠੀਕ ਹੈ। ਹੁਣ ਸ਼੍ਰੀ ਕ੍ਰਿਸ਼ਨ ਪੇੜ ਦੇ ਥੱਲੇ ਲੇਟ ਗਏ। ਲੇਟਦੇ ਹੀ ਅੱਖਾਂ ਬੰਦ ਹੋਈਆਂ, ਨੀਂਦ ਆ ਗਈ। ਇੱਧਰ ਬਲਰਾਮ ਬੈਠ ਕੇ ਪਹਿਰਾ ਦੇ ਰਿਹਾ ਹੈ। ਤਾਂ ਜਦੋਂ ਹੁਣ ਪਹਿਰਾ ਦੇ ਰਿਹਾ ਹੈ ਬਲਰਾਮ, ਤਾਂ ਅਚਾਨਕ ਉਹਦੇ ਕੰਨਾਂ 'ਚ ਇੱਕ ਹੱਸੀ ਦੀ ਆਵਾਜ਼ ਪਈ। ਕੋਈ ਹੱਸ ਰਿਹਾ ਹੈ। ਹੱਸੀ ਤੋਂ ਪਤਾ ਲੱਗ ਗਿਆ ਕੋਈ ਰਾਖਸ਼ ਹੈ, ਇਹ ਕੋਈ ਰਾਖਸ਼ ਹੈ। ਤਾਂ ਦੇਖਿਆ ਕਿ ਸਾਹਮਣੇ ਨਾ ਇੱਕ 5 ਫੁੱਟ, ਯਾਨੀ 5 ਫੁੱਟ ਹਾਈਟ ਬਲਰਾਮ ਦੇ ਸਾਹਮਣੇ ਬੜੀ ਛੋਟੀ ਸੀ। ਜਰਾ ਸਮਝਣਾ, ਜਿੱਦਾਂ ਕਹੋ ਨਾ 6 ਫੁੱਟ ਦੇ ਬੰਦੇ ਸਾਹਮਣੇ ਤੋਂ 5 ਫੁੱਟ ਦਾ ਖੜ ਜਾ, ਬੰਦਾ ਕਹਿੰਦਾ ਮੇਰੇ ਤੋਂ ਛੋਟਾ ਹੀ ਹੈ। ਉਹ 5 ਫੁੱਟ ਦਾ ਰਾਖਸ਼ ਆ ਕੇ ਸਾਹਮਣੇ ਆ ਗਿਆ। ਔਰ ਰਾਖਸ਼ ਦੇ ਹੱਥ 'ਚ ਗਦਾ ਹੈ, ਬਲਰਾਮ ਸਾਹਮਣੇ ਹੈ। ਤਾਂ ਜਦੋਂ ਰਾਖਸ਼ ਨੇ ਕਿਹਾ ਇਹ ਜਗ੍ਹਾ ਮੇਰੀ ਹੈ, ਇਹ ਬ੍ਰਿਕਸ਼ ਮੇਰਾ ਹੈ, ਤੁਸੀਂ ਇੱਥੇ ਕੀ ਕਰਦੇ ਆ? ਉੱਠੋ ਇੱਥੋਂ, ਦੌੜੋ, ਨਹੀਂ ਤਾਂ ਮੈਂ ਤੁਹਾਨੂੰ ਖਾ ਜਾਣਾ। ਤਾਂ ਬਲਰਾਮ ਨੂੰ ਕ੍ਰੋਧ ਆ ਗਿਆ ਕਿ ਪਿੱਦੀ ਜਿਹਾ ਰਾਖਸ਼ ਮੇਰੇ ਸਾਹਮਣੇ ਛੋਟਾ ਜਿਹਾ ਮੈਨੂੰ ਧਮਕੀ ਦੇ ਰਿਹਾ ਕਿ ਦੌੜੋ ਇੱਥੋਂ, ਛੱਡੋ ਮੇਰੀ ਜਗ੍ਹਾ। ਕਰ ਦਿਓ ਸੈੱਟ, ਕੱਲ ਵਾਲਾ ਕੰਮ ਨਾ ਕਰਿਓ। ਹੁਣ ਤਾਂ ਕੱਲ ਨੂੰ ਸਤਸੰਗ ਵੀ ਹੈ ਨਹੀਂ ਜਿਹੜਾ ਆਪਾਂ ਅੱਜ ਦਾ ਪਾਠ ਕੱਲ ਨੂੰ ਕਰੀਏ। ਕਰ ਦਿਓ ਸੈਟਿੰਗ, ਕਰ ਦਿਓ। ਜੈ ਮਾਲਕਾਂ ਦੀ। ਆਵਾਜ਼ ਆ ਰਹੀ ਹੈ ਸਾਰਿਆਂ ਨੂੰ? ਪਿੱਛੇ ਤੱਕ ਆ ਰਹੀ ਹੈ? ਉਹ ਪਿੱਛੇ ਬੈਠਿਆਂ ਨੂੰ ਪਤਾ ਲੱਗ ਰਿਹਾ ਕੀ ਬੋਲ ਰਹੇ? ਥੋੜੀ ਜਿਹੀ ਬੜੀ ਕਰੋ ਫੇਰ ਸੋਚ ਨੂੰ। ਠੀਕ ਹੈ, ਕੋਈ ਨਹੀਂ ਕੋਈ ਨਹੀਂ। ਜਨਰੇਟਰ ਹੈ ਕਿ ਨਹੀਂ? ਚਲੋ ਵਧੀਆ ਵਧੀਆ, ਬਹੁਤ ਵਧੀਆ। जय मालका दी। आ गई आवाज? फिर ठीक है। सो बलराम ने कहा कि छोटा जिहा राक्षस, छोटे ਜਿਹੇ ਕੱਦ ਦਾ ਰਾਖਸ਼ ਮੈਨੂੰ ਡਰਾ ਰਿਹਾ ਹੈ। ਬਲਰਾਮ ਨੂੰ ਗੁੱਸਾ ਆ ਗਿਆ। ਬਲਰਾਮ ਨੂੰ ਜਦੋਂ ਗੁੱਸਾ ਆਇਆ, ਕਹਿੰਦੇ ਤੂੰ ਕੌਣ ਹੁੰਦਾ ਸਾਨੂੰ ਕਹਿਣ ਵਾਲਾ? ਨਹੀਂ ਜਾਂਦੇ, ਕਰ ਲੈ ਕੀ ਕਰਨਾ। ਜਿੱਦਾਂ ਬਲਰਾਮ ਨੇ ਗੁੱਸੇ ਨਾਲ ਬੋਲਿਆ, ਰਾਖਸ਼ ਦਾ ਕੱਦ ਬੜਾ ਹੋ ਗਿਆ। 5 ਫੁੱਟ ਦਾ ਕੱਦ 6 ਫੁੱਟ ਦਾ ਹੋ ਗਿਆ। ਬਲਰਾਮ ਦੇਖ ਕੇ ਹੈਰਾਨ ਕਿ ਇਹ 5 ਫੁੱਟ ਦਾ 6 ਫੁੱਟ ਦਾ ਹੋ ਗਿਆ। ਪਰ ਹੁਣ ਹਲੇ ਫਿਰ ਵੀ ਮੁਕਾਬਲਾ ਬਰਾਬਰੀ ਦਾ ਸੀ, ਕੀ ਡਰਨਾ। ਬਲਰਾਮ ਨੇ ਫਿਰ ਗੁੱਸੇ ਨੇ ਕਿਹਾ। ਜਦੋਂ ਹੀ ਬਲਰਾਮ ਗੁੱਸਾ ਕਰਦਾ, ਉਹਦਾ ਕੱਦ ਹੋਰ ਬੜਾ ਹੋ ਗਿਆ। ਜਦੋਂ ਕੱਦ ਬੜਾ ਹੋਇਆ ਤਾਂ ਹੁਣ ਬਲਰਾਮ ਦੇ ਮਨ 'ਚ ਡਰ ਪੈਦਾ ਹੋਇਆ ਥੋੜਾ ਜਿਹਾ ਕਿ ਭਾਈ ਇਹ ਤਾਂ ਕੋਈ ਖਤਰਨਾਕ ਚੀਜ਼ ਹੈ ਜਿਹੜੀ ਵਧੀ ਜਾਂਦੀ ਹੈ। ਹੁਣ ਜਦੋਂ ਡਰ ਪੈਦਾ ਹੋਇਆ ਤਾਂ ਉਹ ਰਾਖਸ਼ ਦੁੱਗਣੀ ਗਤੀ ਨਾਲ ਵਧਣ ਲੱਗ ਪਿਆ। ਸਮਝ ਲਓ 6 ਫੁੱਟ ਦਾ ਸੀ, 12 ਦਾ ਹੋ ਗਿਆ। ਹੋਰ ਡਰਿਆ ਬਲਰਾਮ, 12 ਤੋਂ 24 ਦਾ ਹੋ ਗਿਆ। ਔਰ ਆਖਰ ਜਦੋਂ 24 ਦਾ ਹੋਇਆ, ਉਹ ਨਾ ਬਲਰਾਮ ਦੇ ਚਪੇੜ ਮਾਰੀ, ਬਲਰਾਮ ਬੇਹੋਸ਼ ਹੋ ਕੇ ਡਿੱਗ ਪਿਆ। ਬਲਰਾਮ ਬੇਹੋਸ਼ ਹੋ ਕੇ ਡਿੱਗ ਗਿਆ ਤਾਂ ਰਾਖਸ਼ ਉਤੋਂ ਗਾਇਬ ਹੋ ਗਿਆ। ਇੱਧਰ ਅੱਧੀ ਰਾਤ ਨੂੰ ਸ਼੍ਰੀ ਕ੍ਰਿਸ਼ਨ ਦੀ ਅੱਖ ਖੁੱਲੀ, ਦੇਖਿਆ ਕਿ ਬਲਰਾਮ ਨਜ਼ਰ ਨਹੀਂ ਆ ਰਿਹਾ, ਕੋਲ ਹੀ ਲੰਮਾ ਪਿਆ ਬਲਰਾਮ। ਉਹ ਕਹਿੰਦੇ ਪਹਿਲੇ ਹੀ ਸੌਂ ਗਿਆ ਮੇਰੇ ਤੋਂ, ਇਹ ਤਾਂ ਕਹਿੰਦਾ ਪਹਿਰਾ ਦੇਣਾ ਹੈ। ਉਠਾਇਆ, ਜਦੋਂ ਦੇਖਿਆ ਪਰ ਬਲਰਾਮ ਤਾਂ ਬੇਹੋਸ਼ ਹੈ। ਸ਼੍ਰੀ ਕ੍ਰਿਸ਼ਨ ਕਹਿੰਦੇ ਕੋਈ ਨਹੀਂ, ਟਿਕਿਆ ਰਹਿਣ ਦਿਓ ਇਹਨਾਂ ਨੂੰ, ਹੁਣ ਮੈਂ ਪਹਿਰਾ ਦਿੰਦਾ ਹਾਂ। ਹੁਣ ਕੀ ਹੋਇਆ ਕਿ ਸ਼੍ਰੀ ਕ੍ਰਿਸ਼ਨ ਉੱਠੇ ਪਹਿਰਾ ਦੇਣ ਵਾਸਤੇ। ਹੁਣ ਉਹਨਾਂ ਦੇ ਸਾਹਮਣੇ ਫਿਰ ਉਹੀ ਰਾਖਸ਼ ਜੋ 24 ਫੁੱਟ ਦਾ ਸੀ ਸਾਹਮਣੇ ਆ ਗਿਆ। ਜਦੋਂ 24 ਫੁੱਟ ਦਾ ਰਾਖਸ਼ ਸਾਹਮਣੇ ਆਇਆ ਔਰ ਆ ਕੇ ਉਹਨੇ ਰਾਖਸ਼ ਨੇ ਸ਼੍ਰੀ ਕ੍ਰਿਸ਼ਨ ਨੂੰ ਕਿਹਾ ਇਹ ਮੇਰਾ ਪੇੜ ਹੈ, ਮੇਰੀ ਜਗ੍ਹਾ ਹੈ, ਤੁਸੀਂ ਇੱਥੇ ਕਿੱਦਾਂ ਆਰਾਮ ਕਰ ਰਹੇ ਹੋ? ਇੱਥੋਂ ਚਲੋ, ਨਹੀਂ ਤਾਂ ਮੈਂ ਖਾ ਜਾਣਾ। ਤਾਂ ਸ਼੍ਰੀ ਕ੍ਰਿਸ਼ਨ ਕਹਿੰਦੇ ਅੱਛਾ, ਮੁਸਕਰਾ ਕੇ ਗਿਆ, ਡਰ ਕੇ ਨਹੀਂ, ਕ੍ਰੋਧ ਨਾਲ ਨਹੀਂ। ਕਹਿੰਦੇ ਅੱਛਾ ਤੂੰ ਖਾ ਜਾਣਾ, ਤੇ 'ਚ ਹੈ ਹਿੰਮਤ, ਚਲਾ ਖਾ ਕੇ ਦਿਖਾ। ਜਦੋਂ ਹੱਸ ਕੇ ਗਿਆ ਨਾ ਖਾ ਕੇ ਦਿਖਾ, ਮੁਸਕਰਾ ਕੇ ਗਿਆ ਤਾਂ ਰਾਖਸ਼ ਦਾ ਕੱਦ ਛੋਟਾ ਹੋ ਗਿਆ। ਤਾਂ ਸ਼੍ਰੀ ਕ੍ਰਿਸ਼ਨ ਫਿਰ ਹੱਸੇ। ਉਹ ਕਹਿੰਦੇ ਲੈ ਤੂੰ ਤਾਂ 24 ਫੁੱਟ ਦਾ ਸੀ, ਆਹ ਤਾਂ 12 ਫੁੱਟ ਦਾ ਰਹਿ ਗਿਆ, ਤੂੰ ਹੈ ਖਾ ਲੇਗਾ ਮੈਨੂੰ? ਆ ਜਾ ਆ ਜਾ ਆ ਜਾ। ਹੁਣ ਜਦੋਂ ਫਿਰ ਗਿਆ ਉਹ 6 ਫੁੱਟ ਦਾ ਹੋ ਗਿਆ। ਕਹਿੰਦੇ ਲੈ ਉਹ 6 ਫੁੱਟ ਦਾ ਰਹਿ ਗਿਆ, ਹੋਰ ਆ ਜਲਦੀ ਆ, ਉਹ 3 ਫੁੱਟ ਦਾ ਹੋ ਗਿਆ।
फिर उन्हें फिर सद्दा दिता, वो कहते आ जा, हिम्मत है तो खा। हस के मुस्कुरा के कह रहे हैं। आखिर वो राक्षस 3 फुट तो 1.5 फुट का हो गया। उन्होंने फिर देखा निक्के जे नूं चक्या, कहते खा ला यार, हुण तां खा ला, हत्थ दे मेरे। वो इन्ना को हो गया, इन्हें चक्या, जरा गौर करना, चक्या कोल ही एक डब्बी जी सी ना, इन्हें डब्बी च बंद करके रख लिया और पहरा देन लग गए। इधर सवेर नूं बलराम नूं होश आई। श्री कृष्ण कहते भ्राता की गल बड़ी जल्दी सौ गए? कहते सुत्ता कित्थे भाई, राती राक्षस आया सी, कद वधी जांदा सी, एक चपेड़ मारी मैं तो बेहोश हो गया सी, तेनू तो नहीं आया नजर? कहते किहड़ा राक्षस? कहते बड़ा भयंकर राक्षस सी, एक थप्पड़ नाल ही मैनूं बेहोश कर दिता। श्री कृष्ण ने डब्बी कड्डी, कहते आ तो नहीं सी किते? वो कहते आ ये तो छोटा जिहा बनाता है, किदां हो गया, तो बड़ा उच्चा लंबा सी। तो श्री कृष्ण कहते भ्राता यही तो गल समझण वाली है, यही तो गल समझण वाली है। ये राक्षस की शक्ति किदां वधदी है? ये राक्षस की शक्ति वधदी है क्रोध नाल, चिंता करन नाल, डरन नाल। जिन्ना असीं डरी जाना है, जिन्ना क्रोध करी जाना, इसकी शक्ति वधी जानी है। तो जिन्ना असीं मुस्कुरा के कहना आ जा, हिम्मत है तो, क्योंकि तेनू नहीं पता साडे अंदर किहड़ी शक्ति बैठी है। जदों असीं खुशी नाल इहनूं बुलाना है तो इसकी शक्ति। एक कहानी सानू ज्ञान देने वास्ते बनाई गई है। की ज्ञान मिलता है कि साडे जीवन च भी अगर दुखों के, मुसीबतों के, परेशानियों के राक्षस आते हैं ना, जिन्ना असीं डरदे हां, गुस्सा करदे, क्यों आ गया ये दुख, क्यों आया, काहते आया, हाय किते मेरी जान ना ले लावे, उदों दुख बदना शुरू हो जाता, दुख बड़ा लगना शुरू हो जाता कि दुख बहुत बड़ा है। पर जे इंसान अपने अंदर बैठी शक्ति ते विश्वास करे और सदा देवे, बीमारी है ये बीमारी ने मेरा की बिगाड़ना, क्योंकि मैनू बनाने वाला परम शक्तिशाली परमात्मा मेरे अंदर बैठा है। आ कर ले जो करना है, मैं नहीं डरदा ते तो तुसीं देखोगे बीमारी छोटी हुंदी चली जाएगी। कोई तुहाडे जीवन च परेशानी आवे, कोई तुहाडे जीवन च बड़ा दुख आवे या बड़ा काम होवे ना, कोई जिदा बंदा कहता बहुत मुश्किल काम है, कहते डरो ना, क्रोध ना करो, गुस्सा ना करो, चिंता ना करो, क्योंकि तुहाडीआं चिंतावां, तुहाडे क्रोध, तुहाडा डर उहनूं एक रस्सी नूं भी सप बना दिंदा है। क्योंकि जिहदे अंदर डर है ना, वो रस्सी नूं देख के भी सप समझ के चीकां मारदा है। तो जिहदे अंदर हिम्मत है, हौसला है, विश्वास है, वो कोबरा वर्गे सप नूं भी पकड़ के पटारी च बंद कर दिंदा है। हुण ये गल तां सारी अंदरली है, क्योंकि यूर वर्ल्ड फॉर्म चेंज फ्रॉम इनसाइड, नॉट फ्रॉम आउटसाइड। अंदर तेरी हिम्मत है तो तेरी बाहरली दुनिया कुछ और होएगी, अंदर तेरे विश्वास है तो तेरी बाहरली दुनिया कुछ और होएगी, अंदर तेरे साहस है तो तेरी बाहरली दुनिया कुछ और होएगी। अगर अंदर तेरे शंका है, अंदर तेरे डर है, अंदर तेरे चिंता है तो तेरी बाहरली दुनिया कुछ और होएगी। हुण तुसीं बाहरली दुनिया अच्छी बनाना चाहते हो, बुरी, खुशियां भरी बनाना चाहते हो या दुखा भरी? जवाब दे दिओ। खुशियां भरी। जे बाहरली दुनिया खुशियां भरी बनाना चाहते तो अंदर सानू विश्वास के बीज, क्योंकि जो धरती च जाता है फिर निकलना भी। तो जे घर दे विच सानू गुलाब चाहिए तो गुलाब की कलम लानी पैनी है, चमेली चाहिए है, चंपा चाहिए है, गेंदे का फुल चाहिए, तो वही बीज बोना पैना है, क्योंकि जो बीजा के अंदर जाएगा वही बाहर आएगा। तो आडे अंदर किहड़ा बीज जा रहा? डर वाला बीज जाएगा तो बाहर डर ही डर होएगा। विश्वास वाला बीज अंदर जाएगा, भरोसे वाला बीज अंदर जाएगा तो बाहर खुशियां खुशियां कह दो। इस करके अपने अंदर नूं बदलना है। बोलो समझ दिओ कि नहीं? अज अगर तुहाडे जीवन च कोई राक्षस खड़ा है ना, दुखों का, परेशानियों का, तो डरना नहीं है उतों, बल्कि पता की कहना है। हुण कई बंदे कहते राती मैं सौंदा तो मैनूं डराने सपने आते। हुण सपने च कोई भूत नजर आ गया, हालांकि भूत भात होंदे नहीं, असीं तो बहुत लभे, सानूं तो मिलिया कोई नहीं। असीं तो कई बार सोचा भूतां नूं फड़ के ना सामने खड़ा कर दी, लै भी देखो आ भूत है, पर मिलिया ही कोई नहीं सानूं। पर जदों देखीदा, जिद्दां ये जिक्र कीता सी कि भूत बाहर नहीं हुंदा, भूत कित्थे हुंदा है? जरा हुण गौर करना, भूत बंदे दी सोच च हुंदा है। हुण एक बारी बंदा कहंदा मेरे घर च भूत है, हुण एक बंदे नूं भूत दिखदा तो दूजा कहंदा मैनूं तां दिखदा नहीं यार। ਇਹਦਾ मतलब घर च नहीं है, जे घर च होवे तां सारिਆਂ ਨੂੰ दिसे। हुण आ गिलास दिखदा तुहानूं सारिਆਂ ਨੂੰ, क्योंकि गिलास है सारिਆਂ ਨੂੰ दिसना है। तो हुण ਅਸੀਂ ਕਹਿੰਦੇ ਇੱਥੇ बोतल पई है, दीदी तुहानूं आ देखो बोतल कितनी सोहनी है, देखो दीदी है, क्योंकि ये साडे माइंड च है। जाके जी अज घोड़ा खड़ा है, हुण जिहड़ी जी बंदे दे माइंड च जो मर्जी खड़ा करिए, घोड़ा खड़ा कर लो, हाथी खड़ा कर लो, शेर खड़ा कर लो, वो कुत्ते नूं ही शेर बना दिंदा है। ਇਹਦਾ मतलब ਜਿਹੜੀ ਚੀਜ਼ ਦੂਜਿਆਂ ਨੂੰ ਨਜ਼ਰ ਨਹੀਂ ਆ ਰਹੀ ਉਹ ਤੇਰੇ ਮਾਈਂਡ ਅੰਦਰ ਹੈ। ਜੇ ਸੱਚਮੁੱਚ ਹੋਵੇ ਤਾਂ ਭਾਈ ਸਾਰਿਆਂ ਨੂੰ ਦਿਸੇ। ਤਾਂ ਹੀ ਕਈ ਵਾਰ ਦੇਖਿਆ, ਕਿਉਂਕਿ ਸਾਡੇ ਕੋਲ ਬੇਨਤੀ ਆਉਂਦੀ ਹੈ, ਆ ਜੀ ਸਾਡੀ ਮੇਰੀ ਘਰ ਵਾਲੀ ਬੜੀ ਡਰਦੀ, ਇਹਨੂੰ ਭੂਤ ਨਜ਼ਰ ਆਉਂਦੇ ਆ, ਮੈਨੂੰ ਤਾਂ ਕਿਤੇ ਦਿਖਦੇ ਨਹੀਂ ਮਹਾਰਾਜ। ਹੁਣ ਇਹਦਾ ਮਤਲਬ ਭੂਤ ਕਿਤੇ ਘਰ 'ਚ ਨਹੀਂ ਹੈ। ਹੁਣ ਘਰ ਨਾਲ ਬੰਨਣ ਕਰਾਉਣ ਦੀ ਲੋੜ ਨਹੀਂ ਹੈ, ਇਹ ਘਰ ਵਾਲੀ ਦੇ ਦਿਮਾਗ ਨੂੰ ਸੈੱਟ ਕਰਨ ਦੀ ਲੋੜ ਹੈ, ਕਿਉਂਕਿ ਦਿਮਾਗ 'ਚ ਭੂਤ ਹੈ।
ਹੁਣ जरा गौर को चीज अंदर होवे तो सफाइयां बाहरलियां करी जावे तो फिर की बनना है। जे अंदर चीज है तो मतलब माइंड नूं सैट करन दी लोड़ है। डर इत्थे ही है, घर च डर नहीं है। बोलो समझदे हो कि नहीं? है ना, गौर करनी। ये वहम है इंसान के मन च। हुण एक बार इंसान कई बार देखिया शायद तुहाडे जी भी शेर मुआ घर है, पता नहीं इत्थे खुशियां आनियां कि नहीं आनियां, इदां हो जांदा कि नहीं? आ शेर मुआ घर है, कमाल की गल है। उदा बंदा कहते शेर वर्गी जिंदगी चाहिए है, बहादुर जिंदगी चाहिए है, तो शेर मुए घर तो डरी जाता। तू की होना उत्थे? बल्कि ऐसी तो कहांगे शेर मुआ घर है तो भाई अंदर रहो, शेर बन जाओगे तुसीं। क्योंकि जे शेर वर्गे मूँह है ना जमीन का, तो मतलब तुहाडे अंदर भी शेर वाली एनर्जी आ जानी है, तुहाडे अंदर भी एनर्जी ऊर्जा आ जानी है। क्योंकि जिद्दां दे हालात च रहना फिर फल भी तो उदां दा ही। पर बंदे दी सोचां देखो की है, बंदे ने हर चीज़ नूं शुभ अशुभ अपनी सोच ना बना लिया। समझदे हो कि नहीं? और कई बार इत्थे तक देखिया कई माता पिता की कहते हैं, ਉਹ ਪੁੱਤ ਖੱਬੇ ਹੱਥ ਨਾਲ ਰੋਟੀ ਨਹੀਂ ਖਾਈਦੀ, ਸ਼ੁਭ ਹੁੰਦਾ ਸੱਜੇ ਹੱਥ ਨਾਲ ਰੋਟੀ ਖਾਈਦੀ। ਕਮਾਲ ਦੀ ਗੱਲ ਹੈ, ਵੀ ਖੱਬਾ ਹੱਥ ਰੱਬ ਨੇ ਦਿੱਤੇ ਕਿਉਂ ਆ ਸਾਨੂੰ? ਜਿੰਨਾ ਸਾਨੂੰ ਆਰਾਮ ਮਿਲਦਾ ਉਹਨਾਂ ਖਾਣਾ ਖਾਓ। ਚਲੋ ਸਮਝਦੇ ਹੋ ਕਿ ਨਹੀਂ? ਇਹ ਦੋਨੇ ਹੱਥ ਸਾਡੇ ਆ, ਦਾਇਆ ਵੀ ਬਾਇਆ ਵੀ, ਖੱਬੀ ਅੱਖ ਵੀ ਮੇਰੀ ਹੈ, ਸੱਜੀ ਅੱਖ ਵੀ ਮੇਰੀ ਹੈ। ਉਹ ਜਦ ਵੀ ਵਧੀਦਾ ਨਾ ਸੱਜਾ ਪੈਰ ਪਹਿਲਾਂ ਰੱਖੀਦਾ, ਅੱਛਾ ਫਿਰ ਖੱਬੇ ਦਾ ਕੀ ਕਰੀਦਾ ਹੈ? ਦੇਖੋ ਕਮਾਲ ਦੀ ਗੱਲ ਹੈ। ਹੁਣ ਜਦੋਂ ਅਸੀਂ ਆਪਣੇ ਅੰਦਰ ਸ਼ੁਭ ਅਸ਼ੁਭ ਲੈ ਕੇ ਬੈਠੇ ਆ ਤਾਂ ਫਿਰ ਸਾਡੇ ਨਾਲ ਚੰਗਾ ਵੀ ਹੋਣਾ ਆ, ਸਾਡੇ ਨਾਲ ਮਾੜਾ ਵੀ ਹੋਣਾ। ਅਸੀਂ ਪਤਾ ਕੀ ਸੋਚਦੇ ਆ कि असीं चाहे खब्बा पैर वधाइए चाहे सज्जा वधाइए, खब्बे ना खाइए सज्जे ना खाइए, साडे वास्ते सब कुछ शुभ ही शुभ है। और जो सोच शुभ है तो माड़ा कुछ हो ही नहीं सकता। इसलिए अपने अंदर शुभ ले आओ, अपने अंदर विश्वास ले आओ, अपने अंदर अच्छाई ले आओ। किसी चीज नाल शुभ अशुभ नूं ना जोड़ो। आ दिन शुभ है, आ दिन अशुभ है। बोलो समझदे हो कि नहीं? कोई दिन अशुभ नहीं है, नाम बंदे ने दिते हुए, रब की तरफों कोई दिन। बोलो समझदे हो कि नहीं? इस करके ਇਹ ਪਹਿਲੇ ਸਮੇਂ 'ਚ ਰਿਸ਼ੀਆਂ ਮੁਨੀਆਂ ਨੇ ਜਿਹੜੇ ਨਾਮ ਦੇ ਦਿੱਤੇ ਸੀ ਨਾ, ਉਹ ਇਸੇ ਲਈ ਦਿੱਤੇ ਸੀ ਕਿ ਭਾਈ ਇਹਨਾਂ ਦਿਨਾਂ ਦੇ ਹਿਸਾਬ ਨਾਲ ਥੋੜਾ ਕਰਮ ਕਰ ਲੈ ਤੂੰ। ਜੇ ਸ਼ੁੱਕਰਵਾਰ ਹੈ ਤਾਂ ਸ਼ੁਕਰ ਕਰਨ ਦਾ ਦਿਨ, ਆਪਣੇ ਰੱਬ ਦਾ ਸ਼ੁਕਰ ਕਰ, ਆਪਣੇ ਰੱਬ ਦਾ ਧੰਨਵਾਦ ਕਰ। ਜੇ ਗੁਰੂਵਾਰ ਹੈ ਤਾਂ ਇਹ ਗੁਰੂ ਨੂੰ ਯਾਦ ਕਰਨ ਦਾ, ਗੁਰੂ ਦੇ ਦਰਸ਼ਨ ਕਰਨ ਦਾ। ਹਫ਼ਤੇ 'ਚ ਇੱਕ ਦਿਨ ਜਾ ਗੁਰੂ ਦੇ ਦਰਸ਼ਨ ਕਰ, ਗੁਰੂ ਦੇ ਕੋਲ ਬੈਠ। ਤਾਂ ਇਹਨੂੰ ਗੁਰੂਵਾਰ ਕਿਹਾ ਜਾਂਦਾ ਹੈ ਕਿ ਗੁਰੂ ਦਾ ਦਿਨ ਨਾ, ਗੁਰੂ ਦੇ ਕੋਲ ਬੈਠ। ਸਮਝਦੇ ਹੋ ਕਿ ਨਹੀਂ? ਜੇ ਬੁੱਧਵਾਰ ਕਿਹਾ ਜਾਂਦਾ ਨਾ ਤਾਂ ਕਹਿੰਦੇ ਬੁੱਧ ਦਿਨ ਬੁੱਧੀ ਦਾ ਦਿਨ ਆ, ਕਿ ਸੋਚ ਵਿਚਾਰ ਕੇ ਕਰਮ ਕਰ। ਕੋਈ ਦਿਨ ਏਦਾਂ ਨਹੀਂ ਹੋਣਾ ਚਾਹੀਦਾ ਕਿ ਤੂੰ ਕੰਮ ਕਰੀ ਜਾਵੇਂ ਤਾਂ ਤੇਰੇ ਅੰਦਰ ਵਿਚਾਰ ਨਾ ਹੋਵੇ। ਕਿਉਂਕਿ ਕਈ ਵਾਰ ਬੰਦਾ ਕੰਮ ਇਦਾਂ ਦੇ ਕਰਦਾ ਕਿ ਉਹਨਾਂ ਦੇ ਸੋਚ ਦਾ ਵਿਚਾਰ ਦਾ ਹੈ ਹੀ ਨਹੀਂ, ਬਾਅਦ ਚੋਂ ਪਛਤਾਉਂਦਾ ਕਿ ਹਾਏ ਮੈਂ ਕੀ ਕਰ ਲਿਆ। ਬੋਲੋ ਸਮਝਦੇ ਹੋ ਕਿ ਨਹੀਂ? ਨਸ਼ੇ ਕਰਨ ਵਾਲਾ ਜਦੋਂ ਨਸ਼ਾ ਕਰਦਾ ਉਸ ਲਈ ਸੋਚਦਾ ਨਹੀਂ, ਪਰ ਜਦੋਂ ਨਸ਼ੇ ਨਾਲ ਲੀਵਰ ਗੁਰਦੇ ਖਰਾਬ ਹੋ ਜਾਂਦੇ ਆ, ਫਿਰ ਮੰਜੇ ਤੇ ਪੈਂਦਾ, ਫਿਰ ਸੋਚਦਾ ਮੈਂ ਕਿਉਂ ਕੀਤਾ। ਉਹ ਕਰਨ ਤੋਂ ਪਹਿਲਾਂ ਹੀ ਸੋਚ ਲੈਂਦਾ, ਪਹਿਲੇ ਬੁੱਧੀ ਦਾ ਇਸਤੇਮਾਲ ਕਰ ਲੈਂਦਾ ਤਾਂ ਜਿੱਥੇ ਤੱਕ ਨੌਬਤ ਪਹੁੰਚਣੀ ਨਹੀਂ ਸੀ। ਇਸ ਲਈ ਮੰਗਲਵਾਰ ਕੀ ਹੈ? ਉਹ ਕਹਿੰਦੇ ਸੋਚ ਕਿ ਮੇਰਾ ਮਾਲਿਕ ਮੇਰੇ ਨਾਲ ਹੈ, ਮੰਗਲ ਹੀ ਮੰਗਲ ਹੈ, ਮੇਰਾ ਖੁਸ਼ੀਆਂ ਹੀ ਖੁਸ਼ੀਆਂ ਹੈ, ਕੋਈ ਕਮੀ ਆ ਹੀ ਨਹੀਂ ਸਕਦੀ ਮੈਨੂੰ, ਕਿਉਂਕਿ ਹਰ ਦਿਨ ਉਹਦਾ ਹੀ ਦਿਨ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਔਰ ਜਿਹੜਾ ਸੋਮ ਹੈ ਨਾ, ਇਹ ਸੋਮ ਦਾ ਮਤਲਬ ਕੀ ਹੁੰਦਾ? ਇੱਕ ਨਸ਼ਾ, ਇੱਕ ਮਸਤੀ, ਜਿਹਨੂੰ ਕਹਿੰਦੇ ਨਾਮ ਖੁਮਾਰੀ ਨਾਨਕਾ। ਤਾਂ ਹੀ ਤੈਨੂੰ ਸੋਮ ਰਸ ਵੀ ਕਿਹਾ ਜਾਂਦਾ, ਸੋਮ ਰਸ ਮदिरा ਨੂੰ ਕਿਹਾ ਜਾਂਦਾ ਹੈ। ਸੋਮ ਦਾ ਮਤਲਬ ਹੁੰਦਾ ਇੱਕ ਮਸਤੀ, ਕਿ ਜੇ ਸੋਮਵਾਰ ਹੈ ਤਾਂ ਆਪਣੇ ਪ੍ਰਭੂ ਦੇ ਇਸ਼ਕ ਦੀ ਮਸਤੀ 'ਚ ਰਹਿ। ਜੇ ਮੰਗਲਵਾਰ ਹੈ ਤਾਂ ਸੋਚ ਮੰਗਲ ਹੀ ਮੰਗਲ ਹੋਣਾ ਹੈ। ਜੇ ਬੁੱਧਵਾਰ ਹੈ ਤਾਂ ਸੋਚ ਇਹ ਬੁੱਧੀ ਦਾ ਦਿਨ ਹੈ, ਮੈਂ ਹਰ ਕੰਮ ਸੋਚ ਵਿਚਾਰ ਕੇ ਕਰਨਾ ਹੈ। ਗੁਰੂਵਾਰ ਦਾ ਦਿਨ ਹੈ ਤਾਂ ਇਹ ਦਿਨ ਗੁਰੂ ਦੇ ਦਰਸ਼ਨਾਂ ਦਾ ਹੈ, ਗੁਰੂ ਦੇ ਵਚਨ ਸੁਣਨ ਦਾ ਹੈ, ਗੁਰੂ ਦੇ ਕੋਲ ਬੈਠਣ ਦਾ ਹੈ। ਜੇ ਸ਼ੁੱਕਰਵਾਰ ਹੈ ਤਾਂ ਸ਼ੁਕਰ ਕਰਨਾ ਆਪਣੇ ਰੱਬ ਦਾ। ਬੋਲੋ ਸਮਝਦੇ ਹੋ ਕਿ ਨਹੀਂ? ਔਰ ਜੇ ਸ਼ਨੀਵਾਰ ਹੈ ਤਾਂ ਸ਼ਨੀ ਨੂੰ ਕੀ ਹੈ? ਬੰਦਾ ਕਹਿੰਦਾ ਸ਼ਨੀ ਨੂੰ ਜੋੜ ਦਿੰਦਾ ਸ਼ਨੀ ਦੇਵ ਨਾਲ, ਪਰ ਗੌਰ ਕਰਨਾ ਇਹ ਸ਼ਨੀ ਐਤ ਰਵੀ ਇਹ ਹਰ ਦਿਨ ਜਿਹੜੇ ਹੈ ਨਾ, ਇਹ ਸਾਨੂੰ ਗਿਆਨ ਦੇਣ ਵਾਸਤੇ ਨਾਮ ਰੱਖੇ ਗਏ ਹੈ, ਪਰ ਇਨਸਾਨ ਨੇ ਇਹਨਾਂ ਨੂੰ ਵੀ ਸ਼ੁਭ ਜਾਂ ਅਸ਼ੁਭ ਨਾਲ ਜੋੜ ਦਿੱਤਾ। ਹੁਣ ਜ਼ਰਾ ਗੌਰ ਕਰਨਾ ਸਾਰਿਆਂ ਨੇ ਕਿ ਹਰ ਇਨਸਾਨ ਅਗਰ ਇਹ ਸੋਚ ਰੱਖੇ, ਜਿੱਦਾਂ ਵਿਵੇਕਾਨੰਦ ਜੀ ਨੇ ਕਿਹਾ ਕਿ ਮੇਰੇ ਜੀਵਨ ਦੇ ਵਿੱਚ, ਜਿੱਦਾਂ ਹੁਣ ਤੁਹਾਨੂੰ ਅਸੀਂ ਦੱਸਿਆ ਨਾ, ਉਹ ਕਹਿੰਦੇ ਇਨਸਾਨ ਹਰ ਚੀਜ਼ ਪ੍ਰਾਪਤ ਕਰ ਸਕਦਾ ਅਗਰ ਉਹਨੂੰ ਆਪਣੇ ਅੰਦਰ ਬੈਠੀ ਸ਼ਕਤੀ ਤੇ ਵਿਸ਼ਵਾਸ ਹੋਵੇ। ਵਿਵੇਕਾਨੰਦ ਜੀ ਕਹਿੰਦੇ ਸੀ ਕਿ ਮੇਰੇ ਜੀਵਨ 'ਚ ਕੁਝ ਅਸ਼ੁਭ ਹੈ ਹੀ ਨਹੀਂ, ਮੇਰੇ ਜੀਵਨ 'ਚ ਕੁਝ ਨਾਮੁਮਕਿਨ ਹੈ ਹੀ ਨਹੀਂ, ਕਿਉਂਕਿ ਮੇਰੇ ਅੰਦਰ ਸ਼ਕਤੀ ਉਹ ਬੈਠੀ ਹੈ ਜਿਹੜੀ ਸ਼ੁਭ ਹੈ। ਮੇਰੇ ਅੰਦਰ ਸ਼ਕਤੀ ਉਹ ਬੈਠੀ ਹੈ ਜੋ ਸਭ ਕੁਝ ਸੰਭਵ ਕਰ ਸਕਦੀ ਹੈ। ਔਰ ਵਾਕਿਆ ਹੀ ਜੇ ਸੋਚ ਐਸੀ ਹੋਵੇ, ਵਿਸ਼ਵਾਸ ਐਸਾ ਹੋਵੇ ਤਾਂ ਹੁੰਦਾ ਵੀ, ਕਹਿ ਦਿਓ ਵੈਸਾ ਹੀ ਹੁੰਦਾ ਕਿ ਨਹੀਂ? ਇਸ ਕਰਕੇ ਸੋਚੋ ਜ਼ਰਾ, ਸਮਝੋ ਕਿ ਤੁਸੀਂ ਕਿਹੜੀ ਚੀਜ਼ ਤੇ ਵਿਸ਼ਵਾਸ ਕਰਦੇ ਹੋ। ਸੋ ਬਾਬਾ ਫਰੀਦ ਕਹਿੰਦੇ ਰੱਬ ਦੇ ਘਰ 'ਚ ਕੋਈ ਕਮੀ ਨਹੀਂ ਹੈ, ਤੇਰਾ ਭਾਂਡਾ ਬੜਾ ਹੋਣਾ ਚਾਹੀਦਾ, ਤੇਰੀ ਸੋਚ ਬੜੀ ਹੋਣੀ ਚਾਹੀਦੀ ਹੈ, ਤੇਰਾ ਵਿਸ਼ਵਾਸ। इसलिए इंसान पाना तो बड़ा चाहता है, मगर उसकी सोच, उसका दिल, उसका विश्वास छोटा है, तो बड़ा हासिल कैसे कर पाएगा? है ना? सोचो इसको
ਕਿ ਜੇ ਬੜਾ ਪਾਣਾ ਚਾਹੁੰਦੇ ਹੋ ਤਾਂ ਆਪਣੇ ਵਿਸ਼ਵਾਸ ਨੂੰ ਬੜਾ ਕਰ ਲਓ ਕਿ ਮੈਨੂੰ ਆਪਣੇ ਮਾਲਕ ਤੇ ਬਹੁਤ ਵਿਸ਼ਵਾਸ ਹੈ, ਮੈਨੂੰ ਪੂਰਾ ਵਿਸ਼ਵਾਸ ਹੈ ਕਿ ਮੈਨੂੰ ਹਰ ਖੁਸ਼ੀ ਮਿਲੇਗੀ, ਮੈਨੂੰ ਪੂਰਾ ਵਿਸ਼ਵਾਸ ਹੈ ਮੈਨੂੰ ਕਾਮਯਾਬੀ ਮਿਲੇਗੀ, ਮੈਨੂੰ ਪੂਰਾ ਵਿਸ਼ਵਾਸ ਹੈ ਮੈਨੂੰ ਸਫਲਤਾ ਮਿਲੇਗੀ, ਮੈਨੂੰ ਖੁਸ਼ੀਆਂ ਮਿਲਣਗੀਆਂ, ਮੈਨੂੰ ਅੱਛੀ ਸਿਹਤ। ਇਹਨੂੰ ਕਹਿੰਦੇ ਬੜਾ ਵਿਸ਼ਵਾਸ। ਪਰ ਉਹ ਸਮਝਦੇ ਹੋ ਕਿ ਨਹੀਂ? ਇਸ ਲਈ ਜਿਹੜੇ ਰੱਬ ਵਾਲੇ ਹੁੰਦੇ ਆ ਨਾ, ਉਹਨਾਂ ਨੂੰ ਪਤਾ ਮਰਨਾ ਤਾਂ ਹੈ ਹੀ ਹੈ, ਪਰ ਡਰ ਡਰ ਕੇ ਨਹੀਂ ਮਰਨਾ, ਅਸੀਂ ਵਿਸ਼ਵਾਸ ਨਾਲ ਮਰਨਾ ਹੈ, ਅਸੀਂ ਹੌਸਲੇ ਨਾਲ ਮਰਨਾ ਹੈ। ਜਿੱਦਾਂ ਅਸੀਂ ਅਭਿਮਨਿਊ ਦੀ ਗੱਲ ਦੱਸੀ ਸੀ ਕਿ ਅਭਿਮਨਿਊ ਦੀ ਇੱਕ ਲਾਈਨ, ਕਿਉਂਕਿ ਅਭਿਮਨਿਊ ਨੇ ਬਹੁਤੀਆਂ ਜਿੱਦਾਂ ਗੱਲਾਂ ਨਹੀਂ ਕੀਤੀਆਂ ਕਿ ਉਹਦੀ ਕੋਈ ਬਾਣੀ ਹੋਵੇ ਜਾਂ ਕੋਈ ਕਲਾਮ ਹੋਣ ਜਾਂ ਕੋਈ ਸ਼ਬਦ ਹੋਣ, ਪਰ ਅਭਿਮਨਿਊ ਦਾ ਇੱਕੋ ਹੀ ਸ਼ਬਦ ਸਾਨੂੰ ਬੜਾ ਪਿਆਰਾ ਲੱਗਦਾ ਹੈ ਜਿਹੜਾ ਲੱਖਾਂ ਸ਼ਾਸਤਰਾਂ ਦੇ ਬਰਾਬਰ ਹੈ। ਉਹ ਕਹਿੰਦੇ ਹਿੰਮਤ ਹਾਰ ਕੇ ਮਰਨ ਨਾਲੋਂ ਚੰਗਾ ਹੈ ਹਿੰਮਤ ਨਾਲ ਮਰੋ। ਇਹ ਅਭਿਮਨਿਊ ਦਾ ਵਚਨ ਹੈ। ਇੱਕ ਹੁੰਦਾ ਬੰਦਾ ਹਿੰਮਤ ਹਾਰ ਕੇ ਮਰ ਜਾ, ਹਾਏ ਮਰ ਗਏ ਹੁਣ ਕੁਝ ਨਹੀਂ ਹੋਣਾ। ਉਹ ਕਹਿੰਦੇ ਹਿੰਮਤ ਹਾਰ ਕੇ ਮਰਨ ਨਾਲੋਂ ਚੰਗਾ ਹੈ ਹਿੰਮਤ ਨਾਲ ਮੁਕਾਬਲਾ ਕਰਦੇ ਹੋਏ ਮਰ ਜਾਈਏ। ਕਮ ਸੇ ਕਮ ਤਸੱਲੀ ਤਾਂ ਹੁੰਦੀ ਹੈ ਕਿ ਮੈਂ ਨਿਰਾਸ਼ ਹੋ ਕੇ, ਮੈਂ ਹਿੰਮਤ ਹਾਰ ਕੇ ਨਹੀਂ ਮਰਿਆ, ਮੈਂ ਹਿੰਮਤ ਨਾਲ ਸਾਹਸ ਨਾਲ ਮੁਕਾਬਲਾ ਕਰਦਾ ਹੋਇਆ ਮਰਿਆ। ਕਿਉਂਕਿ ਅਭਿਮਨਿਊ ਦੀ ਮੌਤ ਹੋਈ, ਪਰ ਦੇਖੋ ਉਹ ਡਰਿਆ ਨਹੀਂ। ਉਹ ਸੈਨਾ ਨੂੰ ਦੇਖ ਕੇ, ਬੜੇ ਬੜੇ ਯੋਧਾ ਨੂੰ ਦੇਖ ਕੇ, ਵੀਰਾਂ ਨੂੰ ਦੇਖ ਕੇ ਡਰਿਆ ਨਹੀਂ, ਬਲਕਿ ਉਹਨੂੰ ਪਤਾ ਸੀ ਜੀ ਮੈਂ ਗਿਆ ਤਾਂ ਮੇਰੀ ਮੌਤ ਹੋਣੀ ਹੈ, ਪਰ ਮੈਂ ਘਰ ਡਰ ਕੇ ਵੀ ਬਹਿ ਸਕਦਾ ਹਾਂ, ਪਰ ਜੇ ਡਰ ਕੇ ਬੈਠੂੰਗਾ ਜਾਨ ਤਾਂ ਬਚ ਜਾਏਗੀ, ਪਰ ਜ਼ਿੰਦਗੀ ਸਾਰੀ ਸ਼ਰਮਿੰਦਾ ਹੋ ਕੇ ਜੀਣੀ ਪੈਣੀ ਹੈ। ਇੰਨਾ ਚੰਗਾ ਕਿ ਮੈਂ ਫਕਰ ਦੀ ਮੌਤ ਮਰਾਂ। ਮੁਕਾਬਲਾ ਕੀਤਾ ਹਿੰਮਤ ਨਾਲ। ਅੱਜ ਇਨਸਾਨ ਕੀ ਕਰਦਾ ਹੈ? ਕੋਈ ਪੇਪਰ ਦੇਣਾ ਹੈ, ਕੋਈ ਜੌਬ ਤੇ ਇੰਟਰਵਿਊ ਦੇਣੀ ਹੈ, ਤਾਂ ਹਿੰਮਤ ਹਾਰ ਕੇ ਨਹੀਂ, ਬੜੀ ਔਖੀ ਹੈ ਮੈਂ ਨਹੀਂ ਦੇਣੀ, ਬੜੀ ਔਖੀ ਹੈ ਮੈਂ ਪੇਪਰ ਨਹੀਂ ਦੇਣਾ, ਬੜਾ ਔਖਾ ਹੈ, ਪਤਾ ਨਹੀਂ ਪਾਸ ਹੋਣਾ ਕਿ ਨਹੀਂ। ਉਹ ਕਮਾਲ ਦੀ ਗੱਲ, ਘਰ ਬੈਠ ਕੇ ਹਿੰਮਤ ਹਾਰ ਕੇ ਫੇਲ ਹੋਣ ਨਾਲੋਂ ਚੰਗਾ ਆ ਤੂੰ 100% ਕੋਸ਼ਿਸ਼ ਕਰ, ਲੜ, ਮੁਕਾਬਲਾ ਕਰ, ਪੇਪਰ ਦੇ, ਫਿਰ ਚਾਹੇ ਫੇਲ ਵੀ ਹੋ ਗਿਆ, ਕਮ ਸੇ ਕਮ ਤੈਨੂੰ ਤਸੱਲੀ ਤਾਂ ਹੋਏਗੀ ਕਿ ਮੈਂ ਆਪਣੀ ਪੂਰੀ ਕੋਸ਼ਿਸ਼ ਕੀਤੀ, ਬਾਕੀ ਫੇਲ ਪਾਸ ਤਾਂ ਉਹਦੇ ਹੱਥ 'ਚ ਹੈ। ਤਾਂ ਜੇ ਕੋਸ਼ਿਸ਼ ਹੀ ਨਾ ਕਰੀਏ, ਪਹਿਲੇ ਹੀ ਡਰ ਕੇ ਬਹਿ ਜਾਈਏ, ਬੋਲੋ ਸਮਝਦੇ ਹੋ ਕਿ ਨਹੀਂ? ਹੁਣ ਜਿੱਦਾਂ ਦੇਖੋ ਮੌਸਮ ਖਰਾਬ ਸੀ, ਚਿੱਕੜ ਸੀ, ਪਰ ਇਹਨਾਂ ਨੇ ਕੋਸ਼ਿਸ਼ ਕੀਤੀ, ਸਤਸੰਗ ਹੋ ਰਿਹਾ ਕਿ ਨਹੀਂ? ਤਾਂ ਜੇ ਪਹਿਲੇ ਹਿੰਮਤ ਹਾਰ ਕੇ ਬਹਿ ਜਾਂਦੇ, ਲੈ ਵੀ ਹੁਣ ਤਾਂ ਉੱਥੇ ਚਿੱਕੜ ਹੋ ਗਿਆ, ਹੁਣ ਤਾਂ ਇਦਾਂ ਹੋ ਗਿਆ, ਹੁਣ ਸਤਸੰਗ ਕਿੱਥੋਂ ਹੋਣਾ, ਤਾਂ ਮੌਕਾ ਮਿਲਣਾ ਸੀ ਤੁਹਾਨੂੰ। ਇਸ ਲਈ ਜੀਵਨ 'ਚ ਹਾਲਾਤ ਜਿੱਦਾਂ ਦੇ ਮਰਜ਼ੀ ਹੋਣ, ਕਦੀ ਹਿੰਮਤ ਹਾਰਨੀ ਨਹੀਂ ਹੈ। ਉਹ ਸਾਡੇ ਅੰਦਰ ਉਹ ਸ਼ਕਤੀ ਬੈਠੀ ਹੈ, ਉਹ ਸਾਨੂੰ ਅਗਰ ਸੋਚ ਲਈਏ ਤਾਂ ਕਦੀ ਉਹ ਹਾਰਨ ਦੇਗੀ ਨਹੀਂ। ਉਹ ਕਹਿੰਦੇ ਤੂੰ ਕੋਸ਼ਿਸ਼ ਤਾਂ ਕਰ, ਹਰ ਕਦਮ ਤੇ ਤੇਰਾ ਸਾਥ ਦੇਣ ਨੂੰ ਮਾਲਿਕ ਤੇਰੇ ਨਾਲ ਹੈ। ਤਾਂ ਹੀ ਅਸੀਂ ਕਹੀਦਾ ਉੱਠ ਬਾਂਧ ਕਮਰ ਕਿਆ ਡਰਤਾ ਹੈ, ਫਿਰ ਦੇਖ ਖੁਦਾ ਕਿਆ ਕਰਤਾ ਹੈ। ਓਏ ਉੱਠ, ਕੋਸ਼ਿਸ਼ ਤਾਂ ਕਰ, ਕਦਮ ਤਾਂ ਵਧਾ, ਆਪਣੇ ਮਾਲਿਕ ਤੇ ਵਿਸ਼ਵਾਸ ਰੱਖ, ਫਿਰ ਦੇਖੋ ਦੀ ਰਹਿਮਤ ਕੀ ਕਰਦੀ ਹੈ। ਫਿਰ ਤੈਨੂੰ ਆਪ ਲੱਗੇਗਾ ਕਿ ਜੇ ਮੈਂ ਕੋਸ਼ਿਸ਼ ਕੀਤੀ ਸੀ ਤਾਂ ਮੈਨੂੰ ਸਫਲਤਾ ਵੀ ਮਿਲ ਗਈ। ਨੀਲ ਆਰਮਸਟਰੋਂਗ ਜੇ ਨਾ ਪਹਿਲਾ ਪੈਰ ਚੰਦਰਮੇ ਤੇ ਰੱਖਿਆ, ਬੋਲੋ ਸਮਝਦੇ ਹੋ ਕਿ ਨਹੀਂ? ਜਦੋਂ ਪਹਿਲਾ ਪੈਰ ਚੰਦਰਮੇ ਤੇ ਰੱਖਿਆ ਤਾਂ ਕਹਿੰਦੇ ਨਾ ਬੜਾ ਹੱਸਿਆ, ਹੋ ਸਮਾਈਲ ਦਿੱਤੀ ਬਹੁਤ ਬੜੀ। ਤਾਂ ਉਹਦੇ ਸਾਥੀਆਂ ਨੇ ਕਿਹਾ ਕਿ ਅੱਜ ਵਾਕਈ ਖੁਸ਼ੀ ਦਾ ਦਿਨ ਹੈ। ਉਹ ਕਹਿੰਦੇ ਹਾਂ, ਕਿਉਂਕਿ ਅਸੀਂ ਉਹ ਪਹਿਲੇ ਇਨਸਾਨ ਹੈ ਜਿਨ੍ਹਾਂ ਨੇ ਇਨਸਾਨ ਦੀ ਸੋਚ ਬਦਲ ਦਿੱਤੀ ਕਿ ਚੰਦ ਤੇ ਪੈਰ ਨਹੀਂ ਰੱਖਿਆ ਜਾ ਸਕਦਾ, ਅਸੀਂ ਰੱਖ ਦਿੱਤਾ। ਇਹ ਵਿਸ਼ਵਾਸ ਦੀ ਗੱਲ ਹੈ। ਹੁਣ ਜੇ ਚੰਦਰਮੇ ਤੇ ਪੈਰ ਰੱਖਿਆ ਜਾ ਸਕਦਾ ਹੈ ਤਾਂ ਤੁਹਾਡੇ ਤਾਂ ਲਕਸ਼ ਹੈ ਹੀ ਜ਼ਮੀਨ ਤੇ। ਤੁਸੀਂ ਜੇ ਕੋਈ ਡਿਗਰੀ ਲੈਣੀ ਹੈ, ਡਾਕਟਰ ਬਣਨਾ, ਇੰਜੀਨੀਅਰ ਬਣਨਾ, ਕੋਈ ਬਿਜ਼ਨਸ ਕਰਨਾ, ਉਹ ਤਾਂ ਹੈ ਹੀ ਜ਼ਮੀਨ ਤੇ। ਉਹ ਜੇ ਸੋਚ ਲਓ, ਵਿਸ਼ਵਾਸ ਰੱਖੋ, ਤੁਸੀਂ ਵੀ ਚੰਦਰਮੇ ਤੇ ਪਹੁੰਚ ਸਕਦੇ ਹੋ। ਤਾਂ ਜੇ ਤੁਹਾਡੇ ਲਕਸ਼ ਜ਼ਮੀਨ ਵਾਲੇ ਆ ਤਾਂ ਯਕੀਨ ਰੱਖੋ ਤੁਹਾਨੂੰ ਉੱਥੇ ਵੀ ਸਫਲਤਾ ਮਿਲੇਗੀ, ਕਿਉਂਕਿ ਤੁਹਾਡੇ ਅੰਦਰ ਬਹੁਤ बड़ी शक्ति बैठी है। इसलिए इंसान हर चीज को हासिल कर सकता है अगर वो अपने भीतर बैठी शक्ति को जान ले। सो ये जानू कराने ही ਤੁਹਾਨੂੰ ਆਏ ਆ, बोलो समझते हो कि नहीं? इसलिए अगर कोई सानू पूछो ना मालको तुसी की करते हो, तो यही कहना यही करते हैं, कमजोरां नू शक्तिशाली बनाते हैं, निराशियां दे अंदर आस दे बीज बोंदे हैं, ਜਿਹੜੇ ਡਰੇ ਹੋਏ ਕਾਇਰ ਹੈ ਉਹਨਾਂ ਨੂੰ ਇਦਾਂ ਦੇ ਬਹਾਦਰ ਬਣਾ ਦਿੰਦੇ ਆ ਕਿ ਪੂਰੀ ਦੁਨੀਆ ਦਾ ਮੁਕਾਬਲਾ ਕਰਨ ਨੂੰ ਤਿਆਰ ਹੋ ਜਾਂਦੇ ਆ। ਇਹ ਮਜ਼ਾ ਤਾਂ ਇਹੀ ਹੈ। ਤਾਂ ਹੀ ਤਾਂ ਜਿੱਦਾਂ ਕੱਲ ਕਿਹਾ ਸੀ ਅਸੀਂ ਕਿ 3 ਅਸੂਲ ਹੈ ਪਰ ਇੱਕੋ ਹੀ ਦੱਸ ਪਾਏ, ਕਿਉਂਕਿ ਫਿਰ ਲਾਈਟ ਦਾ ਥੋੜਾ ਚੱਕਰ ਪੈ ਗਿਆ। ਇਹੀ ਕਿਹਾ 3 ਅਸੂਲ अगर अपने जीवन च ਅਸੀਂ समझ लिए। पहला ऐसी किया सी कि दूसरे की कमियां ढूंढने की बजाय उनकी खूबियां तलाश करो, कि दूजिਆਂ ਦੇ ਅੰਦਰ ਦੀਆਂ ਕਮੀਆਂ ਲੱਭਣ ਦੀ ਬਜਾਏ ਨਾ ਉਹਨਾਂ ਦੇ ਅੰਦਰ ਖੂਬੀ ਤਲਾਸ਼ ਕਰੋ, ਫਿਰ ਤੁਸੀਂ परमात्मा ਦੇ ਪਿਆਰੇ ਬਣ ਜਾਓਗੇ। ਕਿਉਂਕਿ ਇਹਦੇ ਬਾਰੇ ਕੱਲ ਵਿਸਤਾਰ ਨਾਲ ਦੱਸਿਆ ਸੀ। ਹੁਣ अगले 2 पॉइंट ਦੱਸ ਦਈਏ ਅਸੀਂ कि पहला पॉइंट याद रखना, फिर कहांगे कि दूसरे की कमियां ढूंढने की बजाय दूसरे में खूबियां तलाश करो। जो भी तुहाडे नाल जुड़े हुए है, पत्नी है, पति है, बच्चे है, परिवार दे मैंबर है, चाहे चीज़ां है,
हर चीज अंदर परमात्मा ने खूबियां रखियां हुई है। अगर असी कमियां लभांगे तो दुखी होवांगे कि हाय ਇਹਦੇ ਅੰਦਰ ਆ ਕਮੀ, ਇਹਦੇ ਅੰਦਰ ਆ ਕਮੀ, ਮੈਨੂੰ ਆ ਕਮੀਆਂ ਵਾਲੀ ਚੀਜ਼ ਮਿਲੀ, ਫਿਰ ਅਸੀਂ ਦੁਖੀ ਹੋਵਾਂਗੇ। ਤਾਂ ਅਗਰ ਅਸੀਂ ਉਹਦੇ ਅੰਦਰ ਖੂਬੀਆਂ ਲੱਭਾਂਗੇ, ਉਹਦੇ ਅੰਦਰ ਅੱਛਾਈਆਂ ਲੱਭਾਂਗੇ, ਤਾਂ ਸਾਨੂੰ ਖੁਸ਼ੀ ਹੋਏਗੀ ਕਿ ਜਿਹੜਾ ਮੇਰੇ ਨਾਲ ਜੁੜਿਆ ਉਹਦੇ ਅੰਦਰ ਆ ਖੂਬੀ ਹੈ। ਔਰ ਜਿੱਦਾਂ ਤੁਸੀਂ ਖੂਬੀਆਂ ਲੱਭਣੀਆਂ ਸ਼ੁਰੂ ਕਰ ਦੋਗੇ ਨਾ, ਉਦਾਂ ਤਾਂ ਤੁਹਾਡੇ ਮਨ ਨੂੰ ਸ਼ਾਂਤੀ ਖੁਸ਼ੀ ਮਿਲਣੀ ਸ਼ੁਰੂ ਹੋ ਜਾਏਗੀ। ਤਾਂ ਜੇ ਤੁਸੀਂ ਕਮੀਆਂ ਲੱਭਣੀਆਂ ਸ਼ੁਰੂ ਕਰ ਦੋਗੇ ਤਾਂ ਫਿਰ ਤੁਹਾਡੇ ਜੀਵਨ 'ਚ ਦੁੱਖ ਪਰੇਸ਼ਾਨੀਆਂ, ਕਿਉਂਕਿ ਕਮੀਆਂ ਦੇਖਾਂਗੇ ਤਾਂ ਜੀਵਨ ਦੁਖੀ ਹੋਏਗਾ। ਬੋਲੋ ਸਮਝਦੇ ਹੋ ਕਿ ਨਹੀਂ? ਹੁਣ ਅਗਰ ਬੰਦਾ ਖੂਬੀਆਂ ਵੱਲ ਦੇਖੇ, ਗੁਣਾਂ ਵੱਲ ਦੇਖੇ, ਤਾਂ ਬੰਦੇ ਨੂੰ ਬੜੀ ਖੁਸ਼ੀ ਹੁੰਦੀ ਹੈ। ਇਸ ਲਈ ਫਿਰ ਕਹਾਂਗੇ ਕਿ ਗੁਣ ਖੂਬੀਆਂ ਪਰਮਾਤਮਾ ਨੇ ਤੁਹਾਡੇ ਸਾਰਿਆਂ ਅੰਦਰ ਬੜੀਆਂ ਰੱਖੀਆਂ। ਪਰ ਦੁਖੀ ਪਤਾ ਬੰਦਾ ਕਦੋਂ ਹੁੰਦਾ ਹੈ? ਦੁਖੀ ਬੰਦਾ ਕਦੋਂ ਹੁੰਦਾ ਹੈ? ਬਸ ਅੱਜ ਬੰਦੇ ਦਾ ਹਾਲ ਕਾਂ ਵਾਲਾ ਆ। ਕਿਹੜੇ ਵਾਲਾ? ਕਾਂ ਵਾਲਾ। ਇੱਕ ਦਿਨ ਨਾ ਕਾਂ ਬੈਠਾ ਸੀ, ਸਵੇਰ ਦਾ ਸਮਾਂ, ਪੇੜ ਦੇ ਉੱਪਰ ਬੈਠਾ ਕਾਂ ਕਾਂ ਕਰ ਰਿਹਾ ਸੀ। ਇੱਕ ਬੰਦਾ ਉੱਥੋਂ ਹੀ ਲੰਘਿਆ, ਕੀ ਕਾਂ ਕਾਂ ਲਾਈ ਹੋਈ, ਬੰਦ ਕਰ। ਹੁਣ ਕਾਂ ਨੂੰ ਸਮਝ ਆ ਗਈ। ਕਾਂ ਕਹਿੰਦਾ ਕਮਾਲ ਦੀ ਗੱਲ, ਕਿੱਦਾਂ ਦੀ ਦੁਨੀਆ, ਖੁੱਲ੍ਹ ਕੇ ਬੋਲਣ ਵੀ ਨਹੀਂ ਦਿੰਦੀ ਹੈ। ਮੈਂ ਕਾਂ ਕਾਂ ਮੈਂ ਕਰ ਰਿਹਾ, ਦੁੱਖ ਇਹਨੂੰ ਹੋ ਰਿਹਾ ਹੈ। ਰੱਬਾ ਮੈਨੂੰ ਕਾਂ ਬਣਾਇਆ ਹੀ ਕਿਉਂ? ਮਨ ਦੇ ਵਿੱਚ ਸ਼ਿਕਾਇਤ ਹੀ ਹੈ। ਇੱਕ ਤਾਂ ਮੇਰਾ ਰੰਗ ਕਾਲਾ, ਦੂਜੀ ਮੇਰੀ ਆਵਾਜ਼ ਇਦਾਂ ਦੀ। ਰੱਬਾ ਮੈਨੂੰ ਕਾਂ ਕਿਉਂ ਬਣਾਇਆ? ਮੈਨੂੰ ਕਾਂ ਕਿਉਂ ਬਣਾਇਆ? ਬੜਾ ਦੁਖੀ ਜਿਹਾ ਹੋਇਆ ਉਹ। ਹੁਣ ਜਦੋਂ ਦੁਖੀ ਹੋ ਕੇ ਰੱਬ ਨੂੰ ਸ਼ਿਕਾਇਤ ਕੀਤੀ ਤਾਂ ਰੱਬ ਦੀ ਆਵਾਜ਼ ਆਈ, ਅੱਛਾ ਤੈਨੂੰ ਲੱਗਦਾ ਕਾਂ ਬਣਾ ਕੇ ਮੈਂ ਗਲਤੀ ਕੀਤੀ? ਦੱਸ ਤੂੰ ਕੀ ਬਣਨਾ ਚਾਹੁੰਦਾ, ਤੈਨੂੰ ਉਹ ਬਣਾ ਦਿੰਦਾ। ਰੱਬ ਦੀ ਜਦੋਂ ਆਵਾਜ਼ ਆਈ, ਕਾਂ ਬੜਾ ਖੁਸ਼ ਹੋਇਆ। ਕਾਂ ਕਹਿੰਦਾ ਫਿਰ ਇਦਾਂ ਕਰ ਰੱਬਾ, ਮੈਨੂੰ ਨਾ ਉਹ ਦੇਖ ਸਾਹਮਣੇ ਬਗਲਾ ਬੈਠਾ ਆ, ਉਹ ਚਿੱਟਾ ਚਿੱਟਾ ਬਗਲਾ, ਮੈਂ ਕਿੱਥੇ ਕਾਲਾ, ਕੋਈ ਦੇਖਦਾ ਵੀ ਨਹੀਂ, ਸਾਰੇ ਬੁਰਾ ਮੰਨਦੇ, ਉਹ ਬਗਲਾ ਬਣਾ ਦੇ ਮੈਨੂੰ। ਰੱਬ ਕਹਿੰਦਾ ਮੈਂ ਬਗਲਾ ਬਣਾ ਦੇਣਾ ਆ, ਪਰ ਇੱਕ ਵਾਰ ਬਗਲਾ ਬਣਨ ਤੋਂ ਪਹਿਲਾਂ ਉਹਨੂੰ, ਬਗਲੇ ਨੂੰ ਪੁੱਛ ਲੈ ਜਾ ਕੇ ਉਹ ਸੁਖੀ ਹੈ, ਉਹ ਖੁਸ਼ ਹੈ? ਕਿਉਂਕਿ ਕਿਸੇ ਵਰਗਾ ਬਣਨ ਤੋਂ ਪਹਿਲਾਂ ਉਹਨੂੰ ਪੁੱਛ ਲਓ, ਭਾਈ ਤੂੰ ਸੁਖੀ ਹੈ, ਤੂੰ ਖੁਸ਼ ਹੈ? ਅਗਰ ਉਹ ਖੁਸ਼ ਹੈ, ਮੈਨੂੰ ਕਹਿ ਦੇ ਮੈਂ ਤੈਨੂੰ ਬਗਲਾ ਬਣਾ ਦੂੰ। ਕਊਆ ਕਹਿੰਦਾ ਗੱਲ ਤਾਂ ਠੀਕ ਹੈ। ਗਿਆ ਉੜ ਕੇ ਬਗਲੇ ਦੇ ਕੋਲ, ਜਾ ਕੇ ਬਗਲੇ ਦੇ ਕੋਲ, ਬਗਲਾ ਵੀ ਪੇੜ ਤੇ ਬੈਠਾ ਸੀ। ਬਗਲਾ ਸਮਝਦੇ ਹੋ ਨਾ ਤੁਸੀਂ, ਵਾਈਟ ਰੰਗ ਦਾ, ਜਿਹਨੂੰ ਨਿਆਣੇ ਕਹਿੰਦੇ ਬਗਲੇ ਬਗਲੇ, ਕੁਛ ਇਦਾਂ ਦੇ ਨਾ ਕੋਡੀ ਦੇ ਕੁਛ ਕਰਦੇ ਹੁੰਦੇ ਆ। ਉਹ ਬੈਠਾ ਹੈ ਪੇੜ ਤੇ, ਕਊਆ ਜਾ ਕੇ ਉਹਦੇ ਕੋਲ ਬੈਠਾ। ਬਗਲਾ ਕਹਿੰਦਾ ਹਾਂ ਵੀ ਕਊਏ, ਤੂੰ ਮੇਰੇ ਕੋਲ ਕੀ ਕਰਨਾ ਆ? ਕਹਿੰਦਾ ਜੀ ਮੈਂ ਇਹ ਕਰਨਾ ਆ ਕਿ ਰੱਬ ਮੇਰੇ ਤੋਂ ਬੜਾ ਖੁਸ਼ ਹੈ, ਰੱਬ ਨੇ ਮੈਨੂੰ ਵਰਦਾਨ ਦੇਣਾ ਆ, ਰੱਬ ਨੇ ਮੈਨੂੰ ਵਰਦਾਨ ਦੇਣਾ ਆ। ਔਰ ਵਰਦਾਨ ਇਹ ਹੈ ਕਿ ਰੱਬ ਕਹਿੰਦਾ ਤੂੰ ਜੋ ਕਹੇਗਾ ਉਹ ਬਣ ਜਾਏਗਾ। ਮੈਂ ਉਹਨੂੰ ਕਿਹਾ ਰੱਬਾ ਮੈਨੂੰ ਬਗਲਾ ਬਣਾ ਦੇ, ਤਾਂ ਰੱਬ ਕਹਿੰਦਾ ਪਹਿਲਾਂ ਬਗਲੇ ਨੂੰ ਪੁੱਛ ਲਾ, ਉਹ ਸੰਤੁਸ਼ਟ ਹੈ, ਉਹ ਖੁਸ਼ ਹੈ, ਫਿਰ ਤੈਨੂੰ ਬਗਲਾ ਬਣਾਉਂ। ਹੁਣ ਬਗਲੇ ਨੂੰ ਪੁੱਛਿਆ, ਭਾਈ ਸਾਹਿਬ ਤੁਸੀਂ ਦੱਸੋ ਖੁਸ਼ ਹੋ, ਮੈਂ ਬਗਲਾ ਬਣ ਜਾਵਾਂ? ਉਹ ਬਗਲਾ ਕਹਿੰਦਾ ਨਾ ਭਰਾਵਾ, ਬਗਲਾ ਨਾ ਬਣੀ, ਮੈਂ ਬਗਲਾ ਬਣ ਕੇ ਦੁਖੀ ਹਾਂ, ਮੈਂ ਬਗਲਾ ਬਣ ਕੇ ਉਹ ਦੁਖੀ ਆ ਭਰਾਵਾ, ਤੂੰ ਬਗਲਾ ਨਾ ਬਣੀ। ਜੇ ਤੈਨੂੰ ਮੌਕਾ ਮਿਲਿਆ ਹੀ ਹੈ, ਤੈਨੂੰ ਵਰਦਾਨ ਰੱਬ ਨੇ ਦੇਣਾ ਹੀ ਹੈ, ਏਦਾਂ ਕਰੋ, ਬਗਲਾ ਕੀ ਆ, ਦੇਖ ਚਿੱਟਾ ਹੀ ਚਿੱਟਾ, ਦੇਖ ਸਫੇਦ ਹੀ ਸਫੇਦ, ਕੋਈ ਰੰਗ ਹੈ ਹੀ ਨਹੀਂ ਵਿੱਚ। ਉਹ ਬਣਨਾ ਤਾਂ ਤੋਤਾ ਬਣ ਜਾ, ਤੋਤਾ ਦੇਖ ਕਿੱਦਾਂ ਰੰਗ ਬਰੰਗਾ ਤੋਤਾ, ਆ ਹਰਾ ਹਰਾ ਹੈ ਨਾ, ਗਲ 'ਚ ਗਾਨੀ, ਲਾਲ ਚੁੰਝ, ਦੇਖਣ ਨੂੰ ਕਿੰਨਾ ਸੋਹਣਾ, ਮਿੱਠੇ ਮਿੱਠੇ ਫਲ ਖਾਂਦਾ ਆ। ਅਸੀਂ ਕੀ ਆ, ਅਸੀਂ ਫਲ ਖਾ ਨਹੀਂ ਸਕਦੇ, ਆ ਡੱਡੂ ਮੱਛੀਆਂ ਖਾਂਦੇ ਆ ਅਸੀਂ, ਕਿਤੇ ਕੋਈ ਮਰਿਆ ਚੂਹਾ ਮਿਲ ਜਾਵੇ ਉਹ ਖਾ ਲਈਦਾ। ਓਏ ਤੋਤਾ ਬਣ, ਆ ਬਗਲੇ ਦੀ ਕਾਹਦੀ ਜ਼ਿੰਦਗੀ? ਜੇ ਮੈਨੂੰ ਮੌਕਾ ਮਿਲੇ ਮੈਂ ਤਾਂ ਤੋਤਾ ਬਣਾ, ਮੈਂ ਤਾਂ ਪੈਰਟ ਬਣਾ। ਕਊਆ ਕਹਿੰਦਾ ਸ਼ੁਕਰ ਹੈ ਰੱਬਾ, ਕਿਤੇ ਸਿੱਧਾ ਹੀ ਬਗਲਾ ਨਹੀਂ ਬਣਾਤਾ, ਸ਼ੁਕਰ ਹੈ ਪਤਾ ਲੱਗ ਗਿਆ, ਤੋਤਾ ਬਣਦੇ ਆ। ਫਿਰ ਰੱਬ ਨੂੰ ਆਵਾਜ਼ ਦੀ, ਰੱਬਾ ਪੁੱਛ ਲਿਆ ਮੈਂ ਬਗਲੇ ਨੂੰ, ਬਣਾ ਦੇ ਮੈਨੂੰ, ਤੋਤਾ ਬਣਾ ਦੇ। ਉਹ ਰੱਬ ਕਹਿੰਦਾ ਜਲਦੀ ਨਾ ਕਰ, ਪਹਿਲਾਂ ਤੋਤੇ ਨੂੰ ਜਾ ਕੇ ਪੁੱਛ ਲਾ ਉਹ ਖੁਸ਼ ਹੈ, ਪਹਿਲਾਂ ਤੋਤੇ ਨੂੰ ਜਾ ਕੇ ਪੁੱਛ ਲਾ ਸੰਤੁਸ਼ਟ ਹੈ, ਖੁਸ਼ ਹੈ ਉਹ। ਜੇ ਤੋਤਾ ਖੁਸ਼ ਹੈ ਤੈਨੂੰ ਤੋਤਾ ਬਣਾ ਦਿੰਦੇ ਆ, ਮੈਨੂੰ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਮੇਰੇ ਵਾਸਤੇ ਸਾਰੇ ਪੰਛੀ ਇੱਕੋ ਜਿਹੇ ਹੈ। ਪਰ ਪਹਿਲਾਂ ਤੋਤੇ ਨੂੰ ਮਿਲ ਕੇ ਪੁੱਛ ਲਓ, ਠੀਕ ਹੈ, ਖੁਸ਼ ਹੈ ਉਹ, ਸੰਤੁਸ਼ਟ ਹੈ, ਫਿਰ ਤੈਨੂੰ ਬਣਾ ਦਿੰਦੇ ਤੋਤਾ। ਕਊਆ ਕਹਿੰਦਾ ਗੱਲ ਤਾਂ ਇਹ ਵੀ ਠੀਕ ਹੈ, ਦੂਰੋਂ ਬੈਠਾ ਤਾਂ ਬਗਲਾ ਬੜਾ ਚੰਗਾ ਲੱਗਦਾ ਸੀ, ਪਰ ਦੁੱਖ ਤਾਂ ਇਹਨੂੰ ਮਿਲ ਕੇ ਪਤਾ ਲੱਗਾ ਕਿ ਬੜਾ ਦੁਖੀ ਹੈ। ਹੁਣ ਤੋਤੇ ਨੂੰ ਵੀ ਦੇਖ ਲਈਏ ਕਿ ਉਹ ਸੁਖੀ ਹੈ ਕਿ ਨਹੀਂ। ਉੜ ਕੇ ਗਿਆ ਤੋਤੇ ਦੇ ਕੋਲ, ਤੋਤਾ ਬੈਠਾ ਹੋਇਆ ਸੀ ਪੇੜ ਦੇ ਉੱਪਰ, ਤੋਤੇ ਕੋਲ ਗਿਆ। ਤੋਤਾ ਕਹਿੰਦੇ ਹਾਂ ਕਊਏ ਕਿੱਦਾਂ ਆਣਾ ਹੋਇਆ? ਕਹਿੰਦਾ ਜੀ ਮੈਨੂੰ ਰੱਬ ਨੇ ਦੇਣਾ ਵਰਦਾਨ, ਔਰ ਮੈਂ ਸੋਚਦਾ ਤੋਤਾ ਬਣ ਜਾਵਾਂ, ਪਰ ਮੈਂ ਸੋਚਿਆ ਤੋਤਾ ਬਣਨ ਤੋਂ ਪਹਿਲਾਂ ਤੁਹਾਨੂੰ ਪੁੱਛ ਲਵਾਂ, ਤੁਸੀਂ ਸੁਖੀ ਹੋ, ਖੁਸ਼ ਹੋ? ਤੋਤਾ ਬਣ ਕੇ ਖੁਸ਼ੀ ਹੋ, ਤੁਸੀਂ ਸੁਖੀ ਹੋ? ਉਹ ਤੋਤਾ ਕਹਿੰਦਾ ਭਰਾਵਾ ਜੋ ਮਰਜ਼ੀ ਬਣ ਜੀ, ਤੋਤਾ ਕਦੀ ਨਾ ਬਣੀ। ਉਹ ਕਹਿੰਦਾ ਕੀ ਹੋ ਗਿਆ ਹੁਣ? ਉਹ ਕਹਿੰਦੇ ਭਰਾਵਾ ਦੇਖ ਲੈ ਹਰਾ ਹੀ ਰੰਗ, ਬੋਲੋ ਸਮਝਦੇ ਹੋ ਕਿ ਨਹੀਂ? ਹਰਾ ਹੀ ਰੰਗ ਹੈ। ਕੀ ਰੰਗ ਹੈ ਇਹ? ਜੇ ਬਣਨਾ ਤਾਂ ਮੋਰ ਬਣ, ਦੇਖ ਰੰਗ ਬਰੰਗਾ ਜਾਂ ਕਿੰਨਾ ਸੋਹਣਾ ਲੱਗਦਾ ਹੈ। ਜੇ ਮੈਨੂੰ ਰੱਬ ਮੌਕਾ ਦੇਵੇ ਮੈਂ ਤਾਂ ਮੋਰ ਬਣਾ, ਇਸ ਲਈ ਤੋਤਾ ਬਣ 'ਚ ਕੀ ਮਜ਼ਾ ਯਾਰ। ਆ ਮੋਰ ਦੇ ਪੰਖਾਂ ਦੀ ਦੇਖ ਲਾ ਕੀਮਤ ਹੈ, ਮੋਰ ਦੇ ਪੰਖਾਂ ਨੂੰ ਲੋਕ ਮੰਦਿਰਾਂ ਚੜਾਉਂਦੇ ਆ, ਮਸਜਿਦਾਂ ਚੜਾਉਂਦੇ ਆ, ਹਰ ਜਗ੍ਹਾ ਉਹਦੇ ਪੰਖਾਂ ਦੀ ਪੂਜਾ ਵੀ ਹੁੰਦੀ ਹੈ। ਕਿੰਨੇ ਚੰਗਾ ਹੈ ਮੋਰ। ਤੋਤਾ ਤੂਤਾ ਨਾ ਬਣੀ, ਬਣਨਾ ਤਾਂ ਮੋਰ ਬਣੀ। ਕਹੂਗੇ ਨੇ ਫਿਰ ਰੱਬ ਨੂੰ ਯਾਦ ਕੀਤਾ, ਰੱਬਾ
ਕਰਦੇ ਕਿਰਪਾ, ਪਤਾ ਲੱਗ ਗਿਆ, ਸੱਚਾਈ ਦਾ ਪਤਾ ਲੱਗ ਗਿਆ, ਮੋਰ ਬਣਾ ਦੇ ਮੋਰ। ਉਹ ਰੱਬ ਕਹਿੰਦਾ ਇੰਨੀ ਕਾਲੀ ਨਾ ਕਰ, ਪਹਿਲਾਂ ਮੋਰ ਨੂੰ ਪੁੱਛ ਲੈ ਜਾ ਕੇ, ਉਹ ਸੁਖੀ ਹੈ, ਉਹ ਸੁਖੀ ਹੈ, ਪੁੱਛ ਲੈ ਜਾ ਕੇ ਉਹਨੂੰ। ਕਊਆ ਕਹਿੰਦਾ ਗੱਲ ਤਾਂ ਇਹ ਵੀ ਠੀਕ ਹੈ, ਚਲੀਏ ਮੋਰ ਦੇ ਕੋਲ ਗਿਆ। ਮੋਰ ਦੇ ਕੋਲ, ਮੋਰ ਵਿਚਾਰਾ ਜ਼ਮੀਨ ਤੇ ਬੈਠਾ ਨਾ ਦਾਣੇ ਚੁਗ ਰਿਹਾ ਹੈ। ਮੋਰ ਨੂੰ ਜਾ ਕੇ ਪੁੱਛਿਆ, ਮੋਰ ਭਾਈ ਕਿੱਦਾਂ ਸੁਖੀ ਹੋ ਤੁਸੀਂ? ਕਹਿੰਦਾ ਤੂੰ ਕਿਉਂ ਪੁੱਛ ਰਿਹਾ? ਕਹਿੰਦੇ ਰੱਬ ਨੇ ਮੈਨੂੰ ਵਰਦਾਨ ਦੇਣਾ ਆ, ਕਿਉਂਕਿ ਰੱਬ ਕਹਿੰਦਾ ਤੂੰ ਜਿਹੜਾ ਪੰਛੀ ਕਹੂੰਗਾ ਤੈਨੂੰ ਬਣਾ ਦੂੰ। ਪਹਿਲਾਂ ਬਗੁਲੇ ਕੋ ਗਿਆ, ਉਹ ਕਹਿੰਦਾ ਮੈਂ ਤੋਤਾ ਬਣਨਾ ਚਾਹੁੰਦਾ ਆ, ਮੈਂ ਆਪਣੇ ਜੀਵਨ ਤੋਂ ਸੁਖੀ ਨਹੀਂ ਆ। ਤੋਤੇ ਕੋ ਗਿਆ, ਉਹ ਕਹਿੰਦਾ ਮੈਂ ਤੋਤਾ ਹੋਣ ਤੋਂ ਸੁਖੀ ਨਹੀਂ, ਮੈਂ ਮੋਰ ਬਣਨਾ ਚਾਹੁੰਦਾ ਆ। ਹੁਣ ਮੈਂ ਤੁਹਾਡੇ ਕੋਲ, ਤੁਸੀਂ ਸੁਖੀ ਹੋ, ਸੰਤੁਸ਼ਟ ਹੋ? ਉਹ ਕਹਿੰਦਾ ਨਹੀਂ ਭਰਾਵਾ, ਮੈਂ ਸੰਤੁਸ਼ਟ ਹੈ ਨਹੀਂ। ਆ ਮੋਰ ਦੀ ਜ਼ਿੰਦਗੀ ਕੋਈ ਜ਼ਿੰਦਗੀ ਹੈ? ਨਾ ਲੰਬੀ ਉਡਾਰੀ ਮਾਰ ਸਕਦਾ, ਜਿਹੜਾ ਕੁੱਤੇ ਦਾ ਦਿਲ ਕਰਦਾ ਕਿ ਧੌਣ ਫੜ ਲੈਂਦਾ ਹੈ, ਫਿਰ ਫੜ ਕੇ ਸਾਨੂੰ ਪਿੰਜਰਿਆਂ 'ਚ ਬੰਦ ਕਰ ਦਿੱਤਾ ਜਾਂਦਾ, ਘਰ 'ਚ ਰੱਖਿਆ ਜਾਂਦਾ ਹੈ, ਪੰਖ ਸਾਡੇ ਨੋਚੇ ਜਾਂਦੇ ਹੈ। ਕਿੰਨੀ ਤਕਲੀਫ ਹੁੰਦੀ ਹੈ ਭਾਈ। ਮੈਂ ਤਾਂ ਮੋਰ ਬਣ ਕੇ ਪਛਤਾ ਰਿਹਾ ਆ, ਇਸ ਕਰਕੇ ਮੈਂ ਮੋਰ ਨਹੀਂ ਬਣਨਾ ਚਾਹੁੰਦਾ। ਤੂੰ ਵੀ ਨਾ ਬੜੀ ਭੁੱਲ ਕੇ। ਉਹ ਕਹਿੰਦੇ ਵੀ ਦੱਸੋ ਤੁਸੀਂ ਕੀ ਬਣਨਾ ਚਾਹੁੰਦੇ ਹੋ? ਕਹਿੰਦਾ ਮੈਂ ਤਾਂ ਰੱਬ ਅੱਗੇ ਇਹੀ ਕਹਿੰਦਾ, ਰੱਬਾ ਅਗਲੇ ਜਨਮ ਮੈਨੂੰ ਕਊਆ ਬਣਾਈ। ਕਿਉਂਕਿ ਕਊਏ ਨੂੰ ਕੋਈ ਨਾ ਫੜ ਕੇ ਪਿੰਜਰੇ 'ਚ ਪਾਉਂਦਾ ਆ, ਨਾ ਹੀ ਕਿ ਉਹਨੂੰ ਮਾਰਦਾ ਹੈ, ਨਾ ਹੀ ਕੋਈ ਉਹਦੇ ਪੰਖ ਨੋਚਦਾ ਹੈ। ਉਹ ਜਿੱਥੇ ਦਿਲ ਕਰਦਾ ਉਡਾਰੀਆਂ ਮਾਰਦਾ, ਉਹਨੂੰ ਡਰ ਹੀ ਕੋਈ ਹੈ ਨਹੀਂ, ਬੇਫਿਕਰੀ ਦੀ ਜ਼ਿੰਦਗੀ ਜੀਂਦਾ ਕਊਆ। ਇਸ ਕਰਕੇ ਮੈਂ ਤਾਂ ਅਗਲੇ ਜਨਮ ਕਊਆ ਬਣਨਾ ਹੈ। ਤਾਂ ਹੁਣ ਕਊਆ ਕਹਿੰਦਾ ਸਮਝ ਆ ਗਈ, ਰੱਬਾ ਓ ਰੱਬਾ। ਰੱਬ ਕਹਿੰਦਾ ਕੀ ਬਣਾਵਾ? ਕਹਿੰਦੇ ਕਊਆ ਹੀ ਰਹਿਣ ਦਿਓ, ਸ਼ੁਕਰ ਹੈ ਤੁਹਾਡਾ ਮੈਨੂੰ ਕਊਆ ਬਣਾਇਆ, ਸ਼ੁਕਰ ਹੈ, ਕਹਿੰਦਾ ਕਊਆ ਹੀ ਰਹਿਣ ਦਿਓ, ਸ਼ੁਕਰ ਹੈ ਮੈਂ ਸੁਖੀ ਹਾਂ। ਕਿਉਂਕਿ ਹੁਣ ਪਤਾ ਲੱਗਾ ਕਿ ਪਹਿਲਾਂ ਮੈਂ ਦੂਜਿਆਂ ਨਾਲ ਕੰਪੇਅਰ ਕਰਦਾ ਸੀ, ਦੂਜਿਆਂ ਦੇ ਗੁਣਾਂ ਨੂੰ ਦੇਖਦਾ ਸੀ, ਪਰ ਇਹ ਨਹੀਂ ਪਤਾ ਕਿ ਮੇਰੇ 'ਚ ਕਿੰਨੇ ਗੁਣ ਹੈ। ਹੁਣ ਪਤਾ ਲੱਗਾ ਘੁੰਮ ਕੇ ਕਿ ਆਪਣੇ ਗੁਣ ਹੀ ਸਰਵੋਤਮ ਹੁੰਦੇ ਐ, ਕਿ ਕਊਆ ਹੀ ਰਹਿਣ ਦੇ ਰੱਬਾ। ਆ ਬਗੁਲਾ ਬਣ ਕੇ, ਤੋਤਾ ਬਣ ਕੇ, ਮੋਰ ਬਣ ਕੇ ਦੁਖੀ ਥੋੜੀ ਹੋਣਾ। ਅੱਜ ਤੁਸੀਂ ਵੀ ਕਹਿੰਦੇ ਰਹਿੰਦੇ ਹੋ, ਰੱਬਾ ਮੈਨੂੰ ਉਹਦੇ ਵਰਗਾ ਬਣਾ ਦੇ। ਉਹ ਪਹਿਲਾਂ ਪੁੱਛਦਾ ਲਓ, ਜਿਹਦੇ ਵਰਗਾ ਬਣਨਾ ਚਾਹੁੰਦੇ ਹੋ ਸੁਖੀ ਹੈ, ਰੱਬਾ ਮੈਨੂੰ ਉਹਦੇ ਨਾਲ ਜੋੜ ਦੇ। ਉਹ ਸੁਖੀ ਹੈ, ਜੁੜਨਾ ਤਾਂ ਉਹਦੇ ਨਾਲ ਜੁੜੋ ਜਿਹੜਾ ਆਨੰਦ ਦਾ ਭੰਡਾਰ ਹੋਵੇ, ਜਿਹੜਾ ਆਪ ਆਨੰਦ ਦਾ ਭੰਡਾਰ ਹੈ। ਉਹਦੇ ਨਾਲ ਜੁੜ ਕੇ ਤੁਹਾਡੇ ਜੀਵਨ 'ਚ ਆਨੰਦ ਆਏਗਾ। ਜਿਹੜਾ ਪਹਿਲਾਂ ਹੀ ਦੁਖੀ ਬੈਠਾ ਹੈ, ਉਹਦੇ ਨਾਲ ਜੁੜ ਜਾਓਗੇ ਤਾਂ ਤੁਹਾਡੇ ਜੀਵਨ 'ਚ ਖੁਸ਼ੀਆਂ ਕਿੱਥੋਂ ਆ ਜਾਣੀਆਂ? ਬਲਕਿ ਫਿਰ ਕੀ ਹੋਣਾ ਹੈ, ਤੁਹਾਡੇ ਜੀਵਨ 'ਚ ਦੁੱਖ ਹੈ, ਤੁਸੀਂ ਉਹਦੇ ਨਾਲ ਜੁੜ ਜਾਂਦੇ ਹੋ ਜਿਹੜਾ ਪਹਿਲਾਂ ਹੀ ਦੁਖੀ ਹੈ, ਤਾਂ ਤੁਹਾਡੇ ਦੁੱਖਾਂ ਦੀ ਗਿਣਤੀ ਦੁੱਗਣੀ ਹੋ ਜਾਣੀ ਕਿ ਨਹੀਂ? ਜਵਾਬ ਦਿਓ ਸਾਨੂੰ। ਹੁਣ ਜੁੜੀਏ ਉਹਦੇ ਨਾਲ ਜਿਹੜਾ ਸਾਡਾ ਜੀਵਨ ਖੁਸ਼ੀਆਂ ਨਾਲ ਭਰ ਦੇਵੇ, ਜਿਹੜਾ ਸਾਡਾ ਜੀਵਨ ਆਨੰਦ ਨਾਲ ਭਰ ਦੇਵੇ, ਜਿਹੜਾ ਸਾਡਾ ਜੀਵਨ ਸ਼ਾਂਤੀ ਨਾਲ ਭਰ ਦੇਵੇ। ਇਸ ਕਰਕੇ ਸਮਝਣਾ ਸਾਰਿਆਂ ਨੇ। ਸੋ ਆਪਣੇ ਆਪ ਨੂੰ ਕਿਸੇ ਵਰਗਾ ਨਾ, ਉਦਾਂ ਦਾ ਨਹੀਂ। ਮੈਨੂੰ ਮੇਰੇ ਰੱਬ ਨੇ ਜੋ ਬਣਾਇਆ ਹੈ ਬੈਸਟ ਬਣਾਇਆ ਹੈ, ਮੈਨੂੰ ਜੋ ਮੇਰੇ ਮਾਲਿਕ ਨੇ ਬਣਾਇਆ ਬੈਸਟ ਬਣਾਇਆ ਹੈ। ਹੁਣ ਜੇ ਮੈਂ ਹੋਰ ਬੈਸਟ ਹੋਣਾ ਚਾਹੁੰਦਾ ਹਾਂ ਤਾਂ ਆਪਣੇ ਮਾਲਿਕ ਨਾਲ ਜੁੜ ਕੇ ਹੀ ਬੈਸਟ ਹੋ ਸਕਦਾ ਹਾਂ। ਦੁਨੀਆ ਪਿੱਛੇ ਦੌੜ ਕੇ ਤਾਂ ਮੇਰੀ ਕੀਮਤ, ਜਿੱਦਾਂ ਦੱਸੀਦਾ ਨਾ, ਨੀਵਿਆਂ ਨਾਲ ਯਾਰੀ ਲਾ ਕੇ ਨੀਵੇਂ ਹੋ ਜਾਵਾਂਗੇ, ਸ਼ਰਾਬੀ ਨਾਲ ਯਾਰੀ ਲਾਵਾਂਗੇ ਸ਼ਰਾਬੀ ਬਣਾਂਗੇ, ਜੁਆਰੀ ਨਾਲ ਯਾਰੀ ਲਾਵਾਂਗੇ ਜੁਆਰੀ ਬਣਾਂਗੇ, ਤਾਂ ਜੇ ਆਪਣੇ ਪ੍ਰਭੂ ਨਾਲ ਯਾਰੀ ਲਾਵਾਂਗੇ ਤਾਂ ਉਹਦਾ ਹੀ ਰੂਪ ਹੋ ਜਾਵਾਂਗੇ। ਕਿਉਂਕਿ ਰਾਂਝਾ ਰਾਂਝਾ ਕਰਦੀ ਨਹੀਂ ਮੈਂ ਆਪੇ ਹੀ ਰਾਂਝਾ। ਇਹਲੇ ਬੁੱਲੇ ਸ਼ਾਹ ਕਹਿੰਦੇ ਤੂੰ ਜਿਹਦੇ ਨਾਲ ਜੁੜ ਗਿਆ ਨਾ, ਫਿਰ ਉਹਦਾ ਰੰਗ ਤੇਤੇ ਚੜਨਾ। ਹੁਣ ਤੁਸੀਂ ਬਣਨਾ ਕੀ ਚਾਹੁੰਦੇ ਹੋ? ਜਿੱਦਾਂ ਹੀ ਕਈ ਵਾਰ ਦੱਸੀਦਾ ਕਿ ਭਿਖਾਰੀਆਂ ਦੇ ਕੋਲ ਬੈਠੋਗੇ ਨਾ, ਭਿਖਾਰੀਆਂ ਨਾਲ ਯਾਰੀ ਲਾਉਂਗੇ ਤਾਂ ਤੁਸੀਂ ਵੀ ਭਿਖਾਰੀ ਬਣ ਜਾਣਾ। ਕਿੱਦਾਂ ਬਣ ਜਾਣਾ ਹੈ ਜਰਾ ਸੋਚੋ। ਫਰਜ਼ ਕਰੋ ਤੁਹਾਡਾ ਕੋਈ ਭਿਖਾਰੀ ਮਿੱਤਰ ਹੈ, ਹੁਣ ਤੁਸੀਂ ਉਹਨੂੰ ਮਿਲਣ ਗਏ ਔਰ ਤੂੰ ਨਾ ਕਹਿਤਾ ਭਾਈ ਬਹਿ ਜਾ ਮੇਰੇ ਕੋਲ, ਤਾਂ ਦੇਖਣ ਲੱਗਣਾ ਉਹ ਪਹਿਲਾਂ ਇੱਕ ਬੈਠਾ ਸੀ ਹੁਣ ਦੋ ਬਹਿ ਗਏ। ਬਣ ਗਏ ਕਿ ਨਹੀਂ ਭਿਖਾਰੀ? ਜਵਾਬ ਦੇਣਾ ਸਾਨੂੰ। ਕਿਉਂਕਿ ਭਿਖਾਰੀ ਦੇ ਕੋਲ ਬੈਠਾਂਗੇ, ਮੰਗਣ ਵਾਲੇ ਦੇ ਕੋਲ ਬੈਠਾਂਗੇ, ਜਿਹੜਾ ਮੋਰੇ ਆ ਪੱਲਾ ਜਿਹਾ ਵਿਛਾ ਕੇ ਕਟੋਰਾ ਜਿਹਾ ਰੱਖ ਕੇ ਬਹਿ ਜਾਂਦਾ, ਉਹਦੇ ਕੋਲ ਹਾਲ ਚਾਲ ਪੁੱਛਣ ਵੀ ਬਹਿ ਗਏ ਨਾ ਤੁਸੀਂ। ਦੇਖਣਾ ਹੋਣਾ ਪਹਿਲਾਂ ਯਾਰ ਇੱਕ ਹੁੰਦਾ ਸੀ ਹੁਣ ਦੋ ਬਹਿ ਗਏ। ਬਣ ਗਏ ਤੁਸੀਂ ਭਿਖਾਰੀ? ਬਣ ਗਏ ਕਿ ਨਹੀਂ? ਤਾਂ ਜੇ ਫਰਜ਼ ਕਰੋ ਹੁਣ ਏਦਾਂ ਸੋਚੋ ਕਿ ਕੋਈ ਰਾਜਾ ਹੈ, ਕੋਈ ਮਹਾਰਾਜਾ ਹੈ, ਜੇ ਉਹਦੇ ਕੋਲ ਤੁਸੀਂ ਬੈਠ ਜਾਓਗੇ ਤਾਂ ਸੋਚਣ ਵਾਲੇ ਨੇ ਕਹਿਣਾ ਆ ਇਹ ਵੀ ਕਿਸੇ ਦੇਸ਼ ਦਾ ਰਾਜਾ ਹੋਣਾ, ਕਿਉਂਕਿ ਰਾਜੇ ਦੇ ਕੋਲ ਬੈਠਾ ਹੈ। ਤਾਂ ਹੀ ਕਹਿੰਦੇ ਮੈਂ ਨੀਵਾਂ ਮੇਰਾ ਮੁਰਸ਼ਿਦ ਉੱਚਾ, ਉੱਚਿਆਂ ਦੇ ਸੰਗ ਲਾਈ, ਉਹ ਸਦਕੇ ਜਾਵਾਂ ਇਹਨਾਂ ਉੱਚਿਆਂ ਤੋਂ ਜਿਹੜਾ ਨੀਵਿਆਂ ਨਾਲ। ਕਿਉਂਕਿ ਉੱਚਿਆਂ ਦੇ ਨਾਲ ਬੈਠਾਂਗੇ ਤਾਂ ਦੁਨੀਆ ਦੀ ਨਜ਼ਰ 'ਚ ਅਸੀਂ ਵੀ ਉੱਚੇ ਹੋ ਜਾਵਾਂਗੇ, ਪਰਮਾਤਮਾ ਦੀ ਨਜ਼ਰ 'ਚ ਅਸੀਂ ਵੀ ਉੱਚੇ ਹੋ ਜਾਵਾਂਗੇ। ਤਾਂ ਮੰਗਣ ਵਾਲਿਆਂ ਕੋਲ ਬੈਠਾਂਗੇ ਤਾਂ ਉਹਦੀ ਸਾਰੀਆਂ ਦੀ ਨਜ਼ਰਾਂ 'ਚ ਅਸੀਂ ਵੀ। ਹੁਣ ਕੀ ਬਣਨਾ ਹੈ ਤੁਸੀਂ? ਜਵਾਬ ਨਹੀਂ ਆਇਆ। ਇਸ ਲਈ ਆਪਣੇ ਮਾਲਿਕ ਨਾਲ ਸਿਮਰਨ ਕਰਨਾ, ਉਹਦੀ ਬੰਦਗੀ ਕਰਨੀ, ਉਹਦੇ ਨਾਲ ਆਪਣੀ ਸੁਰਤੀ ਜੋੜਨਾ, ਆਪਣੀ ਸੋਚ ਨੂੰ ਬੜਾ ਕਰਨਾ। ਔਰ ਜੋ ਮੈਨੂੰ ਮੇਰੇ ਮਾਲਿਕ ਨੇ ਬਣਾਇਆ, ਆਈ ਐਮ ਦਾ ਬੈਸਟ। ਕੀ कहना? आई एम द, मैं सर्वोत्तम हूं, मैं सबसे उत्तम हूं, मैं महान हूं, क्योंकि मेरे अंदर महान शक्ति बैठी है। बस अपने अंदरले गुणों को बढ़ाना है। अपने आप को देख कितना चंगा, मेरी कादी जिंदगी, वो तू अपने आप नहीं कही ना मेरी कादी जिंदगी, वो देख कितना वधिया। बोलो समझते हो कि नहीं? एक गल हमेशा याद रखो, जे कोयल की आवाज अच्छी है ना, तो यह मतलब ये नहीं कि कोयल अंदर आवाज अच्छी है तो
ਹੋਰ ਪੰਛੀਆਂ ਅੰਦਰ ਕੋਈ ਗੁਣ ਹੈ ਨਹੀਂ। ਹਰ ਇੱਕ ਪੰਛੀ ਦੇ ਆਪਣੇ ਆਪਣੇ ਗੁਣ ਹੈ, ਆਪਣੀਆਂ ਆਪਣੀਆਂ ਖੂਬੀਆਂ ਹੈ। ਇਸੇ ਤਰ੍ਹਾਂ ਠੀਕ ਹੈ, ਅੱਜ ਕੋਈ ਅੱਛਾ ਗਾ ਸਕਦਾ ਹੈ ਤਾਂ ਬੰਦਾ ਕਹਿੰਦਾ ਲੈ ਇਦਾਂ ਦਾ ਗਾਇਕ ਮੈਂ ਵੀ ਬਣਨਾ ਆ। ਤਾਂ ਭਾਈ ਤੂੰ ਆਪਣੀ ਕੁਆਲਿਟੀ ਦੇਖ, ਤੇਰੇ ਗੁਣ ਕੀ ਹੈ। ਹੋ ਸਕਦਾ ਤੂੰ ਅੱਛਾ ਖਾਣਾ ਬਣਾ ਸਕਦਾ ਹੋਵੇ, ਹੋ ਸਕਦਾ ਤੂੰ ਅੱਛਾ ਕੋਈ ਐਸਾ ਕੰਮ ਕਰ ਸਕਦਾ ਜਿਹੜਾ ਉਹ ਗਾਇਕ ਨਾ ਕਰ ਸਕੇ। ਬੋਲੋ ਸਮਝਦੇ ਹੋ ਕਿ ਨਹੀਂ? ਕਿਉਂਕਿ ਹਰ ਇੱਕ ਦੇ ਅੰਦਰ ਕੋਈ ਨਾ ਕੋਈ ਕੁਆਲਿਟੀ ਹੈ। ਪਰ ਅਸੀਂ ਕੀ ਕਰਦੇ ਆ, ਦੂਜਿਆਂ ਨੂੰ ਦੇਖ ਕੇ ਉਹਦੇ ਵਰਗਾ ਬਣਨ ਦੀ ਕੋਸ਼ਿਸ਼ ਵਿੱਚ ਆਪਣੇ ਅੰਦਰਲੇ ਗੁਣਾਂ ਨੂੰ ਕਦੀ ਵਧਾਉਣ ਦੀ ਕੋਸ਼ਿਸ਼ ਨਹੀਂ ਕਰਦੇ, ਬਸ ਉਦਾਂ ਦੀ ਕਾਪੀ ਕਰਨ ਦੀ ਕੋਸ਼ਿਸ਼ ਕਰਦੇ ਆ। ਕਾਪੀ ਕੈਟ ਨਾ ਬਣੋ। ਬੋਲੋ ਸਮਝਦੇ ਹੋ ਕਿ ਨਹੀਂ? ਆਪਣੇ ਬੈਸਟ ਨੂੰ ਦੇਖੋ ਕਿ ਮੇਰੇ ਅੰਦਰ ਅੱਛਾਈ ਕੀ ਹੈ। ਜੋ ਹੈ ਮੈਂ ਬੈਸਟ ਕਰਨਾ ਹੈ, ਮੈਂ ਆਪਣੀ ਕਰਨੀ ਨੂੰ ਅੱਛਾ ਕਰਨਾ ਹੈ, ਮੈਂ ਆਪਣੀ ਬੋਲਬਾਣੀ ਨੂੰ ਅੱਛਾ ਕਰਨਾ ਹੈ। ਅਗਰ ਤੁਸੀਂ ਅੱਛੇ ਕਰੋਗੇ, ਉੱਠੋਗੇ, ਬੈਠੋਗੇ, ਕਰਮ ਅੱਛੇ ਹੋਣਗੇ, ਆਦਤਾਂ ਅੱਛੀਆਂ ਹੋਣਗੀਆਂ ਤਾਂ ਤੁਹਾਡਾ ਜੀਵਨ ਮਹਾਨ ਹੁੰਦਾ ਕਹਿ ਦਿਓ चला जाएगा। इसलिए फिर कमांगे कि इंसान हर चीज हासिल कर सकता है अगर अपने भीतर बैठी शक्ति को जान ले, जानो। और ਇਹਦੇ ਤੱਕ ਹੀ ਤਾਂ ਤੁਹਾਨੂੰ ਲੈ ਕੇ ਜਾਣਾ ਹੈ। ਅਸੀਂ ਤਾਂ ਹੀ ਤਾਂ ਦਿਨ ਰਾਤ ਮਿਹਨਤ ਕਰਦੇ ਹਾਂ, ਧਿਆਨ ਦੇ ਜ਼ਰੀਏ, ਸਿਮਰਨ ਦੇ ਜ਼ਰੀਏ, ਸਤਸੰਗ ਦੇ ਜ਼ਰੀਏ, ਵਿਧੀਆਂ ਦੇ ਜ਼ਰੀਏ। ਇਹੀ ਤਾਂ ਦੱਸਦੇ ਕਿ ਤੁਸੀਂ ਆਪਣੇ ਅੰਦਰਲੀ ਸ਼ਕਤੀ ਨੂੰ ਜਾਣੋ ਕਿ ਤੁਹਾਡੇ ਵਾਸਤੇ ਕੁਝ ਵੀ ਨਾਮੁਮਕਿਨ ਨਹੀਂ ਹੈ। ਤੁਸੀਂ ਅਸੰਭਵ ਨੂੰ ਸੰਭਵ, ਨਾਮੁਮਕਿਨ ਨੂੰ ਮੁਮਕਿਨ ਕਰ ਸਕਦੇ ਹੋ, ਕਿਉਂਕਿ ਬਹੁਤ ਬੜੀ ਸ਼ਕਤੀ ਤੁਹਾਡੇ ਅੰਦਰ ਬੈਠੀ ਹੈ। ਸਮਝ ਆ ਗਈ ਕਿ ਨਹੀਂ? ਇਸ ਕਰਕੇ ਇਹੀ ਚੀਜ਼ ਜਿੱਦਾਂ ਦੱਸ ਰਹੇ ਸੀ ਕਿ ਦੂਸਰੇ ਦੇ ਅੰਦਰ ਖੂਬੀਆਂ ਦੇਖੋ, दूसरे के अंदर कमियां की तलाश ना करो। ये पहला गुण जो अपने अंदर पैदा करना कि दूसरों की कमियां ढूंढने की बजाय उनके अंदर खूबियां तलाश करो। हुण कौआ अपने अंदर भी कमियां लभ रहा सी तो बाहर भी देखता सी, कहता ओ बन जावा, नहीं मैं जिद्दां दा हां, बहुत अच्छा, अपनी खूबियां वधाणियां। तो हर चीज़ रब ने अच्छी बनाई है, हर चीज़ के अंदर कोई गुण है। दूजा स्टेप की है, दूजा नुकता केड़ा है कि दूसरे को कमजोर बनाने की बजाय दूसरे की शक्ति बढ़ाएं। और समझते हो कि नहीं? पहला गुण अपने अंदर पैदा करना है कि दूसरे की कमियां ढूंढने की बजाय उनकी खूबियां तलाश करे। और दूसरा चीज है कि दूसरे को कमजोर बनाने की बजाय उसकी शक्ति बढ़ाए। हुण असीं कमजोर किद्दां दूजे नूं बनांदे आ? गल्लां कर करके, वो तेतों कित्थे होना है, तू नहीं कर सकदा। हुण अगला बेचारा करना भी चाहे ना, जो दो चार मित्र ਉਹਦੇ इदां दी गल कह देण। हुण फर्ज करो एक बंदा शराब पींदा है, नशा करदा है, वो छड्डना चाहता है तो कोई वो तेतों कित्थे छुटना है, तू नहीं छड्ड सकदा। ਇਹਦਾ ਮਤਲਬ ਅਸੀਂ ਉਹਨੂੰ ਹਿੰਮਤ ਦੇ ਰਹੇ ਹਾਂ, ਉਹਦਾ ਹਿੰਮਤ ਤੋੜ ਰਹੇ ਹਾਂ। ਉਹਦੀ ਜਵਾਬ ਦੇਣਾ ਸਾਨੂੰ। ਅਗਰ ਇੱਕ ਬੱਚਾ ਕਹਿੰਦਾ ਮੈਂ ਡਾਕਟਰ ਬਣਨਾ ਹੈ, ਉਹ ਤੇਤੋਂ ਕਿੱਥੋਂ ਬਣੂ ਨਾ, ਪੜਦਾ ਤੂੰ ਹੈ ਨਹੀਂ। ਜੇ ਉਹਦੇ ਅੰਦਰ ਕੋਈ ਸੋਚ ਆਈ ਹੈ ਚੰਗੀ ਤਾਂ ਤੁਸੀਂ ਇਹ ਨਾ ਤੂੰ ਨਹੀਂ ਕਰ ਸਕਦਾ, ਕਿਉਂਕਿ ਜਦੋਂ ਕਿ ਤੂੰ ਨਹੀਂ ਕਰ ਸਕਦਾ ਅਸੀਂ ਇਹਨੂੰ ਕਮਜ਼ੋਰ ਬਣਾ ਰਹੇ ਹਾਂ, ਅਸੀਂ ਉਹਦੀ ਹਿੰਮਤ ਨੂੰ ਤੋੜ ਰਹੇ ਹਾਂ। ਉੱਥੇ ਸਾਨੂੰ ਕਹਿਣਾ ਚਾਹੀਦਾ ਅਗਰ ਤੂੰ ਕੋਸ਼ਿਸ਼ ਕਰੇ ਤਾਂ ਜ਼ਰੂਰ ਕਰ ਸਕਦਾ ਹੈ, ਕੋਸ਼ਿਸ਼ ਕਰ, ਅਸੀਂ ਤੇਰੇ ਨਾਲ, ਉਹ ਮਾਲਿਕ ਤੇਰੇ ਨਾਲ ਹੈ, ਕੋਸ਼ਿਸ਼ ਕਰ, ਕਾਮਯਾਬੀ ਜ਼ਰੂਰ ਮਿਲੇਗੀ। ਤਾਂ ਇਦਾਂ ਦੀ ਕਿਹੜੀ ਕਮੀ ਹੈ ਜਿਹੜੀ ਬੰਦਾ ਫਿਰ ਦੂਰ ਨਾ ਕਰ ਸਕੇ? ਜਿੱਦਾਂ ਹੀ ਦੱਸੀਦਾ ਨਾ, ਆਈ ਐਮ ਸਨ ਆਫ ਦਾ ਗॉड, नो ਈਵਲ ਕੈਨ ਟੱਚ ਮੀ, ਮੈਂ ਈਸ਼ਵਰ ਦਾ ਬੱਚਾ ਹਾਂ, ਕੋਈ ਬੁਰੀ ਚੀਜ਼ ਮੇਰੇ ਲਾਗੇ ਆ ਨਹੀਂ ਸਕਦੀ। ਆਈ ਹੈਵ ਦਾ ਪਾਵਰ ਟੂ ਐਂਡ ਮਾਈ ਈਵਲਸ, मेरे अंदर ये शक्ति है कि मैं अपनी हर बुराई का अंत कर सकता है। जो भी मेरी बुराइयां है मेरे शक्ति है, मैं उन्हें खत्म कर सकता। जो बंदा आ बुराई मेरे तो नहीं छुटनी, तो मतलब तू इन्ना कमजोर नहीं है, अपनी शक्ति को पहचान। इदा की केड़ी कमी है तेरे अंदर, इदा का केड़ा अवगुण है तेरे अंदर जिन्हों तू दूर नहीं कर सकता। बस अपनी शक्ति पर विश्वास कर। आई हैव द पावर, मेरे को शक्ति है टू एंड माई ईवल्स, मैं अपने अंदरले शैतान नूं, अपने अंदरलियां बुराइयां नूं खत्म कर सकता हाँ, क्योंकि मैं कमजोर नहीं हाँ। हुण जदों कोई इदां दी गल कवे तो उहदा हौसला बढ़ाओ कि हाँ तू कर सकता है। मतलब इदां ना कहो तेतों कित्थों होना है, इन्ने सालों तो देख ही लिया तैनूं। ओ भाई जे हुण ओहदी सोच चंगी आई है तो उहनूं हौसला दिओ। तुसीं की चाहते हो, वो कामयाब होवे या ना होवे? तो जे चाहते हो कामयाब होवे तो फिर इन्नी गल क्यों कहते हो तेतों कित्थे होना है? इन्नी गल कहण नाल ਉਹਦੇ ਅੰਦਰ ਜਿਹੜੀ ਮਾੜੀ ਮੋਟੀ ਹਿੰਮਤ ਆਈ ਉਹ ਵੀ ਟੁੱਟ ਜਾਣੀ। ਕਹਿੰਦਾ ਲੈ ਵੀ ਇਹ ਕਹਿੰਦੇ ਸੱਚੀ ਹੋਣਾ, ਕਿਉਂਕਿ ਬੰਦਾ ਆਪਣੇ ਆਪ ਤੇ ਘੱਟ ਯਕੀਨ ਕਰਦਾ, ਦੁਨੀਆ ਦੀਆਂ ਗੱਲਾਂ ਤੇ ਜ਼ਿਆਦਾ ਕਰਦਾ ਹੈ। ਹੁੰਦਾ ਕਿ ਨਹੀਂ ਏਦਾਂ? ਤੁਹਾਡੇ ਅੰਦਰ ਸੋਚ ਆਈ ਮੈਂ ਆਹ ਕੰਮ ਕਰਨਾ ਹੈ, ਪਰ ਚਾਰ ਆਦਮੀ ਤੁਹਾਨੂੰ ਕਹਿ ਦੇਣ ਤੇਤੋਂ ਨਹੀਂ ਹੋਣਾ, ਤਾਂ ਤੁਹਾਡੀ ਸੋਚ ਵਾਕਈ ਯਾਰ ਜੇ ਇਹ ਕਹਿੰਦੇ ਤਾਂ ਮੇਰੇ ਤੋਂ, ਇਹਦਾ ਮਤਲਬ ਆਪਣੇ ਆਪ ਤੇ ਵਿਸ਼ਵਾਸ ਨਹੀਂ ਹੈ, ਆਪਣੇ ਅੰਦਰ ਬੈਠੀ ਸ਼ਕਤੀ ਤੇ ਵਿਸ਼ਵਾਸ ਨਹੀਂ ਹੈ, ਦੁਨੀਆ ਦੀਆਂ ਗੱਲਾਂ ਤੇ ਵਿਸ਼ਵਾਸ ਹੈ। ਔਰ ਦੂਜੇ ਦੀ ਹਿੰਮਤ ਵੀ ਉਹੀ ਤੋੜਨਗੇ ਜਿਹੜੇ ਆਪ बुजदिल है, डरपोक है, जेडे आप बहादुर है ना, साहसी है, वो कदी किसी की हिम्मत तोड़ने वाली गल नहीं करते, बल्कि हिम्मत बढ़ाने वाली गल करते हैं। बोलो समझते हो कि नहीं?
ਜਿੱਦਾਂ ਹੁਣ ਪਿੱਛੇ ਜੇ ਕਰੋਨਾ ਆਇਆ, ਜਿਹੜੇ ਡਰੇ ਹੋਏ ਸੀ ਉਹਨਾਂ ਨੇ ਕੀ ਕਹਿਣਾ, ਉਹ ਭਾਈ ਬਾਹਰ ਨਾ ਜਾਈ, ਕਰੋਨਾ ਹੋ ਜਾਣਾ ਤੈਨੂੰ। ਇਹ ਜਿਹੜੇ ਬਹਾਦਰ ਹੈ ਉਹ ਚੱਲ ਮਾਲਿਕ ਨਾਲ ਆ, ਕੁਝ ਨਹੀਂ ਹੁੰਦਾ। ਬਹਾਦਰ ਬੰਦਾ ਹੀ ਦੂਜੇ ਦੀ ਹਿੰਮਤ ਵਧਾਉਂਦਾ ਹੈ। ਤਾਂ ਡਰਿਆ ਹੋਇਆ ਡਰਪੋਕ ਬੰਦਾ ਉਹ ਆਪ ਤਾਂ ਡਰੇ, ਤੂੰ ਵੀ ਨਾ ਜਾਈ ਭਾਈ, ਭੂਤ ਨਾ ਚੁੰਬੜ ਜਾਵੇ ਤੈਨੂੰ, ਰਸਤੇ ਜਿੱਦਾਂ ਨਾ ਹੋ ਜਾਵੇ। ਤਾਂ ਉਹਨੂੰ ਇਹ ਕਹੋ, ਉਹ ਆਪ ਤਾਂ ਡਰਿਆ, ਸਾਨੂੰ ਡਰਾਉਂਦਾ, ਜਾ ਡਰਪੋਕਾਂ ਦਾ ਸਾਥ ਨਹੀਂ ਸਾਨੂੰ ਚਾਹੀਦਾ, ਦੂਰ ਰਹਿ ਮੇਰੇ ਤੋਂ। ਬੋਲੋ ਸਮਝਦੇ ਹੋ ਕਿ ਨਹੀਂ? ਇਸ ਲਈ ਇਹ ਵੀ ਕਹਾਂਗੇ, ਡਰਪੋਕ ਸਾਥੀ ਨੂੰ ਵੀ ਆਪਣੇ ਤੋਂ ਦੂਰ ਹੀ ਰੱਖੋ, ਕਿਉਂਕਿ ਉਹਦੀਆਂ ਗੱਲਾਂ ਦਾ ਕਿਤੇ ਨਾ ਕਿਤੇ ਅਸਰ ਬੰਦੇ ਦੇ ਦਿਮਾਗ ਤੇ ਹੋ ਜਾਂਦਾ ਹੈ। ਇਸ ਲਈ ਸਾਥੀ ਵੀ ਬਣਾਉਣਾ ਤਾਂ ਉਹ ਬਣਾਓ ਜੋ ਸਾਡੀ ਸ਼ਕਤੀ ਨੂੰ ਵਧਾਵੇ। ਹੁਣ ਤੁਸੀਂ ਦੇਖਣਾ ਹੈ, ਸੋਚੋ ਕਿ ਮੈਂ ਆਪਣੇ ਰਿਸ਼ਤੇਦਾਰਾਂ ਦੀ, ਆਪਣੇ ਪਰਿਵਾਰ ਦੀ, ਆਪਣੇ ਮਿੱਤਰਾਂ ਦੀ ਸ਼ਕਤੀ ਵਧਾਉਣ ਵਾਲਾ ਕੰਮ ਕਰਦਾ ਜਾਂ ਉਹਨਾਂ ਦੀ ਸ਼ਕਤੀ ਘਟਾਉਣ ਵਾਲਾ ਕੰਮ ਕਰਦਾ ਹੈ। ਇਸ ਲਈ ਦੂਸरों को कमजोर बनाने की बजाय उनकी शक्ति बढ़ाएं। बोलो समझते हो कि नहीं? बढ़ाओगे कि नहीं? अज तो सब ਨੂੰ हिम्मत देनी, अपने आप ਨੂੰ भी कि मैं डरना नहीं है क्योंकि मेरा मालिक मेरे, मैं कभी चिंता नहीं करनी क्योंकि मेरा मालिक मेरे, मैं कभी हार नहीं सकता क्योंकि मेरा मालिक मेरे, मैनू हर जगह कामयाबी मिलेगी क्योंकि मेरा मालिक मेरे, मेरा हर दुख दूर होएगा क्योंकि मेरा मालिक मेरे। ਤਾਂ ਜਰਾ ਆਪ ਜਵਾਬ ਦਿਓ ਕਿ ਜਿਹਦੇ ਨਾਲ ਪ੍ਰਮਾਤਮਾ, ਉਹ ਪ੍ਰਭੂ, ਉਹ ਮਾਲਿਕ ਹੋਵੇ, ਉਹਦੀ ਹਾਰ ਹੋ ਸਕਦੀ ਹੈ? ਉਹਨੂੰ ਕੋਈ ਕਮੀ ਆ ਸਕਦੀ ਹੈ? ਤਾਂ ਫਿਰ ਅੱਜ ਤੋਂ ਵਿਸ਼ਵਾਸ ਵੀ ਇਹੀ ਰੱਖਣਾ ਕਿ ਮੈਨੂੰ ਕਮੀ ਨਹੀਂ ਆ ਸਕਦੀ, ਕਿਉਂਕਿ ਮੈਂ ਵਿਸ਼ਵਾਸ ਕਰਦਾ ਹਾਂ ਕਿ ਹਰ ਕਦਮ ਤੇ, ਹਰ ਜਗ੍ਹਾ, ਚਾਹੇ ਘਰ ਹੋਵਾਂ, ਬਾਹਰ ਹੋਵਾਂ, ਦੁਕਾਨ ਤੇ ਹੋਵਾਂ, ਕਿਤੇ ਵੀ ਹੋਵਾਂ, ਦੇਸ਼ ਵਿਦੇਸ਼ ਕਿਤੇ ਵੀ ਚਲਾ ਜਾਵਾਂ, ਮੇਰਾ ਮਾਲਿਕ ਮੇਰੇ ਹਰ ਜਗ੍ਹਾ ਮੈਨੂੰ ਕਾਮਯਾਬੀ ਜ਼ਰੂਰ। ਇਹ ਵਿਸ਼ਵਾਸ ਰੱਖਣਾ ਅੱਜ ਤੋਂ। ਫਿਰ ਦੇਖੋ ਤੁਹਾਨੂੰ ਕਾਮਯਾਬੀ, ਖੁਸ਼ੀਆਂ ਮਿਲਦੀਆਂ ਚਲੀਆਂ ਜਾਣਗੀਆਂ। ਬੋਲੋ ਸਮਝਦੇ ਹੋ ਕਿ ਨਹੀਂ? ਹੁਣ ਟਾਈਮ ਕਾਫੀ ਹੋ ਗਿਆ, ਤੀਸਰਾ ਵੀ ਫਟਾਫਟ ਦੱਸ ਦਈਏ। ਵੈਸੇ ਸਮਝਾਉਣ ਨੂੰ ਦੇ ਦੇਣਾ ਵੀ ਬਹੁਤ ਕੁਛ ਹੈ, ਪਰ ਉਮੀਦ ਹੈ ਕਿ ਤੁਸੀਂ ਇੰਨੇ ਕੁ ਸਮਝ ਗਏ ਹੋਵੋਗੇ कि दूसरे की कमजोरी बनाने की बजाय उसकी, दूसरे को कमजोर बनाने की बजाय उसकी शक्ति बढ़ाएं। कि दूजिਆਂ ਨੂੰ ਕਮਜ਼ੋਰ ਨਹੀਂ ਬਣਾਉਣਾ ਅਸੀਂ ਆਪਣੀਆਂ ਗੱਲਾਂ ਨਾਲ, ਆਪਣੀ ਸੋਚ ਨਾਲ, ਬਲਕਿ ਦੂਜਿਆਂ ਦਾ ਹੌਸਲਾ ਵਧਾਉਣਾ ਹੈ, ਦੂਜਿਆਂ ਦੀ ਹਿੰਮਤ ਵਧਾਣੀ ਹੈ, ਦੂਜਿਆਂ ਦੇ ਇੰਨੇ ਕੁ ਵਿਸ਼ਵਾਸ ਨੂੰ ਆਪਣੀਆਂ ਗੱਲਾਂ ਨਾਲ ਐਡਾ ਬਣਾ ਦੇਣਾ ਹੈ, ਕਿਉਂਕਿ ਜਿੱਡਾ ਉਹਦਾ ਵਿਸ਼ਵਾਸ ਹੋਏਗਾ ਉੱਡੀ ਰਹਿਮਤ ਵੀ, ਉੱਡੀ ਕਾਮਯਾਬੀ ਵੀ ਉਹਨੂੰ ਮਿਲੇਗੀ। ਬੋਲੋ ਸਮਝਦੇ ਹੋ ਕਿ ਨਹੀਂ? ਇਸ ਕਰਕੇ ਵਿਸ਼ਵਾਸ ਆਪਣੇ ਮਾਲਿਕ ਤੇ ਹੋਵੇ ਤਾਂ ਫਿਰ ਤਾਂ ਹਾਰ ਕਦੀ ਹੋ ਹੀ ਨਹੀਂ ਸਕਦੀ। ਇਸ ਲਈ ਅੱਜ ਤੋਂ ਕਹਿ ਦੇਣਾ ਹੈ ਕਿ ਮੈਂ ਆਪਣੀ ਹਿੰਮਤ, ਆਪਣਾ ਹੌਸਲਾ, ਆਪਣਾ ਵਿਸ਼ਵਾਸ ਵੀ ਵਧਾਉਣਾ ਹੈ, ਆਪਣੀ ਸ਼ਕਤੀ ਵੀ ਵਧਾਣੀ ਹੈ। ਤਾਂ ਦੂਜਿਆਂ ਦੀ ਜਿੰਨੇ ਵੀ ਮੇਰੇ ਨਾਲ ਜੁੜੇ ਹੈ, ਇਦਾਂ ਦੀਆਂ ਗੱਲਾਂ ਕਰਨੀਆਂ ਹੈ, ਇਦਾਂ ਦੇ ਬੋਲ ਬੋਲਣੇ ਹੈ ਕਿ ਉਹਨਾਂ ਦੀ ਹਿੰਮਤ, ਹੌਸਲਾ ਵੀ, ਉਹਨਾਂ ਦੀ ਸ਼ਕਤੀ ਵੀ ਵੱਧਦੀ ਚਲੀ ਜਾਵੇ। समझ आ गई कि नहीं? और तीसरा पॉइंट याद रखना है कि दूसरे की कमजोरी बनने की बजाय उसकी शक्ति बने। ये गल याद रखना, दूजे की कमजोरी ना कदी बनो, बल्कि दूजे की शक्ति बनो। कमजोरी की हुंदी है कि बंदा कमजोर जिहा हो जाता ना कई बार कि यार तू मेरी कमजोरी है, जे तेनू कुछ हो गया मैं मर जाना, जे तेनू कुछ हो गया इदां। यार ਇਹਦਾ मतलब ਅਸੀਂ ਇਹਨੂੰ ਕਮਜ਼ੋਰ ਬਣਾ ਰਹੇ ਹਾਂ, ਦੂਜੇ ਦੀ ਸ਼ਕਤੀ ਬਣਨਾ ਹੈ ਅਸੀਂ। ਉਹਨੂੰ ਇਦਾਂ ਹਿੰਮਤ ਦਿਓ, ਉਹ ਫਿਕਰ ਨਾ ਕਰ, ਮੈਂ ਤੇਰੇ ਨਾਲ, ਮੈਂ ਤੇਰੀ ਕਮਜ਼ੋਰੀ ਨਹੀਂ ਆ, ਮੈਂ ਤੇਰੀ ਸ਼ਕਤੀ ਆ। ਕਮਜ਼ੋਰੀ ਦਾ ਮਤਲਬ ਕੀ ਹੁੰਦਾ? ਫਰਜ਼ ਕਰੋ ਇੱਕ ਬੱਚਾ ਕਿਤੇ ਬਾਹਰ ਜਾ ਕੇ ਕੰਮ ਕਰਨਾ ਚਾਹੁੰਦਾ ਹੈ, ਤਾਂ ਮਾਂ ਕਹਿ ਸਕਦੀ ਪੁੱਤ ਮੈਂ ਤੇਰੇ ਤੋਂ ਬਿਨਾਂ ਮਰ ਜਾਣਾ, ਜੇ ਤੂੰ ਚਲਾ ਗਿਆ ਮੇਰੇ ਕੀ ਬਣੂਗਾ, ਘਰ ਦਾ ਕੀ ਬਣੂਗਾ। ਉਹ ਕਮਜ਼ੋਰੀ ਬਣ ਗਈ ਉਹਦੀ। ਹੁਣ ਉਹ ਬੱਚਾ ਜੀਵਨ 'ਚ ਕਾਮਯਾਬ ਹੋ ਸਕਦਾ ਹੈ, ਪਰ ਮਾਂ ਉਹਦੀ ਕਮਜ਼ੋਰੀ ਬਣ ਗਈ ਜਾਂ ਉਹਦੀ ਫੈਮਿਲੀ ਕਮਜ਼ੋਰੀ ਬਣ ਗਈ ਤਾਂ ਉਹਨੂੰ ਜਾਣ ਹੀ ਨਹੀਂ ਦਿੱਤਾ, ਕੋਲ ਹੀ ਰੱਖ ਲਿਆ। ਇਹਦਾ ਮਤਲਬ ਅਸੀਂ ਬੁਰਾ ਕਰ ਰਹੇ ਹਾਂ, ਅਸੀਂ ਉਹਦੀ ਕਮਜ਼ੋਰੀ ਬਣ ਰਹੇ ਹਾਂ। ਬਲਕਿ ਸਾਨੂੰ ਕੀ ਹੋਣਾ ਚਾਹੀਦਾ? ਪੁੱਤ ਜੇ ਤੇਰੀ ਕਾਮਯਾਬ ਹੋਣ ਵਾਸਤੇ ਜਾਣਾ, ਜਾ, ਸਾਡਾ ਆਸ਼ੀਰਵਾਦ ਤੇਰੇ ਨਾਲ ਹੈ, ਤੂੰ ਕਰ, ਪਿਛਲੀ ਟੈਨਸ਼ਨ ਨਾ ਲਈ, ਅਸੀਂ ਆਪੇ ਸੰਭਾਲ ਲਵਾਂਗੇ। ਇਹਦੇ ਨਾਲ ਉਹਨੂੰ ਸ਼ਕਤੀ ਮਿਲਦੀ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਹੁਣ ਕੋਈ ਬੱਚਾ ਆਰਮੀ 'ਚ ਚਲਾ ਜਾਵੇ, ਇੱਕ ਉਦਾਹਰਨ ਦੇ ਕੇ ਦੱਸਣ ਲੱਗੇ, ਕੰਮ ਕੋਈ ਵੀ ਹੋ ਸਕਦਾ, ਇਹ ਸਿਰਫ ਉਦਾਹਰਨ ਦੇਣੀ ਹੈ, ਸਮਝ ਤੁਸੀਂ ਆਪੇ ਹੀ ਲੈਣਾ। ਹੁਣ ਇੱਕ ਨੌਜਵਾਨ ਹੈ, ਮੈਂ ਆਰਮੀ 'ਚ ਜਾਣਾ, ਨਹੀਂ ਪੁੱਤ ਉੱਥੇ ਗੋਲੀਆਂ ਚੱਲਦੀਆਂ, ਬਾਰਡਰ ਤੇ ਜਾਏਗਾ, ਜੇ ਤੈਨੂੰ ਕੁਝ ਹੋ ਗਿਆ ਸਾਡਾ ਕੀ ਬਣੇਗਾ। ਹੁਣ ਜੋ ਚਲਾ ਵੀ ਗਿਆ ਆਰਮੀ 'ਚ ਤਾਂ ਵੀ ਉਹਦੀ ਟੈਨਸ਼ਨ ਪਿਛਲੀ ਰਹਿਣੀ ਹੈ, ਹਾਏ ਮੇਰੀ ਮਾਂ ਕਿੱਦਾਂ ਕਹਿੰਦੀ ਸੀ, ਮੇਰਾ ਬਾਪ ਇੱਦਾਂ ਕਹਿੰਦਾ ਸੀ। ਇਹਦਾ ਮਤਲਬ ਉਹ ਕਮਜ਼ੋਰੀ ਬਣ ਗਈ। ਤਾਕਤ ਬਣੋ ਉਹਦੀ ਕਿ ਪੁੱਤ ਜੇ ਤੂੰ ਸੋਚ ਲਿਆ ਤੂੰ ਕਰ, ਪਿਛਲੀ ਚਿੰਤਾ ਨਹੀਂ ਕਰਨੀ, ਤੂੰ ਪੂਰਾ ਆਪਣੀ ਹਿੰਮਤ ਨਾਲ, ਹੌਸਲੇ ਨਾਲ ਕਦਮ ਅੱਗੇ ਵਧਾ। ਸਾਡੀਆਂ ਦੁਆਵਾਂ, ਸਾਡਾ ਆਸ਼ੀਰਵਾਦ, ਸਾਡਾ ਪਿਆਰ ਤੇਰੇ। ਨਹੀਂ ਤੂੰ ਜਾਈ ਨਾ ਦੂਰ, ਨਹੀਂ ਦਿਲ ਨਹੀਂ ਲੱਗਣਾ, ਮਰ ਜਾਣਾ ਅਸੀਂ। ਰੱਖ ਲਓ ਫਿਰ, ਪੱਲੂ ਨਾ ਬਣ ਕੇ ਰੱਖ ਲਓ ਘਰੇ, ਬਾਅਦ ਚੋਂ ਕਹਿਣਾ ਯਾਹ ਕਮੀ ਆ ਗਈ, ਉਹ ਕਮੀ ਆ ਗਈ। ਕੀ ਜ਼ਿੰਦਗੀ ਹੈ ਫਿਰ? ਸਮਝਦੇ ਹੋ ਕਿ ਨਹੀਂ? ਤਾਕਤ ਬਣੋ ਦੂਜੇ ਦੀ, ਹਿੰਮਤ ਬਣੋ ਦੂਜੇ ਦੀ। ਬੋਲੋ ਸਮਝਦੇ ਹੋ ਕਿ ਨਹੀਂ? ਹੁਣ ਜਰਾ ਗੌਰ ਕਰਨਾ, ਅਸੀਂ ਆਪਣੀ ਜ਼ਿੰਦਗੀ 'ਚ ਰੱਖਦੇ ਹਾਂ ਕਿ ਸਾਡੇ ਬੱਚੇ ਨੂੰ ਜਾਣਾ, ਜਾ ਤੇਰੇ ਨਾਲ ਆ, ਜਿੱਥੇ ਵੀ ਜਾ, ਤੈਨੂੰ ਡਰਨ ਦੀ ਲੋੜ ਨਹੀਂ ਹੈ। ਨਹੀਂ ਤਾਂ ਇਹ ਥੋੜੀ ਕਹਿਣਾ ਉਹ ਬਹਿ ਜਾ, ਸਾਡੇ ਕੋਲ ਸਭ ਕੁਝ ਤਾਂ ਹੈ, ਤੂੰ ਇੱਥੇ ਬਹਿ ਕੇ ਖਾਈ ਜਾ। ਆਪਣੇ ਪੈਰਾਂ ਤੇ ਕਦੋਂ ਬੱਚੇ ਖੜੇ ਹੋਣਗੇ? ਆਪਣੇ ਪੈਰਾਂ ਤੇ ਕਦੋਂ ਇਨਸਾਨ ਖੜਾ ਹੁੰਦਾ? ਜਦੋਂ ਆਪਣੇ ਪਰਿਵਾਰ ਤੋਂ, ਆਪਣੇ ਪਿਆਰਿਆਂ ਤੋਂ ਥੋੜਾ ਦੂਰ ਜਾਂਦਾ ਹੈ।
ਇਸ ਲਈ ਤਾਕਤ ਬਣੋ ਦੂਜੇ ਦੀ, ਕਮਜ਼ੋਰੀ ਨਾ ਬਣੋ ਕਦੀ ਵੀ। ਦੂਜੇ ਅੰਦਰ ਹਿੰਮਤ ਵਧਾਓ ਕਿ ਇਹਦੇ ਵਾਸਤੇ ਫਾਇਦੇਮੰਦ ਹੈ, ਤਾਂ ਮੈਂ ਤਾਕਤ ਬਣਨਾ ਤੇਰੀ ਕਿ ਹਰ ਕਦਮ ਤੇ ਮੈਂ ਤੇਰਾ ਸਾਥ ਦੇਣ ਨੂੰ ਤਿਆਰ ਹਾਂ। ਬੋਲੋ ਸਮਝਦੇ ਹੋ ਕਿ ਨਹੀਂ? ਪਰ ਇੱਥੇ ਤਾਂ ਉਹ ਤਾਕਤ ਕੀ ਬਣਨਾ ਹੈ? ਜੇ ਕੋਈ ਹੱਸਣਾ ਵੀ ਚਾਹੇ ਉਹਨੂੰ ਹੱਸਣੇ ਨਹੀਂ ਦਿੰਦੇ। ਉਹ ਜ਼ਿਆਦਾ ਹੱਸਣਾ ਰੋਣਾ ਪੈਣਾ, ਤੈਨੂੰ ਚੁੱਪ ਕਰ ਜਾ, ਜ਼ਿਆਦਾ ਨਾ ਹੱਸ ਭਾਈ। ਤੁਸੀਂ ਚਾਹੁੰਦੇ ਕੀ ਆ? ਫਿਰ ਰੋਂਦਾ ਰਵੇ ਹਰ ਵੇਲੇ ਉਹ, ਬਲਕਿ ਕਹੋ ਬੇਟਾ ਹੋਰ ਖੁਸ਼ ਹੋ। ਚੱਲ ਮੇਰੇ ਪਿਆਰੇ ਤੂੰ ਖੁਸ਼ ਆ, ਦੱਸ ਕਿਹੜੇ ਕੰਮ 'ਚ ਖੁਸ਼ ਹੋਣਾ ਆ, ਕਿਹੜੇ ਕੰਮ 'ਚ ਤੂੰ ਖੁਸ਼ ਹੋਣਾ? ਮੈਂ ਤੇਰਾ ਸਾਥ ਦੇਣਾ, ਕਿਉਂਕਿ ਤੇਰੀ ਖੁਸ਼ੀ ਮੇਰਾ ਲਕਸ਼ ਹੈ। ਤੂੰ ਜਿੱਦਾਂ ਕਹੇਗਾ, ਜਿੱਥੇ ਖੁਸ਼ ਆ, ਮੈਂ ਤੇਰੀ ਤਾਕਤ ਬਣਨਾ ਆ, ਤੈਨੂੰ ਰੋਕਣਾ ਨਹੀਂ ਹੈ। ਨਹੀਂ ਏਦਾਂ ਨਹੀਂ ਕਰਨਾ, ਏਦਾਂ ਨਹੀਂ ਕਰਨਾ, ਨਹੀਂ ਤਾਂ ਮੈਨੂੰ ਬੜੀ ਤਕਲੀਫ ਹੋਣੀ। ਆਪਣੀਆਂ ਤਕਲੀਫਾਂ ਦੇਖੀ ਜਾਓ, ਦੂਜੇ ਨੂੰ ਕਮਜ਼ੋਰ ਬਣਾ ਦਿਓ। ਇਹ ਸਮਝਣਾ ਜ਼ਰਾ ਸਾਰਿਆਂ ਨੇ। ਇਹ ਇੱਕ ਬੜੇ ਰਾਜ ਦੀ ਗੱਲ ਹੈ ਤਿੰਨਾਂ ਪੁਆਇੰਟਾਂ ਦੇ ਵਿੱਚ कि दूसरे की कमियां ढूंढने की बजाय उनमें खूबियां तलाश करो, दूसरे को कमजोर बनाने की बजाय उसकी शक्ति को बढ़ाएं, और दूसरे की कमजोरी बनने की बजाय उसकी शक्ति बने, ताकत बने उसकी, ताकि उन्होंने लगे कि भाई ਇਹਦੇ ਨਾਲ ਮਿਲ ਕੇ ਨਾ, ਜੇ ਮੈਂ ਪਹਿਲਾਂ ਇੰਨਾ ਕੁ ਬਹਾਦਰ ਸੀ, ਇਹਦੀਆਂ ਗੱਲਾਂ ਸੁਣ ਕੇ ਇਹਦੇ ਸਾਥ ਨਾਲ ਤਾਂ ਮੈਂ 100% ਹੋ ਗਿਆ। ਬੋਲੋ ਸਮਝਦੇ ਹੋ ਕਿ ਨਹੀਂ? ਯਾਨੀ ਇਦਾਂ ਤੁਸੀਂ ਉਹਦਾ ਸਾਥ ਦੇਵੋ ਕਿ ਲੈ ਵੀ ਜੇ ਮੇਰੀ ਖੁਸ਼ੀ ਪਹਿਲਾਂ ਇੰਨੀ ਕੁ ਸੀ ਨਾ, ਇਹਦੇ ਨਾਲ ਮਿਲ ਕੇ ਮੇਰੀ ਖੁਸ਼ੀ ਵੱਧ ਗਈ। ਬਲਕਿ ਇਹ ਨਾ ਲੱਗੇ ਉਹ ਯਾਰ ਪਹਿਲਾਂ ਹੱਸਦਾ ਸੀ ਤਾਂ ਇਹਨਾਂ ਤਾਂ ਮੈਨੂੰ ਬੰਨ ਕੇ ਰੱਖ ਦਿੱਤਾ, ਨਾ ਮੈਂ ਆਹ ਕਰ ਸਕਦਾ। ਹੁਣ ਕਈ ਵਾਰ ਦੇਖੋ ਪਤੀ ਪਤਨੀ ਇੱਥੇ ਨਹੀਂ ਬੈਠਣਾ, ਉਹਦੇ ਵੱਲ ਨਹੀਂ ਦੇਖਣਾ, ਉਹ ਪਹਿਲਾਂ ਚੰਗਾ ਭਲਾ ਖੁਸ਼ ਸੀ, ਕਿੱਥੇ ਬੰਨਤਾ ਮੈਨੂੰ। ਹੁਣ ਅਸੀਂ ਇਹ ਨਹੀਂ ਕਹਿੰਦੇ ਕਿਤੇ ਇਦਾਂ ਦੇਖੋ, ਇਹ ਉਦਾਹਰਨ ਦੇ ਰਹੇ ਹਾਂ ਸਿਰਫ ਕਿ ਕਿਸੇ ਨੂੰ ਬੰਨ ਕੇ ਰੱਖਣ ਨਾਲ ਅਸੀਂ ਕੀ ਕਰਦੇ? ਦੂਜੇ ਦੀਆਂ ਖੁਸ਼ੀਆਂ ਨੂੰ ਕੀ ਕਰਦੇ ਆ? ਖਤਮ ਕਰਨ ਦੀ ਕੋਸ਼ਿਸ਼ ਕਰਦੇ। ਇਹ ਹਰ ਰਿਸ਼ਤੇ ਵਿੱਚ ਆ ਜਾਂਦਾ ਹੈ। ਉਹ ਦੂਜੇ ਦੀ ਖੁਸ਼ੀ ਵਧਾਈਏ। ਬੋਲੋ ਸਮਝਦੇ ਹੋ ਕਿ ਨਹੀਂ? ਹੁਣ ਫਰਜ਼ ਕਰੋ ਇੱਕ ਦੁਨਿਆਵੀ ਮਿਸਾਲ ਦੇਣ ਲੱਗੇ ਆ। ਪਤਨੀ ਕਹਿੰਦੀ ਮੈਨੂੰ ਗੋਲਗੱਪੇ ਬੜੇ ਪਸੰਦ ਹੈ, ਲੈ ਕੋਈ ਗੋਲਗੱਪੇ ਨਹੀਂ ਖਾਣੇ, ਚੁੱਪ ਕਰਕੇ ਤੇ ਬੈਠੀ ਰਹਿ। ਉਹਨਾਂ ਵਿਆਹ ਤੋਂ ਪਹਿਲਾਂ ਤਾਂ ਖਾ ਜਾਂਦੀ ਸੀ ਕਦੀ ਕਦੀ, ਹੁਣ ਤਾਂ ਖਾਣੇ ਬੰਦੇ ਇਹਨਾਂ ਰੱਬਾ ਚੰਗਾ ਹੁੰਦਾ ਹੀ ਨਾ ਵਿਆਹ। ਖੁਸ਼ੀ ਉਹਦੀ ਘਟ ਗਈ ਕਿ ਨਹੀਂ? ਜੇ ਅੱਛਾ ਤੈਨੂੰ ਗੋਲਗੱਪੇ ਪਸੰਦ ਆ, ਚੱਲ ਹਫ਼ਤੇ 'ਚ ਇੱਕ ਦਿਨ ਤਾਂ ਖਾਈ ਜਾਂਦੇ ਆ, ਕੀ ਹੈ 10 20 100 50 ਦੀ ਗੱਲ ਹੈ, ਤੂੰ ਖੁਸ਼ ਹੁੰਦੀ ਹੈ, ਚੱਲ ਖਾ ਜਾਂਦੇ ਆ। ਲੈ ਵੀ ਇਹਨਾਂ ਤਾਂ ਮੇਰੀ ਖੁਸ਼ੀ ਨੂੰ ਵਧਾ ਦਿੱਤਾ। ਮਾਂ ਦੇ ਘਰ ਹੁੰਦੀ ਸੀ, ਮਾਂ 10 ਰੁਪਏ ਦੇ ਖਿਲਾਉਂਦੀ ਸੀ, ਇਹ ਕਹਿੰਦਾ ਤੂੰ 100 ਦੇ ਖਾ ਜਾ। ਪਤਾ ਕੀ ਨਹੀਂ ਖੁਸ਼ੀ ਉਹਦੀ। ਹੁਣ ਅਸੀਂ ਇਹ ਉਦਾਹਰਨ ਦੇ ਰਹੇ ਹਾਂ, ਮਿਸਾਲਾਂ ਦੇ ਰਹੇ ਹਾਂ ਅਸੀਂ ਕਿ ਤੁਸੀਂ ਸ਼ਕਤੀ ਬਣਨਾ ਹੈ ਦੂਜੇ ਦੀ ਖੁਸ਼ੀ ਨੂੰ ਵਧਾਉਣ ਵਾਲਾ ਕੰਮ ਕਰਨਾ, ਨਾ ਕਿ ਦੂਜੇ ਦੀ ਖੁਸ਼ੀ ਨੂੰ। ਪਰ ਇੱਕ ਫਿਰ ਕਵਾਂਗੇ, ਇਹ ਕਈ ਵਾਰ ਸਾਨੂੰ ਕਹਿਣਾ ਪੈਂਦਾ ਕਿ ਦੂਜੇ ਦੀ ਖੁਸ਼ੀ ਨੂੰ ਵਧਾਉਣਾ ਵੀ ਆਪਣੀ ਲਿਮਟ 'ਚ ਹੈ। ਆਪਣੇ ਅਸੂਲਾਂ ਨੂੰ ਤੋੜ ਕੇ ਨਹੀਂ ਕਿਸੇ ਦੀ ਖੁਸ਼ੀ ਵਧਾਉਣੀ। ਕਿ ਦੂਜੇ ਨੂੰ ਖੁਸ਼ੀ ਹੁੰਦੀ ਹੋਵੇ ਪੈਗ ਪੀਣ 'ਚ, ਆ ਜਾ ਤੈਨੂੰ ਪੈਗ ਪਿਲਾਵਾਂ। ਦੂਜੇ ਨੂੰ ਖੁਸ਼ੀ ਹੁੰਦੀ ਹੋਵੇ ਜੂਆ ਖੇਲਣ 'ਚ, ਆ ਜਾ ਤੈਨੂੰ ਪੈਸੇ ਦੇਵਾਂ, ਜੂਆ ਖੇਡਿਆ ਜਾ ਕੇ। ਏਦਾਂ ਨਹੀਂ ਖੁਸ਼ੀ ਵਧਾਉਣੀ ਕਿਸੇ ਦੀ। ਬੋਲੋ ਸਮਝਦੇ ਹੋ ਕਿ ਨਹੀਂ? ਦੂਜੇ ਨੂੰ ਖੁਸ਼ੀ ਹੁੰਦੀ ਚੱਲ ਉੱਥੇ ਜਾ ਕੇ ਮੇਰੇ ਨਾਲ ਨਾ ਚਾਹ ਦਾ ਘੁੱਟ ਪੀ ਲਾ, ਤਾਂ ਮੈਂ ਬਾਕੀਆਂ ਨੂੰ ਕਰਕੇ ਉੱਥੇ ਇਦਾਂ ਦੀਆਂ ਖੁਸ਼ੀਆਂ ਨਹੀਂ ਦੇਣੀਆਂ ਕਿਸੇ ਨੂੰ। ਖੁਸ਼ੀ ਇਹ ਵੀ ਦੇਖਣੀ ਹੈ ਕਿ ਮੇਰੇ ਨਿਯਮ ਕੀ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਮੇਰੇ ਅਸੂਲ ਕੀ ਹੈ। ਹਾਂ ਦੂਜੇ ਨੂੰ ਮੈਂ ਜੇ ਤਾਂ ਫਿਰ ਕਵਾਂਗੇ ਕਿ ਇਹ ਕੁਝ ਪੁਆਇੰਟ ਹੁੰਦੇ ਆ ਜਿਹਨੂੰ ਅਸੀਂ ਸਮਝਣੇ ਆ, ਕਿਉਂਕਿ ਬੰਦਾ ਨਾ ਕਈ ਵਾਰ ਉਹ ਸਹੀ ਗੱਲ ਨੂੰ ਵੀ ਪੁੱਠੇ ਪਾਸੇ ਲੈ ਜਾਂਦਾ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਕਿ ਮਾਲਕਾਂ ਨੇ ਕਹਿੰਦੇ ਦੂਜੇ ਨੂੰ ਖੁਸ਼ੀ ਦੇਣੀ ਹੈ, ਭਾਈ ਉਹ ਸ਼ਰਾਬੀ ਟੁੱਟਿਆ ਪਿਆ, ਉਹਨੂੰ ਬੋਤਲ ਦੇਣ ਨਾਲ ਹੀ ਖੁਸ਼ੀ ਮਿਲਣੀ ਹੈ, ਤਾਂ ਮੈਂ ਉਹਦੀ ਬੋਤਲ ਪਿਲਾ ਦੇਵਾਂ। ਇਦਾਂ ਦੀਆਂ ਖੁਸ਼ੀਆਂ ਨਹੀਂ ਦੇਣੀਆਂ ਕਿਸੇ ਨੂੰ, ਬਲਕਿ ਉੱਥੇ ਕੋਸ਼ਿਸ਼ ਕਰਨੀ ਹੈ ਪੀਂਦਾ ਵੀ ਇਹਨੂੰ ਛੁਡਾਈਏ ਅਸੀਂ ਕਿ ਭਾਈ ਇਹ ਜ਼ਿੰਦਗੀ ਨੂੰ ਬਰਬਾਦ ਕਰਨ ਵਾਲੀ ਚੀਜ਼ ਹੈ, ਇਹ ਬੁਰੀਆਂ ਆਦਤਾਂ ਹੈ, ਬੁਰੇ ਨਸ਼ੇ ਹੈ, ਇਹਨਾਂ ਨੂੰ ਛੱਡ। ਪਰ ਉਮੀਦ ਹੈ ਕਿ ਤੁਸੀਂ ਸਮਝ ਗਏ ਹੋਵੋਗੇ ਕਿ ਤਾਕਤ ਬਣਨਾ ਹੈ ਦੂਜੇ ਦੀ। ਆਪਣੇ ਬੱਚੇ ਜੇ ਕਾਮਯਾਬ ਹੋਣਾ ਚਾਹੁੰਦੇ ਸੀ, ਤਾਕਤ ਬਣਨਾ ਹੈ ਉਹਨਾਂ ਦੀ ਕਿ ਕਰੋ, ਤੁਸੀਂ ਟੈਨਸ਼ਨ ਨਹੀਂ ਲੈਣੀ। ਬੋਲੋ ਸਮਝਦੇ ਹੋ ਕਿ ਨਹੀਂ? ਇਸ ਲਈ ਹੁਣ ਸੰਤ ਤੁਲਸੀਦਾਸ ਦੀ ਬਾਣੀ ਦੀ ਸਮਾਪਤੀ ਕਰੀਏ, ਯਾਨੀ ਸ਼ਲੋਕ ਨੂੰ ਪੂਰਾ ਕਰੀਏ ਤਾਂ ਅੱਜ ਦੇ ਸਤਸੰਗ ਦੀ ਸਮਾਪਤੀ ਕਰਾਂਗੇ। ਸੰਤ ਤੁਲਸੀਦਾਸ ਕਹਿੰਦੇ, ਰਾਮ ਸਿਮਰਤ ਵਿਸ਼ਿਆਂ ਭਿੜਤ दान करत सतसंग तुलसी जिनके पुलक मन तय प्रेमी का अंग। संत तुलसी कहते कि सिमरन करना और सतसंग में जाना, अपने अंदरलियां बुराइयां नाल लड़ना और दान करना। और जदों बंदा ये चार चीज़ां करदा ना खुशी दे नाल, पुलक का मतलब होंदा खुशी। बोलो समझदे हो कि नहीं? कहते तय प्रेमी का अंग कि जिहड़ा सच्चा प्रेमी हुंदा ना, वो जदों सिमरन करदा खुशी ना करदा, मजबूरी च नहीं। कितना करता है? खुशी नाल कि लै बई ये सिमरन मेरे वास्ते जरूरी है, मेरी प्यास है, ये मेरे मालिक दा प्यार है, इसलिए जिन्ना भी हो सके बैठना। खुशी ना बहंदा ओनू कि तांग हुंदी है बैठण दी, जिदा प्यासे नू पानी दी और भुखे नू भोजन दी। इदां ही ओनू प्रेमी नू हुंदा कदों मौका मिले अपने रब दी याद विच बैठा, खुशी हुंदी है, पुलक ओहदे मन च खुशी हुंदी है। अपने अंदरलियां बुराइयां नू खत्म करन च ओनू खुशी हुंदी है कि मेरे अंदर कमियां नू खत्म करां ताकि अपने मालिक दे होर नेड़े हो सकां। तो जेदे अंदर मजबूरी हो, लै यार कमी मैं छड्डना तो चाहता नहीं, पर हुण मजबूरी है। मजबूरी ना कदी कमियां छड्डियां नहीं जांदियां। एक शराबी ने शराब छड्डी, जो खुशी होगी ना छड्डनी है, फिर जल्दी छुटती है।
ਤੇ ਜੋ ਛੱਡਣਾ ਨਾ ਚਾਹਵੇ, ਕੋਈ ਮਜਬੂਰ ਕਰੇ ਤਾਂ ਮਜਬੂਰੀਆਂ 'ਚ ਨਹੀਂ ਛੁੱਟਦਾ, ਫਿਰ ਉਹਨਾਂ ਚੋਰੀ ਚੋਰੀ ਪੀਏਗਾ ਜਾ ਕੇ। ਲੈ ਵੀ ਇੱਥੇ ਘਰ ਵਾਲੀ ਮਨਾ ਕਰਦੀ ਹੈ, ਚੋਰੀ ਚੋਰੀ ਪੀ ਲਵਾਂ ਜਾ ਕੇ, ਫਿਰ ਝਗੜੇ ਵੱਧਦੇ ਆ ਘਰ। ਮੈਂ ਤਾਂ ਕਿਹਾ ਪੀਣੀ ਨਹੀਂ, ਪੀ ਗਿਆ, ਸਮੈਲ ਆਉਂਦੀ ਤੁਹਾਡੀ, ਫਿਰ ਝਗੜੇ ਵੱਧਦੇ ਆ। ਆਪਣੀ ਹੋਣੀ ਚਾਹੀਦੀ, ਮੇਰੀ ਇਹ ਬੁਰੀ ਆਦਤ ਹੈ, ਮੇਰੇ ਅੰਦਰ ਇਹ ਕਮੀ ਹੈ, ਮੇਰੀ ਖੁਸ਼ੀ ਇਹਨੂੰ ਛੱਡਣਾ, ਫਿਰ ਛੁੱਟਦੀ ਹੈ ਚੀਜ਼। ਪੁਲਕ ਆਪਣੀਆਂ ਬੁਰਾਈਆਂ ਨੂੰ ਦੂਰ ਕਰਨਾ, ਖੁਸ਼ੀ ਹੋਣੀ ਚਾਹੀਦੀ, ਖੁਸ਼ੀ ਨਾ ਕਰੋ। ਔਰ ਫਿਰ ਕਹਿੰਦੇ ਸਤਸੰਗ 'ਚ ਵੀ ਪ੍ਰੇਮੀ ਸਦਾ ਖੁਸ਼ੀ ਨਾ ਬਹਿੰਦਾ, ਮਜਬੂਰੀ 'ਚ ਨਹੀਂ। ਤੁਸੀਂ ਖੁਸ਼ੀ ਨਾ ਬੈਠੇ ਹੋ ਮਜਬੂਰੀ 'ਚ, ਫਿਰ ਤੁਸੀਂ ਪ੍ਰੇਮੀ ਹੋ। ਬੋਲੋ ਸਮਝਦੇ ਹੋ ਕਿ ਨਹੀਂ? ਕਿਉਂਕਿ ਜੇ ਪ੍ਰੇਮੀ ਹੈ ਨਾ, ਉਹ ਸਤਸੰਗ 'ਚ ਖੁਸ਼ੀ ਨਾ ਬਹਿੰਦੇ, ਮਜਬੂਰੀ 'ਚ ਨਹੀਂ। ਔਰ ਚੌਥੀ ਚੀਜ਼ ਗਈ ਦਾਨ, ਕਿ ਜੇ ਉਹ ਦਾਨ ਵੀ ਕਰਦੇ ਆ ਰੱਬ ਦੇ ਰਸਤੇ, 1 ਰੁਪਿਆ ਵੀ ਦਿੰਦੇ ਤਾਂ ਮਜਬੂਰੀ 'ਚ ਨਹੀਂ ਦਿੰਦੇ, ਖੁਸ਼ੀ 'ਚ ਦਿੰਦੇ ਹੈ। ਕਿ ਜਿੱਦਾਂ ਕਿਸਾਨ ਇੱਕ ਦਾਣਾ ਬੀਜਦਾ ਹੈ ਤਾਂ ਉਹਨੂੰ ਕਈ ਗੁਣਾ ਹੋ ਕੇ ਮਿਲਦਾ, ਮੈਂ ਵੀ ਆਪਣੇ ਰੱਬ ਦੇ ਘਰ 'ਚ, ਆਪਣੇ ਉਹ ਮਾਲਕ ਦੇ ਘਰ 'ਚ ਖੁਸ਼ੀ ਨਾਲ ਦਾਨ ਦੇ ਰਿਹਾ, ਔਰ ਮੈਨੂੰ ਪਤਾ ਉਹਨੂੰ ਦੇ ਰਿਹਾ ਤਾਂ ਕਈ ਗੁਣਾ ਹੋ ਕੇ ਉਹ ਖੁਸ਼ੀ ਨਾਲ ਦਿੰਦਾ, ਮਜਬੂਰੀ 'ਚ ਨਹੀਂ। ਬੋਲੋ ਸਮਝਦੇ ਹੋ ਕਿ ਨਹੀਂ? ਹੁਣ ਤੁਸੀਂ ਚੈੱਕ ਕਰੋ, ਇਹ 4 ਹੀ ਗੁਣ ਤੁਹਾਡੇ ਅੰਦਰ ਹੈ। ਤੁਸੀਂ ਸਿਮਰਨ ਖੁਸ਼ੀ ਨਾਲ ਕਰਦੇ ਹੋ, ਸਤਸੰਗ ਵਿੱਚ ਖੁਸ਼ੀ ਨਾਲ ਬਹਿੰਦੇ ਹੋ, ਆਪਣੇ ਅੰਦਰਲੀਆਂ ਬੁਰਾਈਆਂ ਨੂੰ ਖੁਸ਼ੀ ਨਾਲ ਖਤਮ ਕਰਦੇ ਹੋ, ਔਰ ਸੇਵਾ ਸਿਮਰਨ ਦਾਨ ਪੁੰਨ ਖੁਸ਼ੀ ਨਾਲ ਕਰਦੇ ਹੋ, ਤਾਂ ਫਿਰ ਤੁਹਾਡੇ ਅੰਦਰ ਪ੍ਰੇਮੀ ਵਾਲੇ ਗੁਣ ਹੈ। ਤਾਂ ਫਿਰ ਦੂਜੀ ਬਾਣੀ 'ਚ ਉਹਨਾਂ ਨੇ ਕਿਹਾ ਕਿ ਹੁਣ ਉਹ ਸ਼ਲੋਕ ਸਮਝਣਾ ਜ਼ਰੂਰੀ ਹੈ, ਕਿਉਂਕਿ ਫੇਰ ਹੀ ਇਹ ਸ਼ਲੋਕ ਕੰਪਲੀਟ ਹੁੰਦਾ ਹੈ। ਉਹ ਕਹਿੰਦੇ ਕਿ ਰਾਮ ਸਿਮਰਤ ਵਿਸ਼ਿਆਂ ਭਿੜਤ, ਦਾਨ ਕਰਤ ਸਤਸੰਗ, ਤੁਲਸੀ ਜਿਨ੍ਹਾਂ ਨਾ ਪੁਲਕ ਮਨ ਤੈ ਪਸ਼ੂਆ ਕਾ ਅੰਗ। ਉਹ ਕਹਿੰਦੇ ਜਿਹੜੇ ਸਿਮਰਨ ਖਿੱਚ ਕੇ ਕਰਦੇ ਐ, ਦਾਨ ਖਿੱਚ ਕੇ ਕਰਦੇ ਐ, ਜਾਂ ਸਤਸੰਗ ਵਿੱਚ ਮਜਬੂਰੀ 'ਚ ਜਾਂਦੇ ਐ, ਇਹ ਸਮਝ ਲਓ ਇਹ ਪ੍ਰੇਮੀ ਦਾ ਨਹੀਂ, ਇਹ ਪਸ਼ੂਆਂ ਦਾ ਕੰਮ ਹੈ। ਜਿਹਦਾ ਪਸ਼ੂ ਨੂੰ ਕਿਤੇ ਮਜਬੂਰੀ 'ਚ ਗਲ 'ਚ ਰੱਸੀ ਪਾ ਕੇ ਬਿਠਾ ਦੋ ਨਾ, ਉਹ ਨੂੰ ਬੈਠਣਾ ਪੈਂਦਾ, ਉਹਦੀ ਖੁਸ਼ੀ ਨਹੀਂ ਹੁੰਦੀ ਉਹ 'ਚ। ਹੁਣ ਕਹਿੰਦੇ ਤੁਸੀਂ ਦੇਖੋ, ਜੇ ਮਜਬੂਰੀ 'ਚ ਬੈਠੇ ਹੋ ਤਾਂ ਫਿਰ ਸੰਤ ਤੁਲਸੀ ਨੇ ਕੀ ਕਿਹਾ, ਪਸ਼ੂਆਂ ਦਾ ਕੰਮ ਹੈ। ਤੇ ਜੇ ਖੁਸ਼ੀ ਨਾਲ ਬੈਠੇ ਹੋ, ਫਿਰ ਉਹਨਾਂ ਨੇ ਕਿਹਾ ਪ੍ਰੇਮੀ ਦਾ ਕੰਮ ਹੈ। ਹੁਣ ਤੁਸੀਂ ਕੀ ਹੋ, ਆਪੇ ਹੀ ਸੋਚ ਲਓ। ਜੇ ਖੁਸ਼ੀ ਨਾਲ ਬੈਠੇ ਹੋ ਤਾਂ ਵਾਕਈ ਤੁਸੀਂ ਪ੍ਰੇਮੀ ਹੋ। ਤਾਂ ਜੇ ਕਿਸੇ ਦੇ ਇੱਕ ਮਜਬੂਰੀ 'ਚ ਕਿ ਲੈ ਵੀ ਉਹ ਨਾ ਨਾਰਾਜ਼ ਹੋ ਜਾਵੇ ਤਾਂ ਬੈਠਾ ਆ, ਤਾਂ ਫਿਰ ਸਮਝ ਲਓ ਅਸੀਂ ਜਿਹਦਾ ਪਸ਼ੂ ਦੇ ਗਲ 'ਚ ਰੱਸੀ ਬੰਨ ਕੇ ਖੁੰਡੇ ਨਾਲ ਬੰਨ੍ਹਦੇ ਹੋ, ਵਿਚਾਰੇ ਨੇ ਹਿੱਲਣਾ ਕਿੱਥੇ, ਬੈਠਣਾ ਹੀ ਪੈਣਾ ਉਹਨੂੰ। ਮਜਬੂਰੀ 'ਚ ਕੰਮ ਕੀਤਾ ਜਾਨਵਰ ਦੇ ਸਮਾਨ ਹੈ, ਤਾਂ ਖੁਸ਼ੀ 'ਚ ਕੰਮ ਕੀਤਾ ਇਹ ਪ੍ਰੇਮੀ ਦੇ ਗੁਣ ਹੈ। ਚਲੋ ਸਮਝਦੇ ਹੋ ਕਿ ਨਹੀਂ? ਇਸ ਲਈ ਹੁਣ ਟਾਈਮ ਕਾਫੀ ਹੋ ਗਿਆ ਹੈ, ਬੂੰਦਾਬਾਂਦੀ ਵੀ ਹੋ ਰਹੀ ਹੈ, ਫਿਰ ਤੁਸੀਂ ਲੰਗਰ ਵੀ ਛਕਣਾ। ਇਸ ਲਈ ਆਖਰਲੇ ਵਚਨਾਂ 'ਚ ਇੱਕੋ ਹੀ ਗੱਲ ਕਹਿਣੀ ਹੈ ਅਸੀਂ, ਕਿ ਤੁਸੀਂ ਫਿਰ ਕਵਾਂਗੇ, ਦੁਹਰਾਵਾਂਗੇ ਕਿ ਤੁਸੀਂ ਹਰ ਚੀਜ਼ ਪ੍ਰਾਪਤ ਕਰ ਸਕਦੇ ਹੋ, ਬਸ ਆਪਣੇ ਅੰਦਰ ਬੈਠੀ ਸ਼ਕਤੀ ਤੇ ਵਿਸ਼ਵਾਸ ਕਰੋ। ਕਿਉਂਕਿ ਜਿੱਡਾ ਵੱਡਾ ਤੁਹਾਡਾ ਵਿਸ਼ਵਾਸ ਹੋਣਾ ਹੈ, ਉੱਡੀ ਵੱਡੀ ਰਹਿਮਤ ਵੀ ਤੁਹਾਨੂੰ ਮਿਲਣੀ ਹੈ, ਉਨੀਆਂ ਖੁਸ਼ੀਆਂ ਵੀ ਤੁਹਾਡੇ ਜੀਵਨ 'ਚ ਆਣੀਆਂ ਹੈ, ਉਨੀ ਕਾਮਯਾਬੀ ਵੀ ਤੁਹਾਨੂੰ। ਫਿਰ ਕਹਿ ਦਿਓ, ਮੈਨੂੰ ਆਪਣੇ ਮਾਲਿਕ ਤੇ ਪੂਰਾ, ਮੈਨੂੰ ਆਪਣੇ ਮਾਲਿਕ ਤੇ ਪੂਰਾ, ਮੈਨੂੰ ਆਪਣੇ ਮਾਲਿਕ ਤੇ ਪੂਰਾ, ਮੇਰੀਆਂ ਝੋਲੀਆਂ ਖੁਸ਼ੀਆਂ ਨਾਲ, ਮੇਰੀਆਂ ਝੋਲੀਆਂ ਖੁਸ਼ੀਆਂ ਨਾਲ, ਮੇਰੀਆਂ ਝੋਲੀਆਂ ਖੁਸ਼ੀਆਂ ਨਾਲ, ਮੇਰੇ ਸਾਰੇ ਦੁੱਖ ਦੂਰ, ਮੇਰੇ ਸਾਰੇ ਦੁੱਖ ਦੂਰ, ਮੇਰੇ ਸਾਰੇ ਦੁੱਖ ਦੂਰ। ਮੇਰਾ ਮਾਲਿਕ ਮੇਰੇ, ਮੇਰਾ ਮਾਲਿਕ ਮੇਰੇ, ਮੇਰਾ ਮਾਲਿਕ ਮੇਰੇ, ਮੈਂ ਬਹੁਤ, ਮੈਂ ਬਹੁਤ, ਮੈਂ ਬਹੁਤ। ਚਲੋ ਮਾਲਕ ਇੱਦਾਂ ਹੀ ਤੁਹਾਨੂੰ ਖੁਸ਼ ਰੱਖਣ। ਆਉਣ ਵਾਲਾ ਸਮਾਂ ਹੋਰ ਵੀ ਤੁਹਾਡੇ ਵਾਸਤੇ ਖੁਸ਼ੀਆਂ, ਕਾਮਯਾਬੀ, ਸਫਲਤਾ ਭਰਿਆ ਹੋਵੇ। ਤੁਹਾਡਾ ਪਿਆਰ, ਤੁਹਾਡਾ ਵਿਸ਼ਵਾਸ, ਤੁਹਾਡੀ ਹਿੰਮਤ, ਤੁਹਾਡਾ ਹੌਸਲਾ, ਤੁਹਾਡਾ ਸਾਹਸ ਵੱਧਦਾ ਚਲਾ ਜਾਵੇ, ਤਾਂ ਕਿ ਤੁਸੀਂ ਜੀਵਨ 'ਚ ਪੂਰਾ ਪੂਰਾ ਆਨੰਦ ਲੈ ਕੇ ਇਹ ਜੀਵਨ ਨੂੰ ਸਫਲ ਬਣਾ ਕੇ ਉਸ ਮਾਲਕ ਦੀਆਂ ਰਹਿਮਤਾਂ ਨੂੰ ਹਾਸਿਲ ਕਰਕੇ ਜਾਓ। ਕਿਉਂਕਿ ਜੋ ਵੀ ਮਾਲਕ ਦੇ ਘਰ ਜਾਂਦਾ ਕਦੀ ਖਾਲੀ ਨਹੀਂ ਜਾਂਦਾ। ਬਸ ਜਿਨ੍ਹਾਂ ਦਾ ਪਿਆਰ, ਜਿਨ੍ਹਾਂ ਦਾ ਵਿਸ਼ਵਾਸ ਬੜਾ ਹੈ, ਔਰ ਫਿਰ ਆਪਣੀ ਸੋਚ ਤੋਂ ਵੀ ਜ਼ਿਆਦਾ ਲੈ ਕੇ ਜਾਂਦਾ ਹੈ। ਸੋ ਮਾਲਿਕ ਤੁਹਾਨੂੰ ਸੇਵਾ ਕਰਨ ਦਾ, ਸਿਮਰਨ ਕਰਨ ਦਾ, ਦਾਨ ਪੁੰਨ ਕਰਨ ਦਾ, ਨੇਕ ਮਾਰਗ ਤੇ ਚੱਲਣ ਦਾ ਬਲ ਬਖਸ਼ੇ। ਤੁਹਾਡੀਆਂ ਤਕਲੀਫਾਂ, ਦੁੱਖਾਂ, ਦਰਦਾਂ, ਪਰੇਸ਼ਾਨੀਆਂ ਨੂੰ ਮਾਲਿਕ ਦੂਰ ਕਰਨ, ਔਰ ਤੁਹਾਡੀਆਂ ਸਭ ਦੀਆਂ ਝੋਲੀਆਂ ਨੂੰ ਖੁਸ਼ੀਆਂ ਨਾਲ, ਆਪਣੀਆਂ ਰਹਿਮਤਾਂ ਨਾਲ ਮਾਲਿਕ ਭਰਪੂਰ ਕਰਨ। ਆਉਣ ਵਾਲਾ ਸਮਾਂ ਤੁਹਾਡੇ ਸਭ ਦੇ ਵਾਸਤੇ ਕਾਮਯਾਬੀ, ਸਫਲਤਾ, ਖੁਸ਼ੀਆਂ ਭਰਿਆ ਹੋਵੇ। ਇਹੀ ਸਾਡੀ ਉਸ ਮਾਲਿਕ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ। ਔਰ ਹੁਣ ਅੰਤ ਵਿੱਚ ਤੁਹਾਡੇ ਸਭ ਦੇ ਅੰਦਰ ਵਾਸਤੇ ਉਸ ਮਾਲਿਕ ਨੂੰ ਅਸੀਂ ਪ੍ਰਣਾਮ ਕਰਦੇ ਹਾਂ। ਸਾਡਾ ਪ੍ਰਣਾਮ ਸਵੀਕਾਰ ਕਰੋ। ਜੈ ਮਾਲਕਾਂ ਦੀ। वीडियो अच्छी लगी हो तो कृपया इसे शेयर जरूर करें। आपके शेयर करने से अगर किसी की ज़िंदगी में अच्छा बदलाव आता है, पॉजिटिव चेंज आती है, तो ये भी आपकी तरफ से किया गया एक नेक कर्म होगा, एक सेवा होगी। तो वीडियो को शेयर जरूर करें, और वीडियो देखने के लिए सर्व संजय दरबार कांटियाँ शरीफ यूट्यूब चैनल को सब्सक्राइब करें और फेसबुक पेज को फॉलो करना ना भूलें। जय माता दी।